ਸ਼੍ਰੀ ਅਕਾਲ ਜੀ। ਹਮਦਰਦ ਮੀਡੀਆ ਗਰੁੱਪ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਤੇ ਲੇਟੈਸਟ ਅਪਡੇਟਸ ਦੇ ਨਾਲ ਬਹੁਤ ਸਾਰੀਆਂ ਖਬਰਾਂ ਅੱਜ ਸਾਂਝੀਆਂ ਕਰਨੀਆਂ ਨੇ। ਬਹੁਤ ਸਾਰੇ ਲੇਟੈਸਟ ਇਸ਼ੂਜ਼ ਦੇ ਉੱਤੇ ਗੱਲਬਾਤ ਕਰਾਂਗੇ। ਆਪਣੇ ਵਿਚਾਰ ਤੁਸੀਂ ਵੀ ਰੱਖਿਓ। ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੈ, ਕੋਈ ਵਿਚਾਰ ਹੈ ਜਾਂ ਕੋਈ ਖਬਰ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਹੇਠ ਲਿਖੇ ਨੰਬਰਸ ਦੇ ਉੱਤੇ ਕਾਲ ਕਰ ਸਕਦੇ ਹੋ। ਬਹੁਤ-ਬਹੁਤ ਸਵਾਗਤ ਰਹੇਗਾ ਤੁਹਾਡੀਆਂ ਕਾਲਸ ਦਾ। ਸਭ ਤੋਂ ਪਹਿਲਾਂ ਜਿਨ੍ਹਾਂ ਖਬਰਾਂ ਤੇ ਝਾਤ ਪਾਉਣੀ ਆ ਉਹਨਾਂ ਖਬਰਾਂ ਨੂੰ ਦੱਸਣ ਤੋਂ ਪਹਿਲਾਂ ਜੋੜ ਲੈਣਾ ਜੀ ਮੇਰੇ ਨਾਲ ਮੇਰੇ ਸਹਿਯੋਗੀ ਮਰਗਿੰਦਰ ਜੀ ਨੂੰ। ਸਰ ਬਹੁਤ-ਬਹੁਤ ਸਵਾਗਤ ਹੈ। ਕਰਨ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ, ਮੌਸਮ ਬੜਾ ਵਧੀਆ। ਅੱਜ ਸਾਰੀ ਦਿਹਾੜੀ ਕੰਮ ਕਰਦੇ ਦੀ ਨਿਕਲ ਗਈ ਜੀ ਬਿਲਕੁਲ। ਤੇ ਸਰ ਅੱਜ ਜਿਹੜੀਆਂ ਖਬਰਾਂ ਦੇ ਉੱਤੇ ਆਪਾਂ ਡਿਸਕਸ਼ਨ ਕਰਨੀ ਹੈ, ਪਹਿਲਾਂ ਉਹ ਖਬਰਾਂ ਜ਼ਰੂਰ ਥੋੜਾ ਬਹੁਤ ਆਪਣੇ ਦਰਸ਼ਕਾਂ ਨੂੰ ਚਾਨਣਾ ਪਾ ਦਈਏ ਜਿਨ੍ਹਾਂ ਦੇ ਉੱਤੇ ਸਾਡੀ ਡਿਸਕਸ਼ਨ ਚੱਲਣੀ ਹੈ। ਬਿਲਕੁਲ ਜੀ। ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜੀ, ਅੱਜ ਸਭ ਤੋਂ ਪਹਿਲਾਂ ਤਾਂ ਬਹੁਤ ਲੰਬੇ ਸਮੇਂ ਤੋਂ ਅਸੀਂ ਤੁਹਾਡੇ ਨੂੰ ਵੇਟ ਕਰਵਾ ਰਹੇ ਸੀ, ਇੰਤਜ਼ਾਰ ਕਰਵਾ ਰਹੇ ਸੀ, ਅਸੀਂ ਵੀ ਵੇਟ ਕਰ ਰਹੇ ਸੀ ਸਾਨੂੰ ਵੀ ਸਮਾਂ ਮਿਲੇ। ਸੋ ਅੱਜ ਅਸੀਂ ਵੰਦੇ ਭਾਰਤ ਮਿਸ਼ਨ ਦੇ ਤਹਿਤ ਜੋ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਫਲਾਈਟਸ 26 ਫਲਾਈਟਸ ਕੈਨੇਡਾ ਤੋਂ ਇੰਡੀਆ ਨੂੰ ਜਾਣੀਆਂ ਨੇ ਭਾਰਤੀਆਂ ਨੂੰ ਲੈ ਕੇ, ਉਹਨਾਂ ਦੀ ਫਲਾਈਟਸ ਦੀ ਅਪਡੇਸ਼ਨ ਸਾਰੀ ਦਵਾਂਗੇ ਅਸੀਂ ਤੁਹਾਨੂੰ। ਤੇ ਨਾਲ ਦੀ ਨਾਲ ਇੰਡੀਅਨ ਕੌਂਸਲੇਟ ਜਨਰਲ ਇਨ ਟੋਰਾਂਟੋ ਅਪੂਰਵਾ ਸ਼੍ਰੀਵਾਸਤਵ ਜੀ ਨਾਲ ਅਸੀਂ ਲਾਈਵ ਗੱਲਬਾਤ ਕਰਾਂਗੇ। ਤੁਹਾਡੇ ਜੋ ਸਵਾਲ ਸਨ ਉਹਨਾਂ ਦੇ ਨਾਲ ਅਸੀਂ ਸਾਂਝੇ ਕਰਾਂਗੇ, ਕਿੱਥੇ ਬੁਕਿੰਗ ਕਰਵਾ ਸਕਦੇ ਹਾਂ, ਕਦੋਂ ਫਲਾਈਟਸ ਜਾਣੀਆਂ ਨੇ, ਇਹਨਾਂ ਸਾਰੇ ਮਸਲਿਆਂ ਉੱਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਸਾਰੇ ਕੁਐਸਚਨਸ ਉਹਨਾਂ ਨੂੰ ਪੁੱਟ ਕਰਾਂਗੇ। ਉਸ ਤੋਂ ਇਲਾਵਾ ਜੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਟਵਾ ਵਿੱਚ ਐਂਟੀ ਰੇਸਿਜ਼ਮ ਰੈਲੀ ਦੇ ਵਿੱਚ ਹਿੱਸਾ ਲਿਆ। ਉੱਥੇ ਬਹੁਤ ਹੀ ਵਧੀਆ ਉਹਨਾਂ ਨੇ ਜੈਸਚਰ ਇੱਕ ਪੇਸ਼ ਕੀਤਾ। ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ ਲਈ ਐਲਾਨਿਆ ਗਿਆ ਹੈ 14 ਬਿਲੀਅਨ ਦੀ ਸਹਾਇਤਾ ਐਲਾਨੀ ਗਈ ਹੈ ਤੇ ਉਧਰੋਂ ਓਨਟਾਰੀਓ ਦੇ ਪ੍ਰੀਮੀਅਰ ਨੇ ਇਸ ਸਹਾਇਤਾ ਨੂੰ ਨਾਕਾਫੀ ਦੱਸਿਆ ਹੈ। ਨਾਰਵੇ ਦੀ ਗੱਲ ਕਰੀਏ ਤਾਂ ਨਾਰਵੇ ਦੇ ਵਿੱਚ ਦੇਖਦੇ ਹੀ ਦੇਖਦੇ 8 ਘਰ ਸਮੁੰਦਰ ਦੇ ਵਿੱਚ ਸਮਾ ਗਏ। ਇਹਦੇ ਬਾਰੇ ਡਿਸਕਸ ਕਰਾਂਗੇ। ਨਿਊਯਾਰਕ ਦੇ ਵਿੱਚ ਇੱਕ 75 ਸਾਲਾ ਵਿਅਕਤੀ ਨੂੰ ਧੱਕਾ ਮਾਰਨ ਵਾਲੇ ਪੁਲਿਸ ਅਫਸਰ ਸਸਪੈਂਡ ਕਰ ਦਿੱਤੇ ਗਏ ਨੇ। ਕੈਲੀਫੋਰਨੀਆ ਪੁਲਿਸ ਵੱਲੋਂ ਆਤਮ ਸਮਰਪਣ ਕਰਨ ਵਾਲੇ ਵਿਅਕਤੀ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਕੈਨੇਡਾ ਜਲਦ ਹੀ ਸ਼ੁਰੂ ਕਰਨ ਜਾ ਰਿਹਾ ਹੈ ਜੀ ਆਨਲਾਈਨ ਸਿਟੀਜ਼ਨਸ਼ਿਪ ਸੈਰੇਮਨੀਜ਼ ਨੂੰ। ਜੀ ਹਾਂ, ਇਹਦੇ ਬਾਰੇ ਅਸੀਂ ਡਿਸਕਸ ਕਰਾਂਗੇ। ਤੇ ਉਧਰ ਗੱਲ ਕਰੀਏ ਇਟਲੀ ਦੀ ਇਮੀਗ੍ਰੇਸ਼ਨ ਖੁੱਲ ਚੁੱਕੀ ਹੈ, ਪਰ ਉੱਥੇ ਹੀ ਜਿਹੜੇ ਕੱਚੇ ਕਾਮੇ ਨੇ, ਆਰਜ਼ੀ ਕਾਮੇ ਨੇ, ਉਹਨਾਂ ਲਈ ਥੋੜੀਆਂ ਜਿਹੀਆਂ ਮੁਸੀਬਤਾਂ ਵੱਧ ਚੁੱਕੀਆਂ ਨੇ। ਸੋ ਅਸੀਂ ਅੱਜ ਵੰਦੇ ਮਾਤਰਮ ਮਿਸ਼ਨ ਦੀ ਵੀ ਗੱਲਬਾਤ ਕਰਾਂਗੇ। ਅਪੂਰਵਾ ਸ਼੍ਰੀਵਾਸਤਵ ਜੀ ਨੂੰ ਆਪਣੇ ਨਾਲ ਜੋੜਾਂਗੇ, ਪਰ ਸਭ ਤੋਂ ਪਹਿਲਾਂ ਡਿਸਕਸ਼ਨ ਕਰਦੇ ਹਾਂ ਜੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਐਂਟੀ ਰੇਸਿਜ਼ਮ ਰੈਲੀ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ। ਬਹੁਤ ਹੀ ਸੋਹਣਾ ਜੈਸਚਰ ਉੱਥੇ ਉਹਨਾਂ ਨੇ ਪੇਸ਼ ਕੀਤਾ ਜਿਹਦੀ ਸਭ ਪਾਸੇ ਕਾਫੀ ਸ਼ਲਾਘਾ ਹੋ ਰਹੀ ਹੈ। ਸਰ ਕੀ ਕਹਿਣਾ ਚਾਹੋਗੇ? ਤਰਨ, ਅੱਜ ਪ੍ਰੋਟੈਸਟ ਕਈ ਥਾਵਾਂ ਤੇ ਹੋਏ ਨੇ। ਟੋਰਾਂਟੋ ਵਿੱਚ ਵੀ ਪ੍ਰੋਟੈਸਟ ਹੋਇਆ। ਟੋਰਾਂਟੋ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਇਆ ਉੱਥੇ ਜਿਹੜੇ ਸਾਡੇ ਇੱਥੇ ਦੇ ਪੁਲਿਸ ਚੀਫ ਨੇ ਜਿਹੜੇ ਕਿ ਬਲੈਕ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ, ਮਿਸਟਰ ਸੈਂਡਰਸ, ਉਹਨਾਂ ਨੇ ਵੀ ਗੋਡਾ ਨਵਾਇਆ ਜੀ। ਤੇ ਜਸਟਿਨ ਟਰੂਡੋ ਸਾਹਿਬ ਨੇ ਆਟਵਾ ਦੇ ਵਿੱਚ ਜਿਹੜਾ ਰੈਲੀ ਹੋਈ ਆ ਉਹਦੇ ਵਿੱਚ ਪ੍ਰੋਟੈਸਟ ਦੇ ਵਿੱਚ ਉਹ ਨਾਲ ਸ਼ਾਮਲ ਹੋਏ ਆ ਤੇ ਉਹਨਾਂ ਨੇ ਗੋਡਾ ਨਵਾਇਆ। ਜਿਹੜਾ ਗੋਡਾ ਨਵਾਉਣ ਦਾ ਤਰਨ ਕੰਮ ਕਿੱਥੋਂ ਸ਼ੁਰੂ ਹੋਇਆ? ਕਿਉਂਕਿ ਇਹ ਇਉਂ ਨਾ ਸਮਝਿਆ ਜਾਵੇ ਕਿ ਉਹ ਪੁਲਿਸ ਵਾਲੇ ਨੇ ਉਸ ਦੀ ਫਲੋਇਡ ਦੀ ਗਰਦਨ ਤੇ ਗੋਡਾ ਰੱਖਿਆ ਹੈ, ਉਹਦੇ ਨਾਲ ਸੰਬੰਧਿਤ ਨਹੀਂ ਹੈ। ਇਹ ਸੰਬੰਧ ਹੈਗਾ ਜੀ ਤਕਰੀਬਨ 2016 ਦੇ ਵਿੱਚ ਇਹ ਕੰਮ ਹੋਇਆ ਸੀਗਾ। 49ers ਇੱਕ ਫੁੱਟਬਾਲ ਦਾ ਟੀਮ ਹੈਗੀ ਆ ਅਮਰੀਕਾ ਦੇ ਵਿੱਚ। ਫੁੱਟਬਾਲ ਉਹ ਜੀ ਜਿਹੜੀ ਹੱਥਾਂ ਨਾਲ ਖੇਡਦੇ ਆ, ਪਤਾ ਨਹੀਂ ਫੁੱਟਬਾਲ ਕਿਉਂ ਕਹਿੰਦੇ ਆ। ਐਨੀ ਹਾਓ, ਉਹਦਾ ਸੈਨ ਫਰਾਂਸਿਸਕੋ 49ers ਦਾ ਕੁਆਟਰਬੈਕ ਸੀ ਕੋਲਿਨ ਕੈਪਰਨਿਕ। ਉਹਨੇ ਇਸ ਜਿਹੜੀ ਪੁਲਿਸ ਦੀ ਬਰੂਟੈਲਿਟੀ ਆ ਅਗੇਂਸਟ ਬਲੈਕ ਲੋਕਾਂ ਦੇ, ਉਹਨੇ ਉਹਦੇ ਪ੍ਰੋਟੈਸਟ ਦੇ ਵਿੱਚ ਜਦੋਂ ਗੇਮ ਸ਼ੁਰੂ ਹੁੰਦੀ ਆ ਉਹਦੇ ਚ ਨੈਸ਼ਨਲ ਐਂਥਮ ਗਾਇਆ ਜਾਂਦਾ, ਉਹ ਸਾਰੇ ਖੜੇ ਹੁੰਦੇ ਆ, ਉਹ ਖੜਾ ਨਹੀਂ ਸੀ ਹੋਇਆ। ਔਰ ਉਸ ਤੋਂ ਮਗਰੋਂ ਉਹ ਗੋਡਾ ਨਵਾਉਣ ਲੱਗ ਪਿਆ ਤੇ ਇਹ ਤੂਲ ਫੜਦੀ ਇਸ ਵੇਲੇ ਤਾਂ ਹੀ ਸਾਰੇ ਲੋਕ ਉਹ ਜੈਸਚਰ ਕਰ ਰਹੇ ਨੇ। ਇਹ ਸਾਈਨ ਹੈ ਕਿ ਪੁਲਿਸ ਦੀ ਬਰੂਟੈਲਿਟੀ ਦੇ ਅਗੇਂਸਟ ਲੋਕੀ ਗੋਡਾ ਨਵਾ ਰਹੇ ਨੇ, ਜਿਹਦੀ ਕਿ ਇੰਨਾ ਜ਼ਿਆਦਾ ਜ਼ੋਰ ਫੜ ਗਈ ਹੈ। ਹੁਣ ਗੱਲ ਸ਼ੁਰੂ ਹੋਈ ਸੀ ਜਦੋਂ ਉਹਨੇ ਗੋਡਾ ਨਵਾਇਆ ਸੀਗਾ ਜੀ, ਟਰੰਪ ਸਾਹਿਬ ਨੇ ਬਹੁਤ ਗਲਤ ਬੋਲਿਆ ਸੀਗਾ, ਉਹਦੇ ਅਗੇਂਸਟ ਬਹੁਤ ਕੁਝ ਬੋਲਿਆ ਸੀਗਾ। ਫਿਰ ਹੁਣ ਐਸੀ ਗੱਲ ਹੋ ਗਈ ਹੈ ਕਿ ਟਰੰਪ ਸਾਹਿਬ ਨੂੰ ਹੁਣ ਲੱਖਾਂ ਲੋਕ ਨੇ ਜਿਹੜੇ ਇਹ ਕਰ ਰਹੇ ਨੇ। ਮੈਨੂੰ ਸਮਝ ਨਹੀਂ ਆਉਂਦੀ ਟਰੰਪ ਸਾਹਿਬ ਦਾ ਇਹਦੇ ਉੱਤੇ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਆ ਰਿਹਾ। ਸ਼ਾਇਦ ਉਹਨਾਂ ਕੋਲੇ ਹੁਣ ਜਵਾਬ ਹੀ ਨਹੀਂ ਹੈਗਾ। ਪਰ ਹਾਂ, ਇਹ ਜਿਹੜੇ ਵੱਡੇ ਲੀਡਰਸ ਨੇ ਦੁਨੀਆ ਦੇ ਵਿੱਚ ਸਾਰੇ ਇਹ ਕੁਝ ਕਰ ਰਹੇ ਨੇ ਜੀ। ਬਿਲਕੁਲ ਸਰ, ਕੈਨੇਡਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਭਾਵੇਂ ਇਹ ਘਟਨਾ ਹੋਈ ਆ, ਹਾਲਾਂਕਿ ਪੂਰੀ ਦੁਨੀਆ ਵਿੱਚ ਪ੍ਰੋਟੈਸਟ ਹੋਣੇ ਸ਼ੁਰੂ ਹੋ ਚੁੱਕੇ ਨੇ। ਸ਼ਾਂਤਮਈ ਤਰੀਕੇ ਨਾਲ ਵਿਜਿਲਸ ਕੱਢੀਆਂ ਜਾ ਰਹੀਆਂ ਨੇ। ਇੱਥੋਂ ਦੀ ਗੱਲ ਕਰੀਏ ਅਸੀਂ ਕੈਨੇਡਾ ਵਿੱਚ ਵੀ ਵੱਖ-ਵੱਖ ਥਾਵਾਂ ਤੇ ਅਸੀਂ ਦੇਖ ਰਹੇ ਹਾਂ ਕਿ ਪ੍ਰਦਰਸ਼ਨ ਜਾਰੀ ਨੇ। ਟੋਰਾਂਟੋ ਵਿੱਚ ਪ੍ਰਦਰਸ਼ਨ ਅੱਜ ਹੋਇਆ। ਉਧਰੋਂ ਕਿਹਾ ਜਾ ਰਿਹਾ ਕਿ ਵੈਨਕੂਵਰ 'ਚ ਜਿਹੜਾ ਪ੍ਰਦਰਸ਼ਨ ਹੋਣਾ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚ ਸਕਦੇ ਨੇ। ਬਿਲਕੁਲ, ਜਿਹੜਾ ਟੋਰਾਂਟੋ 'ਚ ਹੋਇਆ ਇਹ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੀ ਔਰ ਬੜਾ ਸੁੱਖ ਸ਼ਾਂਤੀ ਦੇ ਨਾਲ ਹੋਇਆ। ਹਾਲਾਂਕਿ ਆਪਾਂ
2 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਚਾਂਸਸ ਹੈਗੇ ਕਿ ਸ਼ਾਇਦ ਕੋਈ ਲੋਕ ਖਰੀਦ ਨਾ ਕਰਨ, ਗਲਤ ਨਾ ਹੋਏ। ਕਈ ਦੁਕਾਨਾਂ ਨੇ ਆਪਣੇ ਜਿਹੜੀਆਂ ਵਿੰਡੋਜ਼ ਹੈ ਉਹਦੇ ਉੱਤੇ ਬੋਰਡ ਲਾਤੇ ਸੀਗੇ ਕਿ ਸ਼ੀਸ਼ੇ ਦੀ ਭੰਨ ਤੋੜ ਨਾ ਹੋਵੇ, ਪਰ ਉਹ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਜਿਹਦੇ ਨਾਲ ਸਾਰਾ ਸੁੱਖ ਸ਼ਾਂਤੀ ਨਾਲ ਹੋਇਆ। ਤੇ ਇਵੇਂ ਆਟਵੇ ਵਾਲਾ ਵੀ ਹੈ, ਹੋਪਫੁਲੀ ਵੈਨਕੂਵਰ ਵਾਲਾ ਵੀ ਇਵੇਂ ਸੰਪੰਨ ਹੋਵੇਗਾ ਜੀ। ਬਿਲਕੁਲ। ਤੇ ਸਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਫੰਡਸ ਐਲਾਨੇ ਜਾ ਰਹੇ ਨੇ। ਅੱਜ ਵੀ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਨੇ ਡਿਸੇਬਿਲਿਟੀਜ਼ ਦੇ ਜਿਹੜੇ ਇਸ ਵਕਤ ਸ਼ਿਕਾਰ ਹੈਗੇ ਉਹਨਾਂ ਦੇ ਲਈ ਫੰਡ ਐਲਾਨੇ ਨੇ, ਉਹਨਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਦੇ ਦਈਏ। ਅੱਜ ਇੱਕ ਮੈਨੂੰ ਲੱਗਦਾ ਹਰ ਵਾਰ ਜਦੋਂ ਅਨਾਉਂਸ ਕਰਦੇ ਆਪਾਂ ਨੂੰ ਲੱਗਦਾ ਹੁੰਦਾ ਕਿ ਸਾਰੇ ਅਨਾਉਂਸ ਹੋ ਚੁੱਕੇ ਹੋਏ ਜੀ। ਇਹ ਡਿਸੇਬਿਲਿਟੀ ਦੇ ਜਿਹੜੇ ਲੋਕ ਰਜਿਸਟਰ ਹੋਏ ਨੇ ਜੀ, ਜਿਹਦੇ ਕੋਲ ਵੈਲਿਡ ਸਰਟੀਫਿਕੇਟ ਹੈ ਡਿਸੇਬਿਲਿਟੀ ਦਾ, ਉਹਨਾਂ ਨੂੰ ਟੈਕਸ ਕ੍ਰੈਡਿਟ $600 ਵਨ ਟਾਈਮ ਉਹਨਾਂ ਨੂੰ ਮਿਲੇਗਾ ਜੀ। ਪਰ ਜਿਨ੍ਹਾਂ ਨੂੰ 올ਡ ਏਜ ਸਿਕਿਉਰਿਟੀ ਮਿਲਦੀ ਆ ਉਹਨਾਂ ਨੂੰ 300 ਮਿਲੇਗਾ, ਔਰ ਜਿਨ੍ਹਾਂ ਨੂੰ 올ਡ ਏਜ ਸਿਕਿਉਰਿਟੀ ਤੇ ਗਰੰਟਿਡ ਇਨਕਮ ਸਪਲੀਮੈਂਟ ਮਿਲਦਾ, GIS ਕਹਿੰਦੇ ਆ, OAS ਤੇ GIS ਮਿਲਦਾ, ਉਹਨਾਂ ਨੂੰ ਸਿਰਫ $100 ਮਿਲੇਗਾ। ਟੋਟਲ ਉਹ 600 ਮਿਲੇਗਾ। ਜਿਹੜੇ GIS ਤੇ OAS ਦੇ ਵਿੱਚ ਨਹੀਂ ਆਉਂਦੇ ਉਹਨਾਂ ਨੂੰ 600 ਮਿਲੇਗਾ ਜੀ। ਇਹ ਸਰਕਾਰ ਨੇ ਅੱਜ ਐਲਾਨ ਕੀਤਾ। ਸਰ ਪ੍ਰੋਵਿੰਸਸ ਦੇ ਲਈ ਵੀ ਸਰਕਾਰ ਨੇ ਪ੍ਰੀਮੀਅਰਸ ਦੇ ਨਾਲ ਗੱਲਬਾਤ ਕਰ ਰਹੀ ਸੀ, ਇਹ ਵੀ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਨੇ ਕਿਹਾ $14 ਬਿਲੀਅਨ ਦਾ ਪ੍ਰਸਤਾਵ ਦਿੱਤਾ ਸੋ ਦੈਟ ਕਿ ਇਕਨੋਮਿਕਲੀ ਪ੍ਰੋਵਿੰਸਸ ਨੂੰ ਥੋੜੀ ਜਿਹੀ ਹੈਲਪ ਕੀਤੀ ਜਾ ਸਕੇ। ਤਾਂ ਉਧਰੋਂ ਓਨਟਾਰੀਓ ਦੇ ਪ੍ਰੀਮੀਅਰ ਨੇ ਇਸ ਨੂੰ ਕਾਫੀ ਨਾਕਾਫੀ ਦੱਸਿਆ ਕਿ ਨਾਕਾਫੀ ਹੈ। ਤਰਨ ਜਿਹੜਾ ਪੈਸੇ ਵੀ ਅੱਜ ਅਨਾਉਂਸ ਕੀਤੇ ਟਰੂਡੋ ਸਾਹਿਬ ਨੇ, ਉਸ ਦੇ ਵਿੱਚ ਵੀ ਸ਼ਰਤਾਂ ਨੇ। ਜਿਹੜਾ ਪੈਸਾ ਪ੍ਰੋਵਿੰਸਸ ਨੂੰ ਦੇਣਾ ਉਹ ਸ਼ਰਤ ਦੇ ਉੱਤੇ ਆ ਵੀ ਜਿਹੜੀਆਂ ਚੀਜ਼ਾਂ ਨੂੰ ਫੈਡਰਲ ਗਵਰਨਮੈਂਟ ਕਹੇਗੀ ਉਹਨਾਂ ਦੇ ਉੱਤੇ ਉਹ ਪੈਸਾ ਖਰਚਿਆ ਜਾਵੇਗਾ। ਤੇ ਫਿਰ ਇਹ ਜਿਹੜਾ ਹੈ $14 ਬਿਲੀਅਨ ਟਰੂਡੋ ਜਿਹੜੇ ਫੋਰਡ ਸਾਹਿਬ ਨੇ ਸਾਡੇ ontario ਦੇ ਪ੍ਰੀਮੀਅਰ ਨੇ, ਉਹਨਾਂ ਨੇ ਕਿਹਾ ਇਹ ਪੈਸੇ ਇਨਫ ਨਹੀਂ ਹੈਗੇ। ਕਹਿੰਦੇ 23 ਬਿਲੀਅਨ ਸਾਨੂੰ ਚਾਹੀਦਾ। ਕਹਿੰਦਾ ਸਾਡੇ ਹੈਲਥ ਦੇ ਉੱਤੇ ਇੰਨਾ ਜ਼ਿਆਦਾ ਅਸਰ ਹੋਇਆ ਕਿ ਅਸੀਂ $23 ਬਿਲੀਅਨ ਘਾਟੇ ਦੇ ਵਿੱਚ ਜਾ ਰਹੇ ਹਾਂ ਜਸਟ ਬਿਕਾਜ਼ ਆਫ ਦਾ COVID-19 ਆਲ ਟੂਗੇਦਰ ਜਿਹੜਾ ਕੁਛ ਹੈਗਾ। ਤੇ ਕਹਿੰਦੇ 14 ਸਾਰਿਆਂ ਨੂੰ ਮਿਲਿਆ, ਉਹਦਾ ਤਾਂ ਕੋਈ ਫਾਇਦਾ ਹੀ ਹੈ ਨਹੀਂ, ਬਹੁਤ ਘੱਟ ਪੈਸੇ ਆ। ਔਰ ਜਿਹੜੀ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਕਹਿਤੀ ਹੈ, ਜਿਹੜੇ 10 ਦਿਨ ਪੇਡ ਲੀਵ ਦੀ ਗੱਲ ਚੱਲੀ ਹੋਈ ਹੈ ਜਿਹੜੀ ਸਾਡੀ ਫੈਡਰਲ ਗਵਰਨਮੈਂਟ ਕਹਿ ਰਹੀ ਹੈ, ਕਿਉਂਕਿ ਉਹ ਰਲ ਮਿਲ ਕੇ ਹੋਣਾ ਜੀ। ਉਹ ਇਕੱਲੇ ਫੈਡਰਲ ਗਵਰਨਮੈਂਟ ਨਹੀਂ ਕਰ ਸਕਦੀ, ਪ੍ਰੋਵਿੰਸਸ ਦੇ ਨਾਲ ਰਲ ਕੇ ਹੋਣੀ ਆ ਉਹ ਗੱਲ ਹੋਣੀ ਆ। ਉਸ ਚੀਜ਼ ਨੂੰ ਕੱਲਾ BC ਹੋਈ ਹੁਣ ਤੱਕ ਐਗਰੀ ਕਰ ਰਿਹਾ। ਬਾਕੀ ਦੇ ਜਿਹੜੇ ਪ੍ਰੋਵਿੰਸ ਆ ਉਹ ਫੁੱਲੀ ਐਗਰੀ ਨਹੀਂ ਹੋਏ ਹੈਗੇ ਆ, ਕਿਉਂਕਿ ਉਹ ਕਹਿੰਦੇ ਪ੍ਰੋਵਿੰਸ ਦੇ ਕੋਲੋਂ ਵੀ ਪੈਸੇ ਜਾਣੇ ਨੇ ਜੀ। ਬਾਕੀ ਜਿਹੜੇ ਬਿਜ਼ਨਸਮੈਨ ਆ ਉਹਨਾਂ ਕੋਲ ਵੀ ਪੈਸੇ ਜਾਣੇ। 10 ਦਿਨ ਦੀ ਛੁੱਟੀ ਜਾਣੀ ਆ, ਉਹ ਜਾਣੀ ਤਾਂ ਬਿਜ਼ਨਸਮੈਨ ਦੇ ਕੋਲੋਂ ਆ। ਉਹ ਜਦੋਂ ਉਹਦੇ ਕੋਲ ਜਾਣੀ ਆ ਤਾਂ ਉਹਨਾਂ ਨੇ ਰਿਬੇਟ ਸਰਕਾਰ ਤੋਂ ਮੰਗਣਾ। ਸਰਕਾਰਾਂ ਕਹਿੰਦੀਆਂ ਸਾਡੇ ਕੋਲ ਪੈਸੇ ਹੈ ਨਹੀਂਗੇ। ਫੈਡਰਲ ਸਰਕਾਰ ਹੈਗੀ ਆ ਉਹ ਇਹ ਨਵਾਂ ਰਿਬੇਟ ਦੇਣਾ ਚਾਹੁੰਦੀ ਆ। NDP ਵਾਸਤੇ ਬੜੀ ਵਧੀਆ ਗੱਲ ਹੈ। NDP ਕਹਿੰਦੀ ਅਸੀਂ ਲੇਬਰ ਦੇ ਹੱਕ 'ਚ ਕੰਮ ਕਰ ਰਹੇ ਹਾਂ। ਸੋ ਇਟਸ ਗੋਇੰ ਟੂ ਬੀ ਵੈਰੀ ਕੰਪਲੀਕੇਟਡ ਥਿੰਗ। ਜਦੋਂ ਟੇਬਲ ਤੇ ਬੈਠਣਗੇ ਦੇਖੋ ਕਿੱਥੇ ਜਾ ਕੇ ਗੱਲ ਬਣਦੀ। ਹੋ ਸਕਦਾ 10 ਦੀ ਗੱਲ ਨਾ ਰਹੇ, 10 ਦਿਨਾਂ ਤੋਂ ਘੱਟ ਦਿਨ ਹੋ ਜਾਣ। ਕੁਛ ਨਾ ਕੁਛ ਤੇ ਜ਼ਰੂਰ ਫੇਰ ਬਦਲ ਜ਼ਰੂਰ ਆਵੇਗਾ ਤਰਨ, ਜਿਹੜੇ ਹਿਸਾਬ 'ਚ ਜਿਹੜੇ ਪ੍ਰੀਮੀਅਰਸ ਦੀ ਗੱਲਬਾਤ ਤੋਂ ਲੱਗ ਰਿਹਾ ਸੀ। ਜੀ ਬਿਲਕੁਲ। ਤੇ ਨਾਲ ਹੀ ਮੈਂ ਆਪਣੀ ਟੈਕਨੀਕਲ ਟੀਮ ਨੂੰ ਇਹ ਗੁਜ਼ਾਰਿਸ਼ ਜ਼ਰੂਰ ਕਰਨਾ ਚਾਹੂੰਗੀ ਕਿ ਸਾਡੇ ਗੱਲਬਾਤ ਦੇ ਦੌਰਾਨ ਜਿਹੜਾ ਟਿਕਟਸ ਦਾ ਜਿਹੜਾ ਫਲਾਈਟਸ ਦਾ ਸਕੇਡਿਊਲ ਹੈ ਉਹ ਨਾਲ ਦੇ ਨਾਲ ਜ਼ਰੂਰ ਸ਼ੋ ਕਰਦੇ ਰਹਿਣ ਸੋ ਦੈਟ ਕਿ ਜਿਹੜੇ ਸਾਡੇ ਦਰਸ਼ਕ ਨੇ ਉਸ ਚੀਜ਼ ਨੂੰ ਨੋਟ ਕਰ ਲੈਣ ਕਿਸ ਦਿਨ ਦੀਆਂ ਇਹ ਫਲਾਈਟਸ ਹੋਣਗੀਆਂ, ਕਿਸ ਦਿਨ ਇਹ ਚੱਲਣਗੀਆਂ, ਟਾਈਮਿੰਗ ਕੀ ਹੋਏਗੀ, ਸੋ ਦੈਟ ਕਿ ਤੁਸੀਂ ਇਸ ਚੀਜ਼ ਨੂੰ ਨੋਟ ਕਰ ਲਓ। ਬਾਕੀ ਦੀ ਜਾਣਕਾਰੀ ਅਸੀਂ ਤੁਹਾਨੂੰ ਬਹੁਤ ਜਲਦੀ ਪ੍ਰੋਵਾਈਡ ਕਰਵਾਵਾਂਗੇ। ਅੱਜ ਅਸੀਂ ਇੰਡੀਅਨ ਕੌਂਸੂਲੇਟ ਅਪੂਰਵਾ ਸ਼੍ਰੀਵਾਸਤਵ ਨੂੰ ਆਪਣੇ ਨਾਲ ਜੋੜਨ ਜਾ ਰਹੇ ਹਾਂ। ਤੁਸੀਂ ਫਲਾਈਟਸ ਨੂੰ ਕਿਵੇਂ ਬੁੱਕ ਕਰ ਸਕਦੇ ਹੋ ਇਹ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ। ਨਾਲ ਦੀ ਨਾਲ ਤੁਸੀਂ ਪਹਿਲਾਂ ਸਕੇਡਿਊਲ ਜਿਹੜਾ ਆ ਉਹ ਜ਼ਰੂਰ ਦੇਖ ਲਿਓ, ਜ਼ਰੂਰ ਫਲਾਈਟਸ ਦਾ ਸਕੇਡਿਊਲ ਨੋਟ ਕਰ ਲਿਓ। ਸਰ ਅਗਲੀ ਖਬਰ ਦੀ ਅਸੀਂ ਗੱਲ ਕਰੀਏ ਤਾਂ ਜਿਵੇਂ ਅਸੀਂ ਕਿਹਾ ਕਿ ਇੱਥੇ ਬਿਲੀਅਨਸ ਆਫ ਡਾਲਰਸ ਦਾ ਅਨਾਉਂਸ ਕੀਤੇ ਜਾ ਰਹੇ ਨੇ, ਪਰ ਨੌਕਰੀਆਂ ਜਿਹੜੀਆਂ ਨੇ ਇਸ ਵਾਰੀ ਸਭ ਤੋਂ ਵੱਡੀ ਪਰਸੈਂਟੇਜ ਦੇ ਵਿੱਚ ਦੇਖਣ ਨੂੰ ਮਿਲੀਆਂ ਕਿ ਗਈਆਂ ਨੇ ਕੈਨੇਡੀਅਨਸ ਦੀਆਂ। ਇੰਨਾ ਜ਼ਿਆਦਾ ਅਨਇੰਪਲੋਇਮੈਂਟ ਰੇਸ਼ੋ ਪਹਿਲਾਂ ਕਦੇ ਨਹੀਂ ਹੋਇਆ, 13.5%। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਮਈ ਮੰਥ ਦੇ ਵਿੱਚ 2,90,000 ਨਵੀਆਂ ਨੌਕਰੀਆਂ ਸਿਰਜੀਆਂ ਗਈਆਂ ਨੇ। ਹਾਂ ਤਰਨ, ਇਹ ਦੋਨੇ ਪਾਸੇ ਦੇਖਣ ਵਾਲੀ ਗੱਲ ਆ। ਪਹਿਲੀ ਗੱਲ ਤਾਂ ਸਾਡੇ 13.8% ਹੈ ਸ਼ਾਇਦ, ਤੁਸੀਂ ਮੇਰੇ ਖਿਆਲ ਇਹ ਨੰਬਰ ਕਿਹਾ ਨਾ। ਜੇ ਆਪਾਂ ਕੰਪੈਰੀਜ਼ਨ ਸਾਊਥ ਵਿੱਚ ਕਰੀਏ ਤਾਂ ਅੱਜ ਦਾ ਜਿਹੜਾ ਉੱਥੋਂ ਦਾ ਨੰਬਰ ਆਇਆ 20% ਹੈ ਜੀ। ਉੱਥੇ ਅਨਇੰਪਲੋਇਮੈਂਟ 20% ਦੇ ਨੇੜੇ ਤੇ ਹੈਗੀ ਹੈ। ਸਾਡੀ 13.8 ਹੈ, ਸਾਡੀ 13.1 ਹੋਈ ਸੀ 1982 ਦੀ ਗੱਲ ਹੈ ਸ਼ਾਇਦ ਮੇਰੇ ਖਿਆਲ। ਉਸ ਤੋਂ ਬਾਅਦ ਅਸੀਂ ਇਸ ਤੇ ਗਏ ਹਾਂ। ਔਰ ਇਹ ਕਾਰਨ ਵੀ ਦੇਖੋ ਨਾ, COVID-19 ਕਰਕੇ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿਹੜੀਆਂ ਬੰਦ ਪਈਆਂ ਨੇ, ਲੋਕੀ ਕੰਮ ਤੇ ਨਹੀਂ ਜਾ ਰਹੇ, ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ ਨੇ, ਘਰੇ ਬੈਠੇ ਨੇ, ਤਾਂ 13% ਤੇ ਚਲੀ ਗਈ ਹੈ। ਪਰ ਤੁਸੀਂ ਇਹਦੇ ਨਾਲ ਜਿਹੜੀ ਪਿਛਲੇ ਮਹੀਨੇ ਦੇ ਵਿੱਚ ਜਿਹੜੀਆਂ 2 ਲੱਖ ਕੁਛ ਹਜ਼ਾਰ ਜੌਬਸ ਕ੍ਰੀਏਟ ਹੋਈਆਂ ਨੇ, ਇਹ ਇੱਕ ਪੋਜ਼ਿਟਿਵ ਸਾਈਨ ਹੈ। ਔਰ ਤੁਸੀਂ ਇੱਕ ਹੋਰ ਪਾਸੇ ਦੇਖੋ, ਜਿਹੜੀਆਂ ਬਹੁਤੀਆਂ ਜੌਬਸ ਤਰਨ ਕ੍ਰੀਏਟ ਹੋਈਆਂ ਨੇ ਨਾ, ਇਹ ਕ੍ਰੀਏਟ ontario 'ਚ ਨਹੀਂ ਹੋਈਆਂ।
ਓਕੇ, ਇਹ ਅੰਟਾਰੀਓ ਤੋਂ ਬਾਹਰ ਹੋਈਆਂ ਨੇ। ਅੰਟਾਰੀਓ ਤੁਸੀਂ ਇਮੇਜਿਨ ਕਰੋ, ਅੰਟਾਰੀਓ ਤੇ ਹਲੇ ਵੀ ਕੋਵਿਡ ਦਾ ਅਸਰ ਜ਼ਿਆਦੇ ਆ, ਪ੍ਰਕੋਪ ਇਹ ਤੇ ਜ਼ਿਆਦਾ ਹੈਗਾ, ਇਸ ਕਰਕੇ ਜੌਬਸ ਹਲੇ ਤੇ ਖੁੱਲੀਆਂ ਨਹੀਂ ਹੈਗੀਆਂ। ਜਿਸ ਦਿਨ ਅੰਟਾਰੀਓ ਫੁੱਲ ਫਲੈਜ ਚੱਲਣ ਲੱਗ ਪਿਆ, ਮੇਰਾ ਨਹੀਂ ਖਿਆਲ ਹੈ ਕਿ ਅਸੀਂ ਇਸ ਹਾਲਾਤ ਦੇ ਵਿੱਚ ਰਹਾਂਗੇ। ਸਾਡੀ ਜਿਹੜੀ ਇੰਪਲੋਇਮੈਂਟ ਰੇਟ ਆ ਉਹ ਜਿਹਨੂੰ ਕਹਿੰਦੇ ਸਿੰਗਲ ਡਿਜਿਟ ਮੀਨ 10 ਤੋਂ ਥੱਲੇ ਜ਼ਰੂਰ ਆਉਣੀ ਚਾਹੀਦੀ ਆ, ਔਰ ਆਏਗੀ ਵੀ। ਹਜੇ ਤਾਂ ਅੰਟਾਰੀਓ ਦੇ ਨੰਬਰ ਆਉਣ ਨਹੀਂ ਲੱਗੇ। ਜਿੱਦਣ ਅੰਟਾਰੀਓ ਖੁੱਲ ਗਿਆ ਉਦੋਂ ਜਿਹੜੀ ਸਾਡੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਫਰਕ ਪਏਗਾ। ਜੀ ਬਿਲਕੁਲ ਸਰ, ਅੱਜ ਅਸੀਂ ਗੱਲ ਕਰ ਰਹੇ ਹਾਂ, ਜਿਵੇਂ ਕੈਨੇਡਾ ਦੀ ਗੱਲ ਕਰੀਏ, ਹੌਲੀ ਹੌਲੀ ਕਾਫੀ ਕੁਝ ਰੀਓਪਨ ਹੋਣ ਦੀਆਂ ਗੱਲਾਂ ਹੋ ਰਹੀਆਂ ਨੇ। ਅਸੀਂ ਓਨਟਾਰੀਓ ਦੀ ਪਿਛਲੀ ਵਾਰੀ ਗੱਲਬਾਤ ਕੀਤੀ ਸੀ ਕਿ ਨੈਕਸਟ ਵੀਕ ਤੱਕ ਪਤਾ ਲੱਗ ਜਾਏਗਾ ਸੈਕੰਡ ਫੇਸ ਵਿੱਚ ਹੋਰ ਕੀ ਬਿਜ਼ਨੈਸਸ ਓਪਨ ਹੋਣ ਜਾ ਰਹੇ ਨੇ। ਸੋ ਕਾਫੀ ਲੰਬੇ ਅਰਸੇ ਤੋਂ ਕਈ ਲੋਕੀ ਵੇਟ ਕਰ ਰਹੇ ਸੀ ਸਿਟੀਜ਼ਨਸ਼ਿਪ ਸੈਰੇਮਨੀਜ਼ ਨੂੰ ਲੈ ਕੇ। ਉਹਦਾ ਵੀ ਸੁਣਨ ਵਿੱਚ ਆ ਰਿਹਾ ਕਿ ਬਹੁਤ ਜਲਦੀ ਆਨਲਾਈਨ ਸਿਟੀਜ਼ਨਸ਼ਿਪ ਸੈਰੇਮਨੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਹਾਂ ਤਰਨ, ਮੈਂ ਥੋੜਾ ਜਿਹਾ ਕਈਆਂ ਨੂੰ ਕਈ ਵਾਰੀ ਭੁਲੇਖਾ ਲੱਗ ਜਾਂਦਾ। ਸਿਟੀਜ਼ਨਸ਼ਿਪ ਜਿਹੜੀ ਓਥ ਸੈਰੇਮਨੀ ਹੈ ਤੇ ਸਿਟੀਜ਼ਨਸ਼ਿਪ ਦਾ ਜਿਹੜਾ ਟੈਸਟ ਹੈ, ਦੋ ਵੱਖਰੀਆਂ ਗੱਲਾਂ ਨੇ। ਜਿਹੜੀ ਹਜੇ ਮੈਸੇਜ ਆਇਆ ਕੱਲਾ ਸੈਰੇਮਨੀ ਦਾ ਆਇਆ, ਟੈਸਟ ਦਾ ਨਹੀਂ ਆਇਆ। ਜਿਹੜੀ ਸੈਰੇਮਨੀ ਹੈ ਉਹ ਆਨਲਾਈਨ ਸਰਕਾਰ ਨੇ ਸ਼ੁਰੂ ਕਰਤੀ ਹੈ ਜੀ। ਕਹਿੰਦੇ ਅਸੀਂ ਆਨਲਾਈਨ ਬੜੀ ਛੇਤੀ, ਹਜੇ ਸ਼ੁਰੂ ਨਹੀਂ ਹੋਈ, ਬੜੀ ਛੇਤੀ ਸ਼ੁਰੂ ਹੋ ਰਹੀ ਹੈ। ਤੇ ਜਿਹਨਾਂ ਲੋਕਾਂ ਦੀਆਂ ਪਹਿਲਾਂ ਕੈਂਸਲ ਵੀ ਹੋ ਗਈਆਂ ਸੀਗੀਆਂ, ਕੋਈ ਫਰਕ ਨਹੀਂ ਹੈ, ਉਹਨਾਂ ਨੂੰ ਦੁਬਾਰੇ ਇਨਫੋਰਮ ਕਰਿਆ ਜਾਵੇਗਾ। ਔਰ ਇੱਕ ਖਾਸ ਗੱਲ ਹੋਰ, ਫੈਡਰਲ ਜਿਹੜੀ ਲਿਬਰਲਸ ਨੇ, ਇਹਨਾਂ ਨੇ ਆਪਦੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀਗਾ ਕਿ ਜਿਹੜੀ ਸਿਟੀਜ਼ਨਸ਼ਿਪ ਵਾਸਤੇ ਫੀ ਹੈ ਅਬਾਊਟ $500 ਸਮਥਿੰਗ ਆ, ਇੱਕ $100 ਹੋਰ ਹੈ, ਤੇ ਜਿਹੜੀ ਦੋ ਟਾਈਪ ਦੀਆਂ ਫੀਸ ਆਉਂਦੀਆਂ ਨੇ ਉਹ ਇਹਨਾਂ ਨੇ ਮਾਫ ਕਰਨ ਦਾ ਵਾਅਦਾ ਕੀਤਾ। ਅਜੇ ਮਾਫ ਨਹੀਂ ਹੋਈਆਂ, ਪਰ ਅੱਜ ਉਹਨਾਂ ਨੇ ਵਾਅਦਾ ਫੇਰ ਦੁਹਰਾਇਆ ਕਿ ਜਿਹੜੀਆਂ ਸਿਟੀਜ਼ਨਸ਼ਿਪ ਦੇ ਸੰਬੰਧਿਤ ਫੀਸ ਹੈਗੀ ਆ ਉਹ ਅਸੀਂ ਉਹਨੂੰ ਮਾਫ ਜ਼ਰੂਰ ਕਰਾਂਗੇ, ਪਰ ਹਜੇ ਤੱਕ ਹੋਈ ਨਹੀਂ ਹੈ ਜੀ। ਬਿਲਕੁਲ, ਉੱਥੇ ਹੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਇਟਲੀ ਤੋਂ ਵੀ ਇੱਕ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਇਟਲੀ ਇਮੀਗ੍ਰੇਸ਼ਨ ਵੀ ਖੁੱਲ ਗਈ ਹੈ, ਪਰ ਜਿਹੜਾ ਸਰ ਆਰਜ਼ੀ ਕੰਮ ਨੇ ਜਿਹੜੇ ਉੱਥੇ ਪਹੁੰਚੇ ਹੋਏ ਨੇ ਉਹਨਾਂ ਲਈ ਇਹਨਾਂ ਨੇ ਸ਼ਰਤਾਂ ਥੋੜੀਆਂ ਜਿਹੀਆਂ ਔਖੀਆਂ ਕਰ ਦਿੱਤੀਆਂ ਨੇ। ਸੋ ਜੀ ਬਿਲਕੁਲ ਸਰ, ਕਿਉਂਕਿ ਆਪਾਂ ਪਹਿਲਾਂ ਵੀ ਕਹਿ ਰਹੇ ਸੀ ਵੀ ਜਦੋਂ ਸ਼ਾਇਦ ਇਹ ਸਿਟੀਜ਼ਨਸ਼ਿਪ ਦੇ ਹੁਣ ਅਲੱਗ-ਅਲੱਗ ਕੰਟਰੀਜ਼ ਖੋਲਣਗੀਆਂ, ਖਾਸ ਤੌਰ ਤੇ ਆ ਟੂਰਿਜ਼ਮ ਨਾਲ ਰਿਲੇਟਡ ਕੰਟਰੀਜ਼, ਇਹ ਸ਼ਾਇਦ ਸ਼ਰਤਾਂ ਸੌਖੀਆਂ ਕਰਨਗੀਆਂ। ਪਰ ਇੱਥੇ ਥੋੜਾ ਜਿਹਾ ਉਲਟਾ ਹੋ ਰਿਹਾ ਕਿ ਇਸ ਵਾਰੀ ਜਿਹੜੇ ਆਰਜ਼ੀ ਕੰਮ ਨੇ ਉਹਨਾਂ ਲਈ ਅਰਜ਼ੀਆਂ ਜਿਹੜੀਆਂ ਨੇ ਸਖਤ ਕਰ ਦਿੱਤੀਆਂ ਗਈਆਂ ਨੇ ਦੇਣੀਆਂ। ਤਰਨ, ਇਹ ਬਹੁਤ ਮੁਸ਼ਕਲ ਹੈ, ਕਿਉਂਕਿ ਤੁਸੀਂ ਉਹ ਦੇਖੋ, ਜਦੋਂ ਕੰਟਰੀ ਦਾ ਆਪਦਾ ਹੀ ਨਹੀਂ ਸਰਦਾ, ਆਪਦੇ ਲੋਕ ਵਿਹਲੇ ਬੈਠੇ ਆ, ਫਿਰ ਉਹਨਾਂ ਨੂੰ ਬਾਹਰੋਂ ਮੰਗਾਉਣ ਦੀ ਬਹੁਤੀ ਜ਼ਰੂਰਤ ਰਹਿ ਨਹੀਂ ਜਾਂਦੀ। ਬਿਲਕੁਲ, ਜਿਹੜੇ ਹਿਸਾਬ 'ਚ ਆਪਾਂ ਕੱਲ੍ਹ ਆਸਟ੍ਰੇਲੀਆ ਦੀ ਗੱਲ ਕੀਤੀ ਸੀਗੀ, ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਕੱਲ੍ਹ ਜਿਹੜੀ ਨਵੀਂ ਸਟੱਡੀ ਆਈ ਹੈ ਉਹ 'ਚ ਇਮੀਗ੍ਰੈਂਟਸ ਨੇ ਤਕਰੀਬਨ 20% ਜਿਹੜੇ ਕੈਨੇਡਾ ਇੰਡੀਆ 'ਚੋਂ ਗਏ ਹੋਏ ਨੇ ਉੱਥੇ, ਉਹਨਾਂ ਨੇ ਕੰਟਰੀਬਿਊਸ਼ਨ ਕੀਤੀ ਉੱਥੋਂ ਦੇ ਟੈਕਸ ਦੇ ਵਿੱਚ। ਪਰ ਹੁਣ ਜੇ ਥੱਲੇ ਸਾਡੇ ਇੱਥੇ ਕੰਮ ਹੈਗਾ ਤੇ ਸਾਡੇ ਆਪਦੇ ਬੱਚੇ ਵਿਹਲੇ ਬੈਠੇ ਆ, ਸਾਡੇ ਆਪਦੇ ਬੰਦੇ ਵਿਹਲੇ ਬੈਠੇ ਨੇ, ਤਾਂ ਉਸ ਦੇ ਹਿਸਾਬ ਦੇ ਵਿੱਚ ਬਾਹਰੋਂ ਇਮੀਗ੍ਰੇਸ਼ਨ ਮੰਗਾਉਣੀ ਬੜੀ ਮੁਸ਼ਕਲ ਹੋ ਜਾਂਦੀ ਹੈ, ਕਿਉਂਕਿ ਸਰਕਾਰ ਨੂੰ ਫਿਰ ਉਹ ਸਾਹਮਣੇ ਪੈਣੇ ਆ ਕਿਸੇ ਨਾ ਕਿਸੇ ਹਿਸਾਬ। ਜਿਹੜਾ ਆ ਗਿਆ ਉਹ ਅਗਲੇ ਨੇ ਕੰਮ ਮੰਗਣਾ, ਉਹਨੇ ਕੰਮ ਮੰਗਣਾ, ਸਰਕਾਰ ਦੇ ਗੱਲ ਪੈਣਾ। ਸਰਕਾਰ ਦੇ ਗੱਲ ਤਾਂ ਪਹਿਲਾਂ ਹੀ ਪੈਣ ਲੱਗੇ ਹੋਏ ਜਿਹੜੇ ਘਰੇ ਖਾਲੀ ਬੈਠੇ ਆ, ਜਿਹੜੇ ਬਿਨਾਂ ਕੰਮਾਂ ਕਾਰਾਂ ਤੋਂ ਬੈਠੇ ਆ। ਔਰ ਮੇਰਾ ਖਿਆਲ ਹੈ ਓਵਰਆਲ ਜੇ ਦੁਨੀਆ 'ਚ ਆਪਾਂ ਦੇਖੀਏ, ਸ਼ਾਇਦ ਇੱਕਾ ਦੁੱਕਾ ਕੰਟਰੀਆਂ ਨੂੰ ਸਰਟਨ ਟਾਈਪ ਆਫ ਇਮੀਗ੍ਰੇਸ਼ਨ ਜਿਹਦੇ 'ਚ ਕੋਈ ਸਰਟਨ ਟ੍ਰੇਡ ਸਕਿੱਲ ਹੈਗਾ, ਕੋਈ ਐਸਾ ਹੋਏਗਾ, ਅਜਿਹੀਆਂ ਇਮੀਗ੍ਰੇਸ਼ਨ ਦੀਆਂ ਟਾਈਪਸ ਵਧਣਗੀਆਂ। ਪਰ ਬਾਕੀ ਜਿਹੜੀ ਹੈਗੀ ਆ ਨਾਰਮਲ ਜਿਹੜੀ ਇਮੀਗ੍ਰੇਸ਼ਨ ਹੈਗੀ ਆ, ਮੈਨੂੰ ਲੱਗਦਾ ਓਵਰਆਲ ਦੁਨੀਆ ਦੇ ਵਿੱਚ ਇਹ ਘਟ ਜਾਵੇਗੀ। ਜੀ ਬਿਲਕੁਲ, ਦੱਸ ਦਈਏ ਕਿ ਖਾਸ ਤੌਰ ਤੇ ਜਿਹੜੇ ਆਰਜ਼ੀ ਕੰਮ ਨੇ, ਕੱਚੇ ਕੰਮ ਨੇ, ਉਹਨਾਂ ਲਈ ਹੈ ਕਿ ਸਰਕਾਰ ਵੱਲੋਂ ਸ਼ਰਤਾਂ ਵਿੱਚ ਪੇਪਰ ਭਰਨ ਵਾਲੇ ਮਾਲਕਾਂ ਦੀ ਸਾਲਾਨਾ ਆਮਦਨ ਟੈਕਸ ਆ ਜਿਹੜਾ ਉਹ €30,000 ਤੇ ਪਰਿਵਾਰ ਵਾਲਿਆਂ ਦੀ €27,000 ਤੇ ਇਕੱਲੇ ਦੀ €20,000 ਤੱਕ ਜਿਹੜੀ ਆ ਉਹ ਜ਼ਰੂਰੀ ਕਰ ਦਿੱਤੀ ਗਈ ਹੈ। ਸੋ ਬਾਕੀ ਇਹਦੇ ਬਾਰੇ ਅਸੀਂ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ। ਸਰ, ਇਸ ਤੋਂ ਬਾਅਦ ਗੱਲ ਕਰੀਏ ਅਸੀਂ ਪੀ ਰਿਲੀਜਨ ਦੀ। ਕਿਹਾ ਜਾ ਰਿਹਾ ਕਿ ਕਿਉਂਕਿ ਜਿਸ ਪ੍ਰਕਾਰ ਨਾਲ ਪੁਲਿਸ ਵਾਲਿਆਂ ਦੀ ਧੱਕੇਸ਼ਾਹੀ ਸਾਹਮਣੇ ਆ ਰਹੀ ਸੀ, ਇੱਥੇ ਕੈਨੇਡਾ ਵਿੱਚ ਵੀ ਕੁਝ ਜਿਹੜੇ ਵੀਡੀਓਜ਼ ਦੇਖਣ ਨੂੰ ਮਿਲੇ ਸੀ ਕਿ ਹੁਣ ਪੀ ਰਿਲੀਜਨ ਦੇ ਵਿੱਚ ਸੋਚਿਆ ਜਾ ਰਿਹਾ ਕਿ ਪੁਲਿਸ ਵਾਲਿਆਂ ਦੇ ਬੋਡੀ ਕੈਮਰਾਸ ਜਿਹੜੇ ਆ ਉਹ ਪਵਾਏ ਜਾਣ। ਤਰਨ, ਅੱਜ ਸਵੇਰ ਦੀ ਗੱਲ ਹੈਗੀ ਆ, ਸਵੇਰੇ ਬਿਆਨ ਆਇਆ ਸੀਗਾ ਅੱਜ ਜਿਹੜੇ ਸਾਡੇ ਪੈਟਰਿਕ ਬਰਾਊਨ ਸਾਹਿਬ ਨੇ ਬਰੈਂਪਟਨ ਦੇ ਮੇਅਰ, ਤੇ ਜਿਹੜੇ ਬੌਨੀ ਕਰੋਂਬੀ ਨੇ ਮਿਸਿਸਾਗਾ ਦੇ ਮੇਅਰ, ਇਹਨਾਂ ਦੋਨਾਂ ਮੇਅਰਸ ਦੋਨੇ ਪੀਲ ਦੇ ਵਿੱਚ ਆਉਂਦੇ ਆ। ਅਸੀਂ ਦੋਨਾਂ ਦੀ ਇਹਨਾਂ ਦੇ ਹਮਾਇਤ ਕੀਤੀ ਸੀ ਕਿ ਪੁਲਿਸ ਦੇ ਉੱਤੇ ਬੋਡੀ ਕੈਮਰਾਸ ਹੋਣੇ ਚਾਹੀਦੇ ਆ। ਅੱਛਾ, ਉਹਦਾ ਅਸਰ ਇੰਨੀ ਛੇਤੀ ਹੋਇਆ ਕਿ ਜਿਹੜੀ ਪੁਲਿਸ ਹੈ ਉਹਨੇ ਆਲਰੇਡੀ ਸਟੇਟਮੈਂਟ ਆ ਗਈ ਹੈ ਜੀ, ਉਹਨਾਂ ਦੀ 11:55 ਤੇ ਆ ਗਈ ਸੀ ਸਟੇਟਮੈਂਟ ਕਿ ਉਹ ਇਸ ਪਾਸੇ ਵੱਲ ਦੇਖ ਰਹੇ ਨੇ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਪੁਲਿਸ ਹੈ ਉਹਦੇ ਉੱਤੇ ਬੋਡੀ ਕੈਮਰੇਜ਼ ਲਾਏ ਜਾਣ। ਬਿਲਕੁਲ ਜੀ, ਆਪਾਂ ਪਹਿਲਾਂ ਖਬਰ ਕਾਲਰ ਲੈ ਲਈਏ, ਉਹਨਾਂ ਦੀ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਬ੍ਰੈਂਪਟਨ ਤੋਂ ਬੋਲ ਰਹੇ ਹਾਂ। ਮੇਰੇ ਮੰਮੀ ਡੈਡੀ ਨੇ ਇੰਡੀਆ ਤੋਂ ਆਉਣਾ, ਸਿਟੀਜ਼ਨ ਆ ਜੀ। ਬੁਕਿੰਗ ਕਰਦੇ ਸੀ, ਹੋ ਨਹੀਂ ਰਹੀ।
ਜੀ ਮੈਮ ਅਸੀਂ ਬਹੁਤ ਹੀ ਜਲਦੀ ਇੰਡੀਅਨ ਕੌਂਸੂਲੇਟ ਨੂੰ ਆਪਣੇ ਨਾਲ ਜੋੜ ਰਹੇ ਹਾਂ ਤੇ ਉਹਨਾਂ ਤੋਂ ਸਾਰੀ ਜਾਣਕਾਰੀ ਲਵਾਂਗੇ ਕਿ ਜਿਹੜੇ ਵੀ ਇਸ ਵਕਤ ਇੰਡੀਅਨ ਸਟਕ ਹੈਗੇ ਉਹ ਕਿਵੇਂ ਜਾ ਸਕਦੇ ਨੇ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉੱਥੋਂ ਆਉਣ ਵਾਲਿਆਂ ਦੀ ਉਹਦੇ ਬਾਰੇ ਵਿੱਚ ਵੀ ਬਹੁਤ ਜਲਦੀ ਅਸੀਂ ਤੁਹਾਨੂੰ ਜਾਣਕਾਰੀ ਉਪਲਬਧ ਕਰਵਾਵਾਂਗੇ। ਤੁਸੀਂ ਸ਼ੋਅ ਦੇ ਨਾਲ ਜੁੜੇ ਰਹੋ, ਤੁਹਾਨੂੰ ਇਹਦੇ ਵਿੱਚ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ। ਥੈਂਕ ਯੂ ਸੋ ਮੱਚ ਜੀ ਕਾਲ ਕਰਨ ਦੇ ਲਈ। ਤਰਨ ਜਿਹੜੇ ਬਾਡੀ ਕੈਮਰਾਸ ਦੀ ਗੱਲ ਸੀਗੀ ਉਹ ਜਿਹੜੇ ਬਹੁਤ ਜਿਹੜੀਆਂ ਪੁਲਿਸ ਫੋਰਸਸ ਨੇ ਉਹ ਬਾਡੀ ਕੈਮਰਾਸ ਵਰਤਦੀਆਂ ਨੇ। ਕਈ ਥਾਵਾਂ ਤੇ 100% ਪੁਲਿਸ ਨਹੀਂ ਵਰਤਦੀ, ਕੁਝ ਜਿਹੜੇ ਪੁਲਿਸ ਅਫਸਰ ਦਾ ਉਹ ਬਾਡੀ ਕੈਮਰਾਸ ਵਰਤਦੇ ਨੇ ਔਰ ਉਹਦਾ ਵੀ ਕੋਈ ਟਾਈਮ ਹੁੰਦਾ ਜੀ ਆਨ ਕਰਨ ਦਾ, ਆਫ ਕਰਨ ਦਾ। ਸਰਟਨ ਟਾਈਮ ਤੇ ਕਿ ਐਸੀ ਗੱਲ ਹੁੰਦੀ ਹੈ ਕੋਈ ਕੇਸ ਹੋਇਆ ਹੁੰਦਾ ਤਾਂ ਪੁਲਿਸ ਵਾਲੇ ਕਹਿੰਦੇ ਅਸੀਂ ਆਨ ਨਹੀਂ ਕੀਤਾ ਕੈਮਰਾ। ਸੋ ਇਹਦੇ ਵੀ ਬੜੀ ਪ੍ਰੋਬਲਮ ਆਉਂਦੀ ਹੈ। ਪਰ ਜੇ ਦੂਸਰੇ ਪਾਸੇ ਸੋਚਿਆ ਜਾਵੇ ਜੋ ਕੁਝ ਮਿਨੀਐਪੋਲਿਸ ਦੇ ਵਿੱਚ ਹੋਇਆ ਉਹ ਚਾਰੇ ਪੁਲਿਸ ਅਫਸਰ ਤੇ ਬਾਡੀ ਕੈਮਰਾ ਸੀਗਾ ਜੀ। ਉਹ ਠੀਕ ਆ, ਹੁਣ ਉਹਨਾਂ ਦੀ ਰਿਕਾਰਡਿੰਗ ਆ ਰਹੀ ਆ, ਪਰ ਕਈ ਥਾਵਾਂ ਤੇ ਰਿਕਾਰਡਿੰਗ ਆਉਣ ਦੇ ਬਾਵਜੂਦ ਵੀ ਹਾਲਾਤ ਇਕੱਲੇ ਜਿੰਨੀ ਇੱਕ ਵੀਡੀਓ ਬਾਹਰ ਆਉਂਦੀ ਹੈ ਤਾਂ ਉਹ ਤੇ ਕੋਈ ਫੈਸਲਾ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਹਾਂ, ਇੱਕ ਗੱਲ ਜ਼ਰੂਰ ਆ, ਪੁਲਿਸ ਅਫਸਰ ਵਾਸਤੇ ਵੀ ਇਹ ਡਿਸਟਰੈਕਸ਼ਨ ਹੋ ਜਾਂਦੀ ਹੈ ਕਿ ਉਹ ਕਿਸੇ ਜਗ੍ਹਾ ਤੇ ਜ਼ਿਆਦਾ ਧੱਕਾ ਨਹੀਂ ਕਰਦਾ ਕਿ ਉਹਨੂੰ ਪਤਾ ਕਿ ਉਹਦਾ ਬਾਡੀ ਤੇ ਕੈਮਰਾ ਜਿਹੜਾ ਲੱਗਿਆ ਹੋਇਆ ਇਹ ਛਾਤੀ ਕੋਲੇ ਲੱਗਿਆ ਹੁੰਦਾ ਜੀ। ਜਿਹੜਾ ਬਾਡੀ ਦੇ ਉੱਤੇ ਕੈਮਰਾ ਲੱਗਿਆ ਹੈ ਉਹ ਸਾਰੀ ਰਿਕਾਰਡਿੰਗ ਹੋ ਰਹੀ ਹੈ, ਸਾਰੀ ਗੱਲਬਾਤ ਰਿਕਾਰਡ ਹੋ ਰਹੀ ਹੈ। ਸੋ ਇਹ ਇੱਕ ਤਰ੍ਹਾਂ ਦੀ ਡਿਸਟਰੈਕਸ਼ਨ ਜ਼ਰੂਰ ਹੈ ਕਿ ਕਿਸੇ ਜਗ੍ਹਾ ਤੇ ਪੁਲਿਸ ਧੱਕਾ ਕਰਨੋਂ ਜ਼ਰੂਰ ਅਵੋਇਡ ਕਰਦੀ ਹੈ ਇਸ ਕੰਮ। ਪ੍ਰੋਟੈਸਟ ਦੀ ਗੱਲ ਕਰੀਏ ਤਾਂ ਪ੍ਰੋਟੈਸਟ ਦੇ ਦੌਰਾਨ ਥਾਵਾਂ ਤੇ ਪ੍ਰੋਟੈਸਟ ਹੋ ਰਹੇ ਨੇ। ਇਸ ਵਾਰ ਜਿਹੜਾ ਇੱਕ ਹੋਰ ਪ੍ਰੋਟੈਸਟ ਆਇਆ ਸੀ ਜਿਹਦੇ ਵਿੱਚ ਬਫਲੋ ਦੀ ਇਹ ਘਟਨਾ ਹੈਗੀ ਹੈ। ਇੱਕ 75 ਸਾਲ ਦੇ ਬਜ਼ੁਰਗ ਵਿਅਕਤੀ ਨੂੰ ਪੁਲਿਸ ਵਾਲੇ ਨੇ ਬੜੀ ਜ਼ਬਰਦਸਤ ਧੱਕਾ ਮਾਰਿਆ ਜਿਹਦੇ ਕਰਕੇ ਉਹਦਾ ਸਿਰ ਜ਼ਮੀਨ 'ਚ ਲੱਗਦਾ ਹੈ ਤੇ ਸਿਰ 'ਚੋਂ ਖੂਨ ਨਿਕਲਣ ਲੱਗ ਜਾਂਦਾ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪੁਲਿਸ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸਰ ਕਿਵੇਂ ਦੇਖਦੇ ਹੋ, ਪੁਲਿਸ ਵਾਲਿਆਂ ਦੀ ਆਲਰੇਡੀ ਇਮੇਜ ਜਿਹੜੀ ਆ ਡਾਊਨ ਹੋ ਰਹੀ ਹੈ, ਉਤੋਂ ਦੀ ਅਜਿਹੇ ਕਾਰਨਾਮੇ ਹੋਰ ਸਾਹਮਣੇ ਆ ਰਹੇ ਨੇ? ਬਿਲਕੁਲ ਜੀ। ਔਰ ਪਹਿਲਾ ਜਿਹੜਾ ਬਿਆਨ ਆਇਆ ਸੀ ਪੁਲਿਸ ਡਿਪਾਰਟਮੈਂਟ ਦਾ ਉਹ ਇਉਂ ਸੀਗਾ ਕਿ ਉਹ ਜਿਹੜਾ ਬਜ਼ੁਰਗ ਹੈਗਾ ਉਹ ਡਿੱਗ ਪਿਆ। ਜਦੋਂ ਵੀਡੀਓ ਵਾਇਰਲ ਹੋਈ ਆ ਫਿਰ ਉਹਨਾਂ ਨੂੰ ਇਹ ਐਕਸੈਪਟ ਕਰਨਾ ਪਿਆ ਔਰ ਜਿਹੜੇ ਦੋ ਪੁਲਿਸ ਅਫਸਰ ਹੈਗੇ ਆ ਉਹਨਾਂ ਨੂੰ ਉਹ ਬਿਨਾਂ ਤਨਖਾਹ ਤੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਘਟਨਾ ਇਸ ਤਰ੍ਹਾਂ ਹੋਈ ਹੈ, ਜੋ ਕੁਝ ਵੀਡੀਓ ਦੇ ਵਿੱਚ ਆ ਰਿਹਾ ਕਿ ਉਹ ਬਜ਼ੁਰਗ ਹੈ ਉਹ ਪੁਲਿਸ ਵਾਲਿਆਂ ਦੇ ਮੂਹਰੇ ਆਉਂਦਾ, ਜਿਹੜੇ ਪੁਲਿਸ ਵਾਲਾ ਜਿਹਨੇ ਉਹਨੂੰ ਉਹ ਧੱਕਾ ਦਿੰਦਾ ਉਹ ਥੱਲੇ ਜਾ ਡਿੱਗਦਾ ਤੇ ਉਹਦੇ ਸਿਰ ਚੋਂ ਖੂਨ ਵੀ ਵਗ ਰਿਹਾ ਤੇ ਉਹਨੂੰ ਪੁਲਿਸ ਵਾਲੇ ਖੜਦੇ ਹੀ ਨਹੀਂ ਹੈ। ਤੁਸੀਂ ਇਹ ਵੀ ਦੇਖੋ ਵੀ ਬੰਦਾ ਡਿੱਗ ਪਿਆ, ਉਹਨੂੰ ਖੂਨ ਨਿਕਲਿਆ, ਪੁਲਿਸ ਵਾਲੇ ਖੜਦੇ ਨੇ, ਉਹ ਵੀ ਤੁਰੇ ਜਾ ਰਿਹਾ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਔਰ ਹੋਰ ਗੱਲ ਦੱਸਾਂ, ਇਹ ਪੁਲਿਸ ਦੀ ਬਰੂਟੈਲਿਟੀ ਹੋਈ ਹੈ, ਰੰਗ ਦਾ ਭੇਦ ਕੋਈ ਨਹੀਂ ਹੈ। ਜਿਹੜਾ ਇਹ ਬਜ਼ੁਰਗ ਸੀਗਾ ਜੀ ਇਹਦੀ ਸਕਿਨ ਦਾ ਕਲਰ ਵਾਈਟ ਹੈ, ਇਹ ਬਲੈਕ ਨਹੀਂ ਸੀਗਾ। ਪਰ ਜਿਹੜੀ ਉਹਦੀ ਸੱਟਾਂ ਵੱਜੀਆਂ ਨੇ ਜੀ ਜ਼ਰੂਰ ਇਹ ਉਹਨਾਂ ਨੂੰ ਖਮਿਆਜਾ ਭੁਗਤਣਾ ਪੈ ਗਿਆ ਜੀ। ਜਿਹੜੇ ਦੋ ਆਲਰੇਡੀ ਉਹਨਾਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ ਮਿਲ ਗਈ ਹੈ ਤੇ ਅੱਗੇ ਜਿਹੜਾ ਕੁਛ ਹੋਣਾ ਉਹਨਾਂ ਨਾਲ ਇਹ ਤਾਂ ਕੋਰਟਾਂ ਫੈਸਲਾ ਕਰਨਗੀਆਂ ਜੀ। ਬਿਲਕੁਲ ਸਰ, ਅਮਰੀਕਾ ਦੀ ਗੱਲ ਕਰ ਰਹੇ ਹਾਂ, ਕਹਿੰਦੇ ਲਾਸ ਵੇਗਸ ਦੇ ਵਿੱਚ ਹੁਣ 23 ਕੈਸੀਨੋ ਜਿਹੜੇ ਨੇ ਓਪਨ ਕਰ ਦਿੱਤੇ ਗਏ ਨੇ। ਬਿਲਕੁਲ ਜੀ, 23 ਕੈਸੀਨੋ ਓਪਨ ਕਰ ਦਿੱਤੇ ਗਏ ਨੇ ਜੀ। ਉਹ ਸਭ ਨੇ ਇਹ ਵਾਅਦਾ ਕੀਤਾ ਬਈ ਅਸੀਂ ਖਿਆਲ ਰੱਖਾਂਗੇ, ਜਿਹੜੀ ਸੋਸ਼ਲ ਡਿਸਟੈਂਸਿੰਗ ਹੈਗੀ ਆ ਉੱਥੇ ਸਾਫ਼ ਸਫਾਈ ਆ ਬਹੁਤ ਹੋਏਗਾ। ਜਿੰਨੇ ਕੈਸੀਨੋਜ਼ ਹੈਗੇ ਨੇ ਖੁੱਲੇ ਆ ਉਹਨਾਂ ਦੇ ਵਿੱਚ ਜਿਹੜੇ ਉੱਥੇ EMPLOYEES ਕੰਮ ਕਰਦੇ ਆ ਤੇ ਜਿਹੜੇ ਪੈਟਰਨਸ ਜਾਂਦੇ ਆ ਉਹਨਾਂ ਦੇ ਵਿਚਾਲੇ ਸ਼ੀਲਡਸ ਲਾਈਆਂ ਹੋਈਆਂ ਨੇ ਪਲਾਸਟਿਕ ਦੀਆਂ। ਪਰ ਕੋਈ ਬਹੁਤਾ ਖਿਆਲ ਨਹੀਂ ਜੀ ਕਰ ਰਿਹਾ। ਇੱਕ ਤਾਂ ਖਾਸ ਕਰਕੇ ਇੱਕ ਕਸੀਨੋ ਮੇਰੇ ਖਿਆਲ ਡੀ ਕਸੀਨੋ ਹੈ ਸ਼ਾਇਦ, ਉਹਦੇ ਵਿੱਚ ਤਾਂ ਬਿਲਕੁਲ ਵੀ ਕੋਈ ਫਰਕ ਹੀ ਹੈ ਨਹੀਂਗਾ ਲੋਕਾਂ ਦਾ। ਔਰ ਉਹਦੀ ਜਦੋਂ ਵੀਡੀਓਜ਼ ਬਾਹਰ ਆਈਆਂ ਨੇ ਉੱਥੋਂ ਦੀ ਮੈਨੇਜਮੈਂਟ ਨੂੰ ਸਵਾਲ ਕੀਤਾ ਗਿਆ ਜਿਹੜਾ ਕਿ ਉਹਨਾਂ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਜੀ। ਈਵਨ ਤੁਸੀਂ ਉਹਨਾਂ ਨੇ ਕਿਹਾ ਸੀਗਾ ਜਿਹੜੀ ਸਲੋਟ ਮਸ਼ੀਨਸ ਨੇ ਉਹ ਅਸੀਂ ਨਹੀਂ ਚਲਾਵਾਂਗੇ। ਸਲੋਟ ਮਸ਼ੀਨ ਐਸਾ ਪਈ ਹੁੰਦੀ ਹੈ ਤਾਂ ਨਾਲ ਬੈਠੇ ਆ, ਬਿਲਕੁਲ ਜਾਣੀ 2-2 ਫੁੱਟ ਤੇ ਮਸ਼ੀਨ ਪਈ ਆ, ਨਾਲ ਦੀ ਨਾਲ ਬੈਠੇ ਹੋ। ਸੋ ਉਹਦੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਤਾਂ ਕੋਈ ਫਰਕ ਰਹਿ ਹੀ ਨਹੀਂ ਜਾਂਦਾ। ਇੱਕ ਜਿਹੜੀਆਂ ਦੂਸਰੀਆਂ ਦੇ ਵਿੱਚ ਉਹ ਜਿਹੜੀਆਂ ਗੀਟੀਆਂ ਸਿੱਟਦੇ ਹੁੰਦੇ ਆ ਉਹਨਾਂ ਨੂੰ ਵੀ ਹੱਥ ਲੱਗਣੇ ਆ। ਦੇ ਆਰ ਸੇਇੰਗ ਅਸੀਂ ਆਪਦੇ ਗਲਵਸ ਪਾਵਾਂਗੇ, ਜਿਹੜੇ EMPLOYEES ਆ ਉਹ ਸਾਰਾ ਸਮਾਨ ਪਾ ਕੇ ਰੱਖਣਗੇ। ਹੈਂਡ ਸੈਨੀਟਾਈਜ਼ਰ ਉੱਥੇ ਜਗ੍ਹਾ ਤੇ ਅਵੇਲੇਬਲ ਕੀਤੇ ਗਏ ਨੇ। ਬਾਕੀ ਦੇਖੋ ਹਰ ਥਾਂ ਤੇ ਇਹ ਰੱਖਣਾ ਵੀ ਬਹੁਤ ਮੁਸ਼ਕਿਲ ਆ। ਜਿੱਥੇ ਲੋਕੀ ਇਕੱਠ ਬਹੁਤ ਜ਼ਿਆਦਾ ਉੱਥੇ ਇਹੋ ਜਿਹੀਆਂ ਚੀਜ਼ਾਂ ਨੂੰ ਦੇਖਣਾ ਬੜਾ ਮੁਸ਼ਕਿਲ ਹੋ ਜਾਂਦਾ। ਆਈ ਡੋਂਟ ਨੋ ਕਿਤੇ ਇਹ ਨਾ ਹੋਵੇ ਵੀ ਜਿਹੜੀ ਸੈਕੰਡ ਵੇਵ ਆ ਅਮਰੀਕਾ ਦਾ ਤਾਂ ਅੱਗੇ ਹੀ ਬੁਰਾ ਹਾਲ ਆ, ਕਿਤੇ ਇਸ ਤੋਂ ਵੀ ਬੁਰਾ ਹਾਲ ਨਾ ਹੋਵੇ। ਸਰ ਕੈਲੀਫੋਰਨੀਆ ਪੁਲਿਸ ਦੀ ਵੀ ਇੱਕ ਖਬਰ ਸਾਹਮਣੇ ਆਈ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਵਿਅਕਤੀ ਜਿਹਦੇ ਉੱਤੇ ਇਹ ਦੋਸ਼ ਲਗਾਏ ਜਾ ਰਹੇ ਸੀ ਕਿ ਉਹ ਸਟੋਰ ਵਿੱਚ ਲੁੱਟ ਖਸੁੱਟ ਕਰ ਰਿਹਾ ਸੀ ਤੇ ਉਹਨੂੰ ਹੈਂਡਸ ਅਪ ਕਰਨ ਲਈ ਕਿਹਾ ਗਿਆ ਪੁਲਿਸ ਵਾਲਿਆਂ ਨੇ। ਉਹਨੇ ਹੈਂਡਸ ਅਪ ਵੀ ਕਰ ਲਏ, ਉਹਨੇ ਆਪਣੇ ਗੋਡਿਆਂ ਤੇ ਵੀ ਬਹਿ ਗਿਆ। ਇਹਦੇ ਬਾਵਜੂਦ ਉਹਦੇ ਗੋਲੀਆਂ ਮਾਰੀਆਂ ਗਈਆਂ ਨੇ ਜਿਹਦੇ ਨਾਲ ਉਹਦੀ ਮੌਤ ਹੋ ਗਈ ਹੈ। ਸੋ ਹੁਣ ਉਹਦੇ ਵੀ ਘਰ ਦੇ ਜਿਹੜੇ ਆ ਸ਼ੁਰੂ ਹੋ ਗਏ ਨੇ ਪ੍ਰੋਟੈਸਟ ਕਰਨ ਦੇ ਵਿੱਚ। ਬਿਲਕੁਲ ਜੀ, ਉਹਦੇ 5 ਗੋਲੀਆਂ ਵੱਜੀਆਂ ਨੇ ਜੀ। ਉਹ ਜਿਹੜੇ ਲੋਕ ਸੀਗੇ ਲੁੱਟ ਕਰ ਰਹੇ ਸੀ ਉਹਨਾਂ ਦੇ ਵਿੱਚ ਹੀ ਸੀਗਾ, ਉਹ ਬਾਹਰ ਆ ਰਿਹਾ ਸੀਗਾ। ਜਦੋਂ ਉਹਨੇ ਪੁਲਿਸ ਨੂੰ ਦੇਖਿਆ, ਪੁਲਿਸ ਆ ਗਈ ਹੈ, ਤਾਂ ਉਹ ਗੋਡਿਆਂ ਪਰਨੇ ਬੈਠ ਗਿਆ
ਤੇ ਉਹਨੇ ਆਪਦੇ ਹੱਥ ਉੱਪਰ ਚੱਕ ਲਏ ਨੇ ਵੀ ਮੈਨੂੰ ਮੇਰੇ ਕੋਲ ਕੁਝ ਨਹੀਂ ਹੈਗਾ। ਪਰ ਪ੍ਰੋਬਲਮ ਇਹ ਆਈ ਤਰਨ, ਹੁਣ ਜੋ ਕੁਝ ਉਹ ਵੀਡੀਓ ਦੇ ਵਿੱਚ ਵੀ ਆ ਰਿਹਾ, ਉਹਦੀ ਜੇਬ ਦੇ ਵਿੱਚ ਹਥੌੜਾ ਪਾਇਆ ਹੋਇਆ। ਸੋ ਉਹ ਬੰਦਾ ਤਾਂ ਸਕੀਮ ਨਾਲ ਹੀ ਗਿਆ ਸੀਗਾ। ਪਹਿਲੀ ਗੱਲ ਤਾਂ ਇਹ ਹੈ ਵੀ ਹਥੌੜਾ ਲੈ ਕੇ ਗਿਆ, ਇਟ ਮੀਨਸ ਭੰਨ ਤੋੜ ਕਰਨ ਵਾਸਤੇ ਗਿਆ ਸੀਗਾ। ਜਿਹੇ ਜਿਹੇ ਲੋਕ ਬਾਕੀ ਕਰ ਰਹੇ ਉਹ ਇਕੱਲਾ ਨਹੀਂ, ਹਜ਼ਾਰਾਂ ਨੇ ਇਹੋ ਜਿਹਾ ਕੁਛ ਕੀਤਾ। ਪਰ ਜਿਹੜਾ ਹਥੌੜਾ ਜਿਹਦੀ ਜੇਬ ਦੇ ਵਿੱਚੋਂ ਬਾਹਰ ਦਿਸ ਰਿਹਾ ਦੂਰੋਂ, ਉਹ ਇਉਂ ਲੱਗ ਰਿਹਾ ਹੈ, ਪੁਲਿਸ ਵਾਲੇ ਇਹ ਕਹਿ ਰਹੇ ਕਿ ਸਾਨੂੰ ਇਉਂ ਲੱਗਿਆ ਜਿਵੇਂ ਕਿਸੇ ਗਨ ਦਾ ਬੱਟ ਹੁੰਦਾ। ਸੋ ਇਸ ਕਰਕੇ ਚਾਹੇ ਉਹ ਉਸ ਤਰ੍ਹਾਂ ਬੈਠਾ ਹੀ ਸੀਗਾ, ਪੁਲਿਸ ਵਾਲੇ ਕਹਿੰਦੇ ਸਾਨੂੰ ਡਰ ਸੀਗਾ, ਇਸ ਕਰਕੇ ਜੀ ਉਹਦੇ ਉਸੇ ਵੇਲੇ 5 ਗੋਲੀਆਂ ਮਾਰੀਆਂ ਨੇ, ਇੱਕ ਅੱਧੀ ਨਹੀਂ ਮਾਰੀ। ਤੁਸੀਂ ਜ਼ਖਮੀ ਕਰ ਸਕਦੇ ਹੋ, ਫੜਿਆ ਜਾ ਸਕਦਾ ਜੇ ਕੋਈ ਐਸੀ ਗੱਲ ਹੈਗੀ ਆ। ਔਰ ਉਹ ਮੇਰੇ ਖਿਆਲ 20 ਸਾਲ ਦਾ 21 ਸਾਲ ਦਾ ਮੁੰਡਾ ਸੀਗਾ ਜੀ, ਉਹ ਥਾਂ ਢੇਰ ਹੋ ਗਿਆ ਜੀ। ਤੇ ਇਹ ਹੁਣ ਇਸ ਚੀਜ਼ ਦਾ ਰੌਲਾ ਪੈਣ ਸ਼ੁਰੂ ਹੋ ਗਿਆ ਜੀ। ਬਿਲਕੁਲ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ ਮੈਮ, ਹਾਂ ਬ੍ਰੈਂਟਨ ਤੋਂ ਬੋਲ ਰਿਹਾ। ਬਹੁਤ ਬਹੁਤ ਸਵਾਗਤ ਹੈ ਜੀ। ਇੰਡੀਅਨ ਕਾਉਂਸਲਰ ਤੁਸੀਂ ਕਹਿੰਦੇ ਆਣਗੇ ਤੇ ਉਹਨਾਂ ਤੋਂ ਇੱਕ ਇਹ ਸਵਾਲ ਪੁੱਛਣਾ ਵੀ ਜਦੋਂ 9 ਜੂਨ ਤੋਂ ਲੈ ਕੇ 30 ਜੂਨ ਤੱਕ ਦੀਆਂ ਫਲਾਈਟਾਂ ਡੇਲੀ ਲਗਾਤੀਆਂ ਨੇ, ਤੇ ਇਹਨੂੰ ਸਪੈਸ਼ਲ ਫਲਾਈਟਾਂ ਕਿਉਂ ਕਹਿ ਰਹੇ ਹੋ? ਕਮਰਸ਼ੀਅਲ ਹੀ ਕਰਦੇ ਹੋ। ਟਰੈਕ ਦੇ ਦੋਨੋਂ ਪਾਸੇ ਆ ਰਹੇ, ਉਧਰੋਂ ਵੀ ਪੈਸੇਂਜਰ ਨੂੰ ਲੈ ਕੇ ਜਾ ਰਹੇ ਤੇ ਇਧਰੋਂ ਵੀ ਜਾ ਰਹੇ ਨੇ, ਤੇ ਫਿਰ ਇਹਨੂੰ ਸਪੈਸ਼ਲ ਫਲਾਈਟਾਂ ਲਗਾ ਕੇ ਐਕਸਟਰਾ ਫੇਅਰ ਦੇਣਾ ਪੈ ਰਿਹਾ ਲੋਕਾਂ ਨੂੰ, ਜਿਹਨਾਂ ਨੂੰ ਕਹਿੰਦੇ ਇਹ ਕਮਰਸ਼ੀਅਲੀ ਅਨਾਉਂਸ ਕਰਦੇ। ਜੀ ਬਿਲਕੁਲ, ਬਹੁਤ ਰੈਗੂਲਰ ਹੋ ਗਿਆ, ਡੇਲੀ ਜਾ ਰਹੀਆਂ ਨੇ। ਜੀ ਬਿਲਕੁਲ ਸਰ, ਤੁਹਾਡੇ ਸਵਾਲ ਲਈ ਬਹੁਤ ਬਹੁਤ ਧੰਨਵਾਦ। ਤੇ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਦੱਸ ਦਈਏ, ਕਿਉਂਕਿ ਤੁਸੀਂ ਸਪੈਸ਼ਲ ਫਲਾਈਟਸ ਦੀ ਗੱਲ ਕਰ ਰਹੇ ਹੋ, ਇਹ ਸਪੈਸ਼ਲ ਫਲਾਈਟਸ ਇਸ ਲਈ ਕਿਹਾ ਗਿਆ ਕਿਉਂਕਿ 에ਅਰਲਾਈਨਸ ਨੇ ਹਜੇ ਸਾਰੇ ਅਲੱਗ-ਅਲੱਗ ਕੰਟਰੀਜ਼ ਨੇ ਆਪਣੇ 에ਅਰ ਸਪੇਸ ਬੰਦ ਕੀਤੇ ਹੋਏ ਨੇ। ਖਾਸ ਦੇਸ਼ਾਂ ਨੂੰ ਖਾਸ ਫਲਾਈਟਸ ਹੀ ਜਾ ਰਹੀਆਂ, ਸਿਰਫ ਉੱਥੋਂ ਦੇ ਖਾਸ ਨਾਗਰਿਕਾਂ ਨੂੰ ਲੈ ਕੇ ਜਾ ਰਹੀਆਂ ਨੇ, ਆਪਣੇ ਨਾਗਰਿਕਾਂ ਨੂੰ ਲੈ ਕੇ ਵਾਪਸ ਆ ਰਹੀਆਂ ਨੇ, ਇਸ ਲਈ ਇਹਨਾਂ ਨੂੰ ਸਪੈਸ਼ਲ ਫਲਾਈਟਸ ਦਾ ਨਾਮ ਦਿੱਤਾ ਗਿਆ। ਜੀ ਸਰ, ਅਸੀਂ ਗੱਲਬਾਤ ਕਰ ਰਹੇ ਸੀ ਜਿਹੜੇ ਪਰਸਨ ਦੇ ਗੋਲੀ ਮਾਰੀ ਗਈ ਆ, ਹੁਣ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਇਹ ਵੀ ਮਾਹੌਲ ਨੂੰ ਥੋੜਾ ਹੋਰ ਖਰਾਬ ਕਰੇਗਾ? ਬਿਲਕੁਲ ਜੀ। ਐਕਚੁਅਲੀ ਅੱਜ ਕੱਲ੍ਹ ਦੇ ਦਿਨਾਂ ਵਿੱਚ ਪੁਲਿਸ ਨੂੰ ਜ਼ਰੂਰ ਆਪਦੇ ਆਪ ਤੇ ਕੰਟਰੋਲ ਰੱਖਣਾ ਚਾਹੀਦਾ ਜੀ। ਹਾਲਾਤ ਉਦੋਂ ਵੱਧ ਰਹੇ ਨੇ। ਆਹ ਘਟਨਾ ਵਾਪਰ ਗਈ ਹੈ, ਕਿਉਂਕਿ ਹੁਣ ਐਸੀ ਕੋਈ ਵੀ ਘਟਨਾ ਵਾਪਰਨੀ ਹੈ, ਵੀਡੀਓ ਤਾਂ ਬਣ ਰਹੀ ਹੈ। ਸੋ ਜੇ ਇਸ ਚੀਜ਼ ਨੂੰ ਹੁਣ ਪਿਛਲੇ ਕੱਲ ਰਾਤ ਵੀ ਅਮਰੀਕਾ ਦੇ ਵਿੱਚ ਸੁੱਖ ਸ਼ਾਂਤੀ ਰਹੀ, ਉਨੀਆਂ ਲੁੱਟਾਂ ਖਸੁੱਟਾਂ ਨਹੀਂ ਹੋਈਆਂ। ਜਦੋਂ ਦੇ ਉਹ ਫੜੇ ਗਏ ਨੇ, ਉਹ ਜਿਹੜੇ ਚਾਰੇ ਦੇ ਚਾਰੇ ਚਾਰਜ ਕਰ ਲਏ ਗਏ ਨੇ, ਉਸ ਤੋਂ ਮਗਰੋਂ ਇਸ ਚੀਜ਼ ਨੂੰ ਠੱਲ ਪਈ ਹੈ ਲੁੱਟ ਖਸੁੱਟ ਨੂੰ। ਪਰ ਆਹ ਜਿਹੜੀ ਅਜਿਹੀ ਇੱਕ ਹੋਰ ਗੱਲ ਵੱਧ ਗਈ ਹੈ, ਪੁਲਿਸ ਨੂੰ ਐਕਚੁਅਲੀ ਜੋ ਪੁਲਿਸ ਆਰ ਹਿਊਮਨ ਬੀਇੰਗਸ ਐਜ਼ ਵੈਲ, ਚਾਹੇ ਕੁਝ ਵੀ ਆ, ਪਰ ਇਹਨਾਂ ਨੂੰ ਇਸ ਵਾਸਤੇ ਟ੍ਰੇਨ ਕੀਤਾ ਜਾਂਦਾ ਕਿ ਹਾਲਾਤ ਨੂੰ ਸਮਝ ਕੇ ਕੰਟਰੋਲ ਕਿਵੇਂ ਕਰਨਾ। ਮੈਨੂੰ ਉਹ ਲੱਗਦਾ ਵੀ ਜਿਹੜੀ ਇਹ ਗੱਲ ਕੀਤੀ ਹੈ 5 ਗੋਲੀਆਂ ਮਾਰ ਦੇਣੀਆਂ, ਇਹ ਇੱਕ ਵਾਰੀ ਫੇਰ ਉਸ ਗੱਲ ਨੂੰ ਕਰੇਗੀ ਜੀ। ਜਿਹੜਾ ਸਵਾਲ ਆਇਆ ਸੀਗਾ, ਮੈਨੂੰ ਸੁਣਿਆ ਨਹੀਂ ਆਪਣੇ ਕਾਲਰ ਨੇ ਸਰ, ਉਹ ਕਹਿ ਰਹੇ ਸੀਗੇ ਕਿ ਜਿਹੜੀਆਂ ਹੁਣ ਫਲਾਈਟਸ ਰੈਗੂਲਰ ਬੇਸਿਸ ਤੇ ਚਲਾਈਆਂ ਗਈਆਂ ਨੇ, ਕਿਉਂਕਿ ਹਰ ਰੋਜ਼ ਦੀ ਫਲਾਈਟ ਹੋਇਆ ਕਰੇਗੀ, ਸੋ ਇਹਨਾਂ ਫਲਾਈਟਸ ਨੂੰ ਜਿਹੜੀਆਂ 9 ਜੂਨ ਤੋਂ ਸਟਾਰਟ ਕੀਤੀਆਂ ਜਾ ਰਹੀਆਂ ਨੇ, ਕਿ ਇਹਨਾਂ ਨੂੰ ਸਪੈਸ਼ਲ ਫਲਾਈਟਸ ਦਾ ਨਾਮ ਕਿਉਂ ਦਿੱਤਾ ਗਿਆ? ਇਹਨਾਂ ਨੂੰ ਪ੍ਰੋਪਰ ਕਮਰਸ਼ੀਅਲ ਫਲਾਈਟਸ ਕਿਉਂ ਨਹੀਂ ਕਿਹਾ ਗਿਆ? ਯਾ ਯੂ ਰਾਈਟ, ਤੁਹਾਡਾ ਆਨਸਰ ਬਿਲਕੁਲ ਸਹੀ ਸੀਗਾ ਜੀ। ਮੈਂ ਸਮਝਿਆ, ਮੈਂ ਕੁਝ ਹੋਰ ਸਮਝਿਆ ਸੀਗਾ ਵੈਸੇ। ਹਾਂ, ਕਿਉਂਕਿ ਹਲੇ ਜੀ ਇੰਡੀਆ ਖੁੱਲਾ ਨਹੀਂ ਹੈ, ਇਸ ਕਰਕੇ ਸਪੈਸ਼ਲ ਹੈ ਜਿੱਥੇ ਵੀ ਜਾਣੀ ਆ, ਕਿਉਂਕਿ ਜੇ ਸਾਰੀਆਂ ਖੁੱਲੀਆਂ ਹੋਣ, ਜੇ ਇੰਡੀਆ ਖੁੱਲਾ ਹੋਵੇ ਫਿਰ ਇਹ ਸਪੈਸ਼ਲ ਫਲਾਈਟ ਹੈ ਨਹੀਂ ਗੀ, ਕਿਉਂਕਿ ਬਸ ਸਿਰਫ ਇੱਕ ਮਕਸਦ ਵਾਸਤੇ ਇਹ ਫਲਾਈਟ ਸ਼ੁਰੂ ਕੀਤੀਆਂ ਗਈਆਂ ਨੇ ਜੀ। ਦੈਟਸ ਵਾਈ ਦੇ ਰੱਖਾ ਤਰਨ ਉਹਨਾਂ ਨੇ ਬਿਲਕੁਲ ਸਹੀ ਜਵਾਬ। ਮੈਂ ਐਕਚੁਅਲੀ ਤਰਨ ਮੈਂ ਮਿਸ ਅੰਡਰਸਟੈਂਡ ਕਰ ਗਿਆ ਕੁਐਸਚਨ, ਮੈਂ ਤਾਂ ਜੀ ਬਿਲਕੁਲ। ਤੇ ਸਰ, ਜਿਵੇਂ ਅਸੀਂ ਪ੍ਰੋਟੈਸਟ ਦੀ ਗੱਲ ਕਰ ਰਹੇ ਸੀ, ਅਸੀਂ ਹੁਣ ਇੱਕ ਘਟਨਾ ਦਾ ਜ਼ਿਕਰ ਕੀਤਾ ਕਿ ਉੱਥੇ ਪ੍ਰਦਰਸ਼ਨਕਾਰੀ ਜਿਹੜੇ ਕਈ ਇਹੋ ਜਿਹੇ ਵੀ ਵਿੱਚ ਘੁਸ ਚੁੱਕੇ ਨੇ ਜਿਹੜੇ ਕਿ ਹਾਲਾਤ ਨੂੰ ਨਾਰਮਲ ਰਹਿਣ ਨਹੀਂ ਦੇ ਰਹੇ ਹੈਗੇ, ਉੱਥੇ ਲੁੱਟ ਖਸੁੱਟ ਦੀ ਘਟਨਾ ਕਰ ਰਹੇ ਨੇ। ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਐਪਲ ਦੇ ਸਟੋਰਸ ਤੋਂ ਫੋਨਸ ਵੀ ਚੋਰੀ ਕੀਤੇ ਜਾ ਰਹੇ ਨੇ, ਤੇ ਹੁਣ ਕਹਿੰਦੇ ਐਪਲ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ, ਜਿਹੜੇ ਆਈਫੋਨਸ ਵਗੈਰਾ ਆਈਪੈਡਸ ਵਗੈਰਾ ਚੋਰੀ ਹੋ ਰਹੇ ਨੇ ਉਹਨਾਂ ਨੂੰ ਲੈ ਕੇ। ਮੈਂ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਹੜੇ ਪ੍ਰੋਫੈਸ਼ਨਲ ਲੋਕ ਨੇ ਇਹ ਜਿਹਾ ਕੰਮ ਕਰਦੇ ਨੇ, ਅੱਜ ਕਲੀਵਲੈਂਡ ਤੋਂ ਮੈਨੂੰ ਫੋਨ ਆਇਆ ਸੀਗਾ ਜੀ, ਆਪਣੇ ਦਰਸ਼ਕ ਨੇ ਗਿਲ ਸਾਹਿਬ, ਉਹਨਾਂ ਨੇ ਮੈਂਸ਼ਨ ਕੀਤਾ ਸੀਗਾ ਵੀ ਇੱਕ ਜਗ੍ਹਾ ਤੇ 5 ਬੰਦੇ ਫੜੇ ਨੇ ਜਿਹੜੇ ਇਸ ਕੰਮ ਦੇ ਵਿੱਚ ਪ੍ਰੋਫੈਸ਼ਨਲ ਨੇ, ਔਰ ਪੁਲਿਸ ਨੇ ਇਸ ਕਰਕੇ ਫੜਿਆ ਕਿ ਉਹਨਾਂ ਨੂੰ ਸ਼ੱਕ ਸੀਗਾ ਕਿ ਉਹ ਇਹ ਕੰਮ ਕਰਦੇ ਨੇ। ਜਿਹੜਾ ਐਪਲ ਸਟੋਰ ਤੁਸੀਂ ਗੱਲ ਕਰ ਰਹੇ ਹੋ, ਐਪਲ ਸਟੋਰ ਦੇ ਵਿੱਚ ਲੋਕਾਂ ਨੇ ਭਾਈ ਜਿਨ੍ਹਾਂ ਨੇ ਵੀ ਚੋਰੀ ਕੀਤੀ ਆ, ਜਿੱਥੇ ਵੀ ਤੁਸੀਂ ਕੁਝ ਕੀਤਾ, ਉਹ ਆਪਦਾ ਖਿਆਲ ਰੱਖੋ, ਐਪਲ ਵਾਲੇ ਤੁਹਾਨੂੰ ਲੱਭਦੇ ਫਿਰਦੇ ਆ। ਜਿਹੜਾ ਐਪਲ ਦਾ ਫੋਨ ਆ ਉਹ ਟਰੈਕ ਹੋ ਰਿਹਾ ਜੀ, ਤੁਹਾਨੂੰ ਟਰੈਕ ਕਰਨਗੇ। ਪਹਿਲੀ ਗੱਲ ਤਾਂ ਇਹ ਹੈ ਤੁਸੀਂ ਉਹ ਫੋਨ ਚਲਾ ਹੀ ਨਹੀਂ ਸਕਦੇ ਅਨਲੈਸ ਕੋਈ ਬਹੁਤ ਵੱਡਾ ਗੀਕ ਹੈਗਾ ਤਰਨ ਵੀ ਉਹ ਲੌਕ ਨੂੰ ਖੋਲ ਸਕਦਾ, ਕੁਝ ਹੋਰ ਕਰ ਸਕਦਾ। ਪਰ ਚਾਹੇ ਕੁਝ ਕਰੀ ਚੱਲੋ, ਐਪਲ ਇੰਨੀ ਛੇਤੀ ਤੁਹਾਡਾ ਖੜਾ ਛੱਡਣ ਵਾਲਾ ਨਹੀਂ ਹੈ। ਉਹ ਜਿੰਨਿਆਂ ਨੇ ਵੀ ਐਪਲ ਦਾ ਸਮਾਨ ਜਿਹੜਾ ਚੱਕਿਆ ਤੁਹਾਨੂੰ ਵਾਪਸ ਕਰਨਾ ਹੀ ਪੈਣਾ। ਰਾਤ ਪਹਿਲੇ ਮੋੜ ਦਿਓ, ਚੰਗੀ ਗੱਲ ਆ, ਨਹੀਂ ਤੁਹਾਡੇ ਤੇ ਹੋਰ ਦੋ ਸ਼ਾਇਦ ਹੋਣਗੇ, ਕੁਝ ਹੋਵੇਗਾ। ਸੋ ਐਪਲ ਨੇ ਜੀ ਇਹ ਵਾਰਨਿੰਗ ਦਿੱਤੀ ਹੈ ਕਿ ਸਾਨੂੰ ਸਾਰਿਆਂ ਦਾ ਪਤਾ ਕਿ ਸਾਡੀ ਜਿਹੜੀ ਵੀ ਕੋਈ ਚੀਜ਼ ਚੋਰੀ ਹੋ ਕਿੱਥੇ ਹੈਗੀ। ਸਰ, ਆਰਮੀਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਬੜੀ ਸੋਸ਼ਲ ਮੀਡੀਆ ਨੂੰ ਲੈ ਕੇ ਸਟੇਟਮੈਂਟ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਹਰ ਕੋਈ ਉਹਨਾਂ ਦਾ ਮੁਰੀਦ ਹੋ ਗਿਆ। ਕੀ ਉਹ ਸਟੇਟਮੈਂਟ ਹੈ? ਆਰਮੀਨੀਆ ਇੱਕ ਛੋਟਾ ਜਿਹਾ ਕੰਟਰੀ ਹੈ ਤਾਂ
ਉੱਥੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਕੋਵਿਡ-19 ਨੂੰ ਲੈ ਕੇ ਕੋਈ ਮੰਦਾ ਨਹੀਂ ਹੈ, ਕੋਈ ਖਿਆਲ ਨਹੀਂ ਕਰ ਰਿਹਾ। ਜਿੱਥੇ ਲੋਕੀ ਜਿਹੜੀ ਡਿਸਟੈਂਸਿੰਗ ਨਹੀਂ ਰੱਖ ਰਹੇ ਤੇ ਉਹਨਾਂ ਨੇ ਆਪਦੇ ਸਿਟੀਜ਼ਨਸ ਨੂੰ ਅਪੀਲ ਕੀਤੀ ਹੈ। ਉਹਨਾਂ ਦਾ ਫੇਸਬੁੱਕ ਅਕਾਊਂਟ ਹੈਗਾ ਜੀ। ਉਹ ਕਹਿੰਦੇ ਵੀ ਜਿਹੜਾ ਵੀ ਕੋਈ ਬੰਦਾ ਇਹ ਸੋਸ਼ਲ ਡਿਸਟੈਂਸਿੰਗ ਜਾਂ ਕੋਵਿਡ-19 ਦੀਆਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਉਹਨੂੰ ਫੋਲੋ ਨਹੀਂ ਕਰਦਾ ਤਾਂ ਉਹਦੀ ਵੀਡੀਓ ਬਣਾਓ ਤੇ ਕਹਿੰਦੇ ਮੇਰੇ ਫੇਸਬੁੱਕ ਵਾਲੇ ਪੇਜ ਤੇ ਪਾ ਦਿਓ। ਉਹ ਕਹਿੰਦੇ ਪਬਲਿਕ ਸ਼ੇਮਿੰਗ ਆ ਇਸ ਚੀਜ਼ ਨੂੰ ਕਹਿੰਦੇ ਆ। ਉਹ ਕਹਿੰਦੇ ਲੋਕਾਂ ਨੂੰ ਅਸੀਂ ਸ਼ਰਮਸਾਰ ਕਰਨਾ ਚਾਹੁੰਦੇ ਆ, ਅਸੀਂ ਕਿਸੇ ਨੂੰ ਚਾਰਜ ਨਹੀਂ ਕਰਨਾ, ਕੁਝ ਨਹੀਂ ਕਰਨਾ, ਪਰ ਜਦੋਂ ਸੋਸ਼ਲ ਮੀਡੀਆ ਤੇ ਜਾਂਦੀ ਆ ਬੰਦੇ ਨੂੰ ਅਸੀਂ ਕਹਿੰਦੇ ਸ਼ਰਮਸਾਰ ਕਰਨਾ ਚਾਹੁੰਦੇ ਆ। ਔਰ ਇਸ ਦੇ ਨਾਲ ਸ਼ਾਇਦ ਕੁਝ ਲੋਕ ਸਾਰੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਮੰਨਣ ਲੱਗ ਪੈਣ ਜੀ। ਕੌਣ ਚਾਹੁੰਦਾ ਕਿ ਮੇਰੀ ਬੇਇੱਜ਼ਤੀ ਹੋਵੇ? ਅਗਲਾ ਕਹੂਗਾ ਟੀਵੀ ਤੇ ਮੁਰਗਨ ਸਿੰਘ ਤੂੰ ਐਂ ਤੁਰਿਆ ਫਿਰਦਾ ਸੀਗਾ, ਉਹ ਗਲਤ ਗੱਲ ਕਰਦਾ ਜੀ। ਕੋਈ ਨਹੀਂ ਚਾਹੁੰਦਾ ਇਹੋ ਜਿਹੀ ਗੱਲ ਕਰਨਾ। ਬਿਲਕੁਲ ਜੀ। ਟਵਿੱਟਰ ਨੇ ਕਹਿੰਦੇ ਮਿਸਟਰ ਟਰੰਪ ਦਾ ਇੱਕ ਅਕਾਊਂਟ ਜਿਹੜਾ ਆ ਉਹ ਡੀਐਕਟੀਵੇਟ ਕਰਵਾ ਦਿੱਤਾ, ਡਿਸੇਬਲ ਕਰਵਾ ਦਿੱਤਾ ਆ। ਸੋ ਹੁਣ ਮਤਲਬ ਇਹਨਾਂ ਦਾ ਪੰਗਾ ਪੈਣਾ ਸ਼ੁਰੂ ਹੋ ਗਿਆ। ਹਾਂਜੀ, ਉਹ ਪੈਣਾ ਹੀ ਹੈ ਜੀ, ਕਿਉਂਕਿ ਐਕਚੁਅਲੀ ਇਹ ਰਿਗਾਰਡਿੰਗ ਇਹਨਾਂ ਨੇ ਜਿਹੜੀ ਉਹਦੇ ਵੀਡੀਓ ਬਣੀ ਆ ਨਾ, ਉਹ ਵੀਡੀਓ ਫॉर ਇਲੈਕਸ਼ਨ ਪਰਪਸਸ ਆ। ਉਹਦੇ ਵਿੱਚ ਜਿਹੜੀਆਂ ਕੈਪਸ਼ਨਸ ਪਾਈਆਂ ਜਿਹੜੇ ਵੀਡੀਓ ਦੇ ਕਈ ਟੁਕੜੇ ਪਾਏ ਹੋਏ ਨੇ, ਉਹ ਟੁਕੜੇ ਉੱਤੇ ਕਾਪੀਰਾਈਟ ਰਿਜ਼ਰਵ ਆ ਗਏ। ਉਹ ਜਿਹੜੇ ਬੰਦਿਆਂ ਦੀ ਵੀਡੀਓਜ਼ ਹੈਗੀਆਂ ਨੇ ਜਿਨ੍ਹਾਂ ਨੇ ਉਹ ਵੀਡੀਓ ਬਣਾਈਆਂ ਹੋਈਆਂ ਨੇ, ਉਹਨਾਂ ਨੇ ਇਤਰਾਜ਼ ਕੀਤਾ ਵੀ ਵੀਡੀਓ ਤਾਂ ਮੇਰੀ ਆ, ਮੇਰਾ ਕਾਪੀਰਾਈਟ ਆ। ਇਹ ਟਰੰਪ ਸਾਹਿਬ ਦੀ ਜਿਹੜੀ ਕੰਪੇਨ ਵਾਲੀ ਕਮੇਟੀ ਆ ਉਹਨਾਂ ਨੇ ਮੇਰੀ ਵੀਡੀਓ ਕਿਵੇਂ ਉੱਥੇ ਪਾ ਦੀ। ਸੋ ਇਸ ਕਾਰਨ ਕਰਕੇ ਟਵਿੱਟਰ ਨੇ ਸੀਰੀਅਸਲੀ ਇਸ ਚੀਜ਼ ਨੂੰ ਲਿਆ। ਔਰ ਟਰੰਪ ਸਾਹਿਬ ਦਾ ਜਿਹੜਾ ਦੇਖੋ, ਟਰੰਪ ਸਾਹਿਬ ਖਬਰਾਂ ਚਾਹ ਰਹੇ ਨੇ, ਕਿਸੇ ਨਾ ਕਿਸੇ ਹਿਸਾਬ ਚਾਹ ਰਹੇ ਨੇ, ਹਰ ਰੋਜ਼ ਕੁਝ ਨਾ ਕੁਝ ਹੋ ਹੀ ਜਾਂਦਾ। ਅੱਜ ਇੱਕ ਖਬਰ 'ਚ ਇਸ ਕਰਕੇ ਨੇ ਕਿ ਉਹ ਟਵਿੱਟਰ ਦੇ ਵਿੱਚ ਇਹਨਾਂ ਨੇ ਉਹ ਥੋੜੀ ਦੇਰ ਵਾਸਤੇ ਬਲੌਕ ਕਰ ਦਿੱਤਾ ਜੀ। ਬਿਲਕੁਲ ਸਰ, ਥੋੜਾ ਜਿਹਾ ਨਾਰਵੇ ਦਾ ਵੀ ਅਸੀਂ ਰੁਖ ਕਰ ਲਈਏ। ਨਾਰਵੇ ਦੇ ਵਿੱਚ ਸੁਣਨ ਨੂੰ ਮਿਲਿਆ ਕਿ ਬਹੁਤ ਹੀ ਜ਼ਬਰਦਸਤ ਵੀਡੀਓ ਇੱਕ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਉੱਤੇ, ਕਾਫੀ ਅੱਗੇ ਦੀ ਅੱਗੇ ਸਪਰੈਡ ਹੋ ਰਹੀ ਹੈ। 8 ਘਰ ਜਿਹੜੇ ਆ ਦੇਖਦੇ ਹੀ ਦੇਖਦੇ ਸਮੁੰਦਰ ਦੇ ਵਿੱਚ ਸਮਾ ਗਏ, ਸਮੁੰਦਰ 'ਚ ਲੀਨ ਹੋ ਗਏ। ਬੜੀ ਹੀ ਦੇਖ ਕੇ ਧੱਕਾ ਲੱਗਿਆ ਵੀਡੀਓ ਨੂੰ, ਕਿਉਂਕਿ ਜੇਕਰ ਉਹਦੇ ਵਿੱਚ ਕੋਈ ਹੁੰਦਾ ਬਹੁਤ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਬਿਲਕੁਲ ਜੀ, ਤੁਸੀਂ ਦੇਖੋ ਜਿਵੇਂ ਸੁਨਾਮੀ ਆਉਂਦੀ ਹੁੰਦੀ ਆ ਉਸ ਹਿਸਾਬ ਦੇ ਵਿੱਚ ਪਾਣੀ ਆਇਆ ਜੀ। ਔਰ ਉਹ ਪਾਣੀ ਧਰਤੀ ਦੇ ਉੱਤੇ ਆਇਆ, ਮੀਨਸ ਲੈਵਲ ਪਾਣੀ ਦਾ ਵਧਿਆ ਹੋਇਆ, ਕਿਸੇ ਹਿਸਾਬ ਤੇ ਲਹਿਰ ਆਈ ਆ। ਔਰ ਉਹ ਜਿਹੜੇ ਘਰ ਹੈਗੇ ਨੇ ਕੁਦਰਤੀ ਜੀ ਨੁਕਸਾਨ ਨਹੀਂ ਹੋਇਆ, ਸਿਰਫ ਉੱਥੇ ਇੱਕ ਡੌਗ ਸੀਗਾ ਜੀ ਉਸ ਵੇਲੇ, ਉਸ ਡੌਗ ਨੂੰ ਵੀ ਬਚਾ ਲਿਆ ਗਿਆ ਹੈਗਾ। ਘਰਾਂ ਦੇ ਵਿੱਚ ਕੋਈ ਸੀ ਕਿਉਂ ਨਹੀਂਗਾ। ਇਹ ਘਰ ਜਿਵੇਂ ਸਮਰ ਹੋਮਸ ਆ ਜੀ ਉਸ ਹਿਸਾਬ ਦੇ ਵਿੱਚ ਸੀਗਾ। ਅਗਲਾ ਵੀਕਐਂਡ ਤੇ ਮੋਸਟਲੀ ਲੋਕ ਜਾਂਦੇ ਆ, ਇਸੇ ਕਰਕੇ ਕਿਸੇ ਜਾਨੀ ਨੁਕਸਾਨ ਨਹੀਂ ਹੋ ਸਕਿਆ, ਮਾਲੀ ਨੁਕਸਾਨ ਜ਼ਰੂਰ ਹੈਗਾ ਜੀ। ਉਹ ਸਾਰੇ ਸਾਰੇ ਘਰ ਮੁੜ ਕੇ ਜੋ ਪਾਣੀ ਦੀ ਲਹਿਰ ਵਾਪਸ ਜਾਂਦੀ ਹੈ ਤਾਂ ਘਰਾਂ ਨੂੰ ਨਾਲ ਰੁੜ ਕੇ ਲੈ ਜਾਂਦੀ ਹੈ। ਇਹ ਤਰਨ ਲੈਵਲ ਆ ਜਿਹੜਾ ਵਾਟਰ ਲੈਵਲ ਆ ਨਾ ਸਮੁੰਦਰ ਦਾ ਓਵਰਆਲ ਵੱਧ ਰਿਹਾ। ਔਰ ਇਹ ਕਹਿ ਰਹੇ ਨੇ ਇਸ ਕਰਕੇ ਵੱਧ ਰਿਹਾ ਕਿ ਜਿਹੜੀ ਧਰਤੀ ਦਾ ਜਿਹੜਾ ਟੈਂਪਰੇਚਰ ਹੈ ਉਹ ਵੱਧ ਰਿਹਾ, ਜਿਹੜੀ ਸਨੋ ਆ ਉਹ ਪਿਘਲ ਰਹੀ ਹੈ। ਔਰ ਉਹਦੇ ਕਰਕੇ ਕਈ ਕੰਟਰੀਜ਼ ਦੇ ਡੁੱਬਣ ਦੇ ਆਉਣ ਵਾਲੀ ਸਦੀ ਦੇ ਵਿੱਚ 2 ਸਦੀਆਂ ਵਿੱਚ ਹੋ ਸਕਦਾ ਕਈ ਕੰਟਰੀ ਡੁੱਬ ਜਾਣ। ਬੰਗਲਾਦੇਸ਼ ਸਭ ਤੋਂ ਪਹਿਲਾਂ ਆਉਂਦਾ ਜੀ, ਮੈਨਹਟਨ ਨਿਊਯਾਰਕ ਦੇ ਵਿੱਚ ਆਉਂਦਾ ਜੀ। ਜਿਹੜੇ ਸਕੈਂਡੀਨੇਵੀਅਨ ਕੰਟਰੀਜ਼ ਨੇ ਉਹ ਆਲਰੇਡੀ ਸਮੁੰਦਰ ਦੇ ਤਲ ਤੋਂ ਥੱਲੇ ਨੇ। 5 ਕੰਟਰੀ ਨੇ ਸਕੈਂਡੀਨੇਵੀਅਨ, ਉਹਨਾਂ ਦਾ ਆਲਰੇਡੀ ਵੱਟਾਂ ਬੰਨੀਆਂ ਹੋਈਆਂ ਨੇ, ਬਹੁਤ ਵੱਡੇ ਵੱਡੇ ਬੰਨ ਲਾਏ ਹੋਏ ਨੇ। ਸੋ ਜਿਹੜਾ ਬੰਗਲਾਦੇਸ਼ ਤੇ ਇੰਡੀਆ ਦੇ ਵਿੱਚ ਵਾਲਾ ਇੱਕ ਟਾਪੂ ਸੀਗਾ ਜੀ, ਛੋਟਾ ਜਿਹਦਾ ਬੜਾ ਰੌਲਾ ਪੈਂਦਾ ਸੀ ਉਹਨਾਂ ਦਾ, ਬਹੁਤ ਦੇਰ ਪਹਿਲਾਂ ਆਪਾਂ ਗੱਲ ਕੀਤੀ ਸੀਗੀ। ਉਹਨਾਂ ਦਾ ਰੌਲਾ ਮੁੱਕ ਗਿਆ ਜੀ। ਉਹ ਇਸ ਕਰਕੇ ਮੁੱਕਿਆ ਕਿ ਉੱਥੇ ਪਾਣੀ ਵੀ ਇੰਨਾ ਹੋ ਗਿਆ, ਉਹ ਟਾਪੂ ਡੁੱਬ ਗਿਆ। ਸੋ ਇਹ ਜਦੋਂ ਵਾਤਾਵਰਨ ਚੇਂਜ ਹੋ ਰਿਹਾ ਜੀ, ਵਾਟਰ ਲੈਵਲ ਉੱਪਰ ਜਾ ਰਹੇ ਨੇ, ਤੇ ਅਜਿਹੀਆਂ ਚੀਜ਼ਾਂ ਦਾ ਨੁਕਸਾਨ, ਅਜਿਹੇ ਨੁਕਸਾਨ ਹੋਣੇ ਕੁਦਰਤੀ ਨੇ ਜੀ। ਔਰ ਇਦੋਂ ਵੱਧ ਹੀ ਹੋਇਆ ਕਰਨਗੇ, ਇਹ ਘਟਣਗੇ ਨਹੀਂ ਜਦ ਤੱਕ ਮਨੁੱਖ ਆਪਦੇ ਆਪ ਨੂੰ ਕੰਟਰੋਲ ਨਹੀਂ ਕਰਦਾ। ਬਿਲਕੁਲ, ਪਰ ਬਹੁਤ ਹੀ ਸੋਹਣੀਆਂ ਕੰਟਰੀਜ਼, ਬਹੁਤ ਹੀ ਖੂਬਸੂਰਤ ਦੇਸ਼ਾਂ ਵਿੱਚੋਂ ਇੱਕ ਹੈ ਨਾਰਵੇ। ਬਿਲਕੁਲ ਜੀ, ਇਹ ਵਨ ਆਫ ਦ ਸਕੈਂਡੀਨੇਵੀਅਨ ਕੰਟਰੀਜ਼ ਹੈ ਜੀ ਇਹ। ਹਾਂਜੀ, ਸਵੀਡਨ, ਨਾਰਵੇ, ਡੈਨਮਾਰਕ, ਹਾਲੈਂਡ, ਇੱਕ ਹੋਰ ਮੈਂ ਭੁੱਲ ਗਿਆ, ਆਪਣੇ ਦਰਸ਼ਕ ਦੱਸ ਸਕਦੇ ਜੀ ਕਿਹੜਾ। ਜੀ ਬਿਲਕੁਲ ਸਰ, ਜਿਵੇਂ ਇੱਕ ਥੋੜੀ ਜੀ ਭਾਰਤ ਦਾ ਰੁਖ ਵੀ ਕਰ ਲਈਏ, ਕਿਉਂਕਿ ਹੁਣ 6ਵੇਂ ਨੰਬਰ ਤੇ ਆ ਚੁੱਕਿਆ ਭਾਰਤ ਕਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ। ਲਗਭਗ 2,35,000 ਮਾਮਲੇ ਸਾਹਮਣੇ ਆਏ ਨੇ। ਲਗਾਤਾਰ ਅਸੀਂ ਪਹਿਲਾਂ ਪਿਛਲੇ ਮਹੀਨੇ ਹਜੇ ਬੜੀਆਂ ਤਾਰੀਫਾਂ ਕਰਕੇ ਹਟੇ ਸੀ ਕਿ ਬੜੇ ਵਧੀਆ ਵੇ ਦੇ ਨਾਲ ਸਭ ਕੁਝ ਸੰਭਾਲਿਆ ਗਿਆ, ਪਰ ਹੁਣ ਜਿਵੇਂ ਹੌਲੀ ਹੌਲੀ ਲੋਕਡਾਊਨ ਦੇ ਵਿੱਚ ਈਜ਼ ਦੇ ਦਿੱਤੀ ਆ, ਥੋੜੀ ਖੁੱਲ੍ਹ ਦੇ ਦਿੱਤੀ ਹੈ, ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਮਾਮਲੇ ਸਭ ਤੋਂ ਵੱਧ ਜਿੱਥੇ ਮੁੰਬਈ ਦੇ ਵਿੱਚ ਨਜ਼ਰ ਆ ਰਹੇ ਨੇ, ਉਹ ਕਹਿ ਰਹੇ ਨੇ ਕਿ ਉੱਥੇ ਟੈਸਟ ਜਿਹੜੇ ਆ ਉਹ ਉਸ ਗਿਣਤੀ 'ਚ ਹੋ ਹੀ ਨਹੀਂ ਰਹੇ ਹੈਗੇ ਜਿੰਨੇ ਹੋਣੇ ਚਾਹੀਦੇ ਆ, ਜਦਕਿ ਹਜੇ ਵੀ ਮੁੰਬਈ ਸਭ ਤੋਂ ਟੌਪ ਤੇ ਆ। ਗੱਲ ਕਰੀਏ ਪੰਜਾਬ ਦੀ ਤਾਂ 55 ਨਵੇਂ ਮਾਮਲੇ ਪੰਜਾਬ 'ਚ ਵੀ ਸਾਹਮਣੇ ਆ ਗਏ ਨੇ। ਦੇਖੋ ਜੀ, ਦੀਵੇ ਜਗਾਓ, ਤਾਲੀ ਵਜਾਓ, ਥਾਲੀ ਵਜਾਓ, ਇਹਨਾਂ ਚੀਜ਼ਾਂ ਨਾਲ ਬਿਮਾਰੀਆਂ ਨਹੀਂ ਰੁਕਦੀਆਂ। ਇਹ ਜੁਮਲੇ ਨੇ। ਔਰ ਸਾਡੇ ਉੱਥੋਂ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਨੇਤਾ ਲੋਕ ਜੁਮਲੇ ਦੇ ਰਹੇ ਨੇ। ਨੇਤਾ ਲੋਕ ਇਸ ਮਾਮਲੇ 'ਚ ਸੀਰੀਅਸ ਹੀ ਹੈ ਨਹੀਂਗੇ।
ਜਦੋਂ ਕੇਸ ਥੋੜੇ ਸੀਗੇ ਤਾਂ ਸਾਰਾ ਇੰਡੀਆ ਬੰਦ ਸੀ, ਜਿਉਂ-ਜਿਉਂ ਕੇਸ ਵੱਧ ਰਿਹਾ ਤਿਉਂ-ਤਿਉਂ ਇੰਡੀਆ ਖੁੱਲ ਰਿਹਾ, ਜਾਂ ਇਉਂ ਲਾ ਲਓ ਜਦੋਂ ਇੰਡੀਆ ਖੁੱਲ ਰਿਹਾ ਕੇਸ ਵੱਧ ਰਹੇ ਨੇ। ਜਦੋਂ ਪਹਿਲਾਂ ਸੀਰੀਅਸ ਬੜੇ ਸੀਗੇ ਸਾਰੀ ਦੁਨੀਆ 'ਚ ਡੰਕਾ ਵਜਾਤਾ ਵੀ ਇਸ ਦਾ ਬੰਦ ਕਰਤਾ ਬਈ, ਕਾਹਦਾ ਬੰਦ ਕੀਤਾ ਤਰਨ? ਹੁਣ ਜਿਹੜੇ ਹਾਲਾਤ ਨੇ ਇਹ ਐਸੇ ਹਾਲਾਤ ਨੇ, ਇਹ ਰੋਕਣੇ ਬਹੁਤ ਮੁਸ਼ਕਲ, ਆਪਾਂ ਬਹੁਤ ਵਾਰੀ ਅੱਗੇ ਗੱਲ ਕੀਤੀ ਹੈ, ਇਹ ਰੋਕਣੇ ਬਹੁਤ ਮੁਸ਼ਕਲ ਨੇ। ਜਿਹੜੇ ਸ਼ੈਂਟੀ ਟਾਊਨਸ ਨੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਬਹੁਤ ਥੋੜੀ ਥਾਂ ਦੇ ਵਿੱਚ ਬਹੁਤ ਜ਼ਿਆਦਾ ਆਬਾਦੀ ਦੀ ਕਨਸੈਂਟਰੇਸ਼ਨ ਹੈ, ਜਿੰਨੇ ਮੈਟਰੋਪੋਲੀਟਨ ਨੇ। ਕੱਲਾ ਮੁੰਬਈ ਨਹੀਂ ਜੀ, ਦਿੱਲੀ ਦਾ ਇਹ ਹਾਲ ਆ, ਕਲਕੱਤਾ ਦਾ ਇਹ ਹਾਲ ਆ, ਵੱਡੇ ਵੱਡੇ ਸ਼ਹਿਰਾਂ 'ਚ ਇਹ ਕੁਛ ਹੀ ਆ। ਔਰ ਕਈਆਂ ਦਾ ਹਜੇ ਪਤਾ ਨਹੀਂ, ਆਪਾਂ ਪਰਸੋਂ ਗੱਲ ਕੀਤੀ ਸੀਗੀ ਕਿ ਰੋਇਟਰਸ ਦਾ ਇੱਕ ਪ੍ਰੈਸ ਰਿਪੋਰਟਰ ਇੱਕ ਦਿੱਲੀ ਦੇ ਹਸਪੀਟਲ ਦੇ ਵਿੱਚ ਜਾ ਕੇ ਆਇਆ, ਜਿਹਨੇ ਉੱਥੋਂ ਦੀ ਬੜੀ ਭਿਆਨਕ ਦਸ਼ਾ ਦਰਸਾਈ ਹੈ। ਔਰ ਇੱਕ ਹਸਪੀਟਲ ਦੀ ਗੱਲ ਹੈ ਜੀ, ਉੱਥੇ ਹਜ਼ਾਰਾਂ ਹਸਪੀਟਲ ਐਸੇ ਨੇ ਜਿੱਥੇ ਇਹ ਜਿਹਾ ਕੁਛ ਹੋ ਰਿਹਾ। ਔਰ ਸਰਕਾਰਾਂ ਨੂੰ ਬਹੁਤ ਸੀਰੀਅਸਲੀ ਸੋਚਣਾ ਚਾਹੀਦਾ, ਬਿਨਾਂ ਐਵੇਂ ਗੱਲਾਂ ਤੋਂ ਤਮਗੇ ਨਾ ਲਈ ਜਾਓ। ਪਲੀਜ਼ ਸੀਰੀਅਸਲੀ ਆਪਦੇ ਸਿਟੀਜ਼ਨ ਦਾ ਖਿਆਲ ਕਰੋ, ਉਹਨਾਂ ਦੀ ਸਿਹਤ ਦਾ ਖਿਆਲ ਕਰੋ, ਉਹਨਾਂ ਦੇ ਫਿਊਚਰ ਦਾ ਖਿਆਲ ਕਰੋ। ਸਰਕਾਰਾਂ ਤੋੜਨ ਦੇ ਬਾਰੇ ਬਾਅਦ 'ਚ ਸੋਚੋ। ਜੀ ਬਿਲਕੁਲ। ਤੇ ਉਧਰ ਭਾਰਤ ਤੇ ਪਾਕਿਸਤਾਨ ਤੋਂ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤੀ ਡਿਪਲੋਮੈਟ ਜਿਹੜੇ ਆ ਉੱਥੇ ਉਹਨਾਂ ਨੂੰ ISI ਵੱਲੋਂ ਉਹਨਾਂ ਨੂੰ ਚੇਸ ਕੀਤਾ ਜਾ ਰਿਹਾ ਵਾ, ਉਹਨਾਂ ਨੂੰ ਹਰਾਸਮੈਂਟ ਉਹਨਾਂ ਦੀ ਕੀਤੀ ਜਾ ਰਹੀ ਹੈ। ਇਹ ਕੀ ਦੋਵੇਂ ਕੰਟਰੀਜ਼ ਦੇ ਵਿੱਚ, ਕਿਉਂਕਿ ਪਿੱਛੇ ਵਜੇ ਵੀ ਜਿੱਥੇ ਤੱਕ ਮੈਨੂੰ ਯਾਦ ਹੈ ਭਾਰਤ ਨੇ ਅਜਿਹੇ ਹੀ ਇੱਕ ਕਦਮ ਦੇ ਉੱਤੇ ਆਪਣੀ ਆਪੱਤੀ ਜਤਾਈ ਸੀ, ਹੁਣ ਫਿਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਆਪੱਤੀ ਜਤਾਈ ਸੀ, ਮੈਂ ਇਹਨੂੰ ਇੱਕ ਹੋਰ ਐਂਗਲ ਤੋਂ ਦੇਖਦਾ ਕਰਨ। ਜਿਹੜੇ ਡਿਪਲੋਮੈਟਸ ਨੇ ਉਹਨਾਂ ਦਾ ਖਿਆਲ ਰੱਖਣਾ ਉਸ ਕੰਟਰੀ ਦੀ ਜ਼ਿੰਮੇਵਾਰੀ ਹੈ, ਚਾਹੇ ਤੁਹਾਡਾ ਦੁਸ਼ਮਣ ਹੈ ਚਾਹੇ ਕੁਛ ਹੋਰ ਵੀ ਹੈ। ਜਿਹੜਾ ਸਾਡੇ ਇੰਡੀਅਨ ਡਿਪਲੋਮੈਟਸ ਨੂੰ ਇਹ ਕਿਵੇਂ ਪਤਾ ਵੀ ਮੇਰੇ ਪਿੱਛੇ ISI ਦਾ ਬੰਦਾ ਲੱਗਿਆ ਹੈ? ਮੈਨੂੰ ਇਸ ਗੱਲ ਤੇ ਜ਼ਰੂਰ ਹੈਰਾਨੀ ਹੋਈ ਹੈ। ਹਾਂ, ਕੋਈ ਵੀ ਲੁਟੇਰਾ ਹੋ ਸਕਦਾ, ਕੋਈ ਕੁਛ ਵੀ ਹੋ ਸਕਦਾ। ਜਦੋਂ ਤੁਸੀਂ ਇਹ ਗੱਲ ਤੁਹਾਨੂੰ ਸਰਕਾਰ ਉੱਥੋਂ ਦੀ ਸਰਕਾਰ ਨੇ ਪ੍ਰੋਟੈਕਸ਼ਨ ਦੇਣੀ, ਔਰ ਬਹੁਤ ਵੱਡੀ ਪ੍ਰੋਟੈਕਸ਼ਨ ਦਿੱਤੀ ਹੁੰਦੀ ਹੈ, ਕਿ ਐਸੀ ਵੈਸੀ ਗੱਲ ਨਹੀਂ। ਬਹੁਤੀਆਂ ਸਰਕਾਰਾਂ ਨੇ ਤਾਂ ਤਰਨ ਐਸੀ ਪ੍ਰੋਟੈਕਸ਼ਨ ਹੈ ਕਿ ਜੇ ਡਿਪਲੋਮੈਟ ਤੋਂ ਕੋਈ ਐਕਸੀਡੈਂਟ ਹੋ ਜਾਂਦਾ, ਕਿਸੇ ਦੀ ਡੈਥ ਹੋ ਜਾਂਦੀ ਹੈ, ਤਾਂ ਉਹਨੂੰ ਡਿਪਲੋਮੈਟਿਕ ਇਮਿਊਨਿਟੀ ਹੈ, ਕੋਈ ਕਤਲ ਦੇ ਚਾਰਜਸ ਨਹੀਂ ਲੱਗਦੇ। ਸਾਡੇ ਆਪਣੇ ਕੈਨੇਡਾ ਦੇ ਵਿੱਚ ਇਹ ਹੋਇਆ ਸੀਗਾ। ਇੱਕ ਰਸ਼ੀਅਨ ਡਿਪਲੋਮੈਟ ਸੀਗਾ ਜੀ, ਉੱਥੋਂ ਆਟਵਾ ਦੇ ਵਿੱਚ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ। ਮੇਰੇ ਖਿਆਲ ਸ਼ਾਇਦ ਉਹਦੀ ਸ਼ਰਾਬ ਵੀ ਪੀਤੀ ਹੋਈ ਸੀ ਔਰ ਡੈਥ ਹੋ ਗਈ ਸੀਗੀ। ਉਹ ਬੰਦਾ ਡਿਪਲੋਮੈਟਿਕ ਇਮਿਊਨਿਟੀ ਦੇ ਅੰਡਰ ਕੈਨੇਡਾ ਛੱਡ ਕੇ ਚਲਾ ਗਿਆ ਸੀ ਰਸ਼ੀਆ ਦੇ ਵਿੱਚ। ਸਾਡੀ ਕੈਨੇਡੀਅਨ ਸਰਕਾਰ ਉਹਨੂੰ ਵਾਪਸ ਨਹੀਂ ਸੀ ਲਿਆ ਸਕੀ। ਸੋ ਇੰਨੀ ਵੱਡੀ ਇਮਿਊਨਿਟੀ ਹੈਗੀ ਆ, ਤੇ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਕਿਹੜੇ ਹਿਸਾਬ 'ਚ ਸਾਡੇ ਜਿਹੜੇ ਉੱਥੇ ਡਿਪਲੋਮੈਟ ਨੇ ਉਹ ਇਹ ਦੋਸ਼ ਲਗਾ ਰਹੇ ਨੇ ਕਿ ISI ਸਾਡੇ ਮਗਰ ਪਈ ਹੋਈ ਆ, ਸਾਨੂੰ ਹਰਾਸ ਕਰਦੀ ਹੈ। ਹਰਾਸ ਕੋਈ ਵੀ ਕਰ ਸਕਦਾ, ਕੁਛ ਵੀ ਹੋ ਸਕਦਾ, ਪਰ ਜਿਹੜੇ ਤੁਹਾਡੇ ਡਿਪਲੋਮੈਟਿਕ ਏਰੀਆ ਹੈਗਾ ਉਹਦੇ ਏਰੀਆ ਦੇ ਵਿੱਚ ਕਿਸੇ ਨੂੰ ਵੜਨ ਨਹੀਂ ਦਿੱਤਾ ਜਾਂਦਾ, ਤੁਹਾਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਂਦੀ ਆ। ਮੈਨੂੰ ਇਹਦੇ 'ਚ ਕੁਛ ਬਹੁਤਾ ਤੁੱਕ ਨਹੀਂ ਲੱਗਦੀ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਬਹੁਤੀ ਗੱਲ ਮੈਨੂੰ ਜੱਜੀ ਨਹੀਂ ਜੀ ਇਹ। ਆਈ ਡੋਨਟ ਨੋ ਵਾਈ ਇਟਸ ਹੈਪਨਿੰਗ ਨਾਓ। ਜੀ ਬਿਲਕੁਲ। ਪਰ ਉਧਰ ਭਾਰਤ ਤੇ ਚਾਈਨਾ ਦੇ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ, ਕਿਹਾ ਜਾ ਰਿਹਾ ਹੈ ਕਿ ਹੁਣ ਬੈਠ ਕੇ ਆਪਸ ਦੇ ਵਿੱਚ ਗੱਲਬਾਤ ਕਰਨਗੇ ਤੇ ਸ਼ਾਇਦ ਕੋਈ ਸਾਰਥਕ ਨਤੀਜਾ ਨਿਕਲ ਸਕਦਾ ਹੈ। ਹੁਣ ਸ਼ਾਂਤੀ ਦੇ ਨਾਲ ਕੋਈ ਨਤੀਜਾ ਨਿਕਲ ਜਾਏਗਾ, ਜਿਵੇਂ ਬਾਰਡਰ ਦੇ ਉੱਤੇ ਅਸੀਂ ਦੇਖ ਰਹੇ ਸੀ ਕਿ ਕਾਫੀ ਜ਼ਿਆਦਾ ਤਲਖੀ ਵੱਧ ਰਹੀ ਹੈ। ਤਰਨ ਬਹੁਤ ਚੰਗੀ ਗੱਲ ਆ। ਅਖੀਰ ਜਦੋਂ ਮਰਜ਼ੀ ਕਰ ਲਿਓ, ਗੱਲ ਟੇਬਲ ਤੇ ਬੈਠ ਕੇ ਨਿਬੜਨੀ ਹੈ। ਜਿੰਨੀਆਂ ਮਰਜ਼ੀ ਜਾਨਾਂ ਚਲੇ ਜਾਣ, ਕੁਛ ਹੋ ਜਾਵੇ ਨੁਕਸਾਨ, ਜਾਨੀ ਨੁਕਸਾਨ, ਮਾਲੀ ਨੁਕਸਾਨ ਕਰਨ ਤੋਂ ਬਾਅਦ ਗੱਲ ਫਿਰ ਵੀ ਐਵੇਂ ਨਿਬੜਨੀ ਹੈ। ਸੋ ਇਹ ਚੰਗੀ ਗੱਲ ਆ, ਇੱਕ ਚੰਗਾ ਕਦਮ ਹੈ ਜੇ ਦੋਨੇ ਦੇਸ਼ ਕਿਸੇ ਗੱਲ ਦੇ ਉੱਤੇ ਬੈਠ ਕੇ, ਕਿਉਂਕਿ ਲੜਨ ਤੋਂ ਚਾਹੇ ਕੁਛ ਵੀ ਆ ਡਰਦੇ ਆ ਦੋਨੇ, ਸਾਰੇ ਡਰਦੇ ਹੁੰਦੇ ਆ, ਨੁਕਸਾਨ ਹੈ ਦੋਨਾਂ ਦਾ। ਹਾਂ, ਆਪਦੇ ਜਿਹੜੇ ਸੌੜੇ ਮੰਤਵ ਹੈ ਉਹਨਾਂ ਨੂੰ ਪੂਰੇ ਕਰਨ ਵਾਸਤੇ ਲੜਾਈ ਦੇ ਦਮਗਜੇ ਜ਼ਰੂਰ ਸਰਕਾਰਾਂ ਮਾਰਦੀਆਂ ਨੇ। ਸਾਡੀ ਸਰਕਾਰ ਇੰਡੀਆ ਵਾਲੇ ਉਦੋਂ ਦਮਗਜਾ ਮਾਰਦੀ ਆ, ਇਲੈਕਸ਼ਨ ਆਈ ਹੁੰਦੀ, ਅਸੀਂ ਪਾਕਿਸਤਾਨ ਦੇ ਅਗੇਂਸਟ ਬੋਲਦੇ ਹਾਂ। ਪਾਕਿਸਤਾਨ 'ਚ ਵੀ ਇਹੀ ਹਾਲ ਹੁੰਦਾ, ਜਦੋਂ ਉਹਨਾਂ ਦੇ ਇਲੈਕਸ਼ਨ ਆਈ ਹੁੰਦੀ ਆ ਤਾਂ ਇੰਡੀਆ ਦੀ ਕੋਈ ਨਾ ਕੋਈ ਏਜੰਸੀ ਦੇ ਦੋਸ਼ ਲਾਉਂਦੇ ਆ, ਕਹਿੰਦੇ ਕਰਾਚੀ 'ਚ ਬੰਬ ਚੱਲ ਗਿਆ ਜੀ, ਕੁਛ ਆਏ ਹੋ ਗਿਆ। ਸਾਡੇ ਜਿਹੜਾ ਕੋਈ ਕਿਤੇ ਬੰਬ ਆਪ ਚਲਾਤਾ, ਚਾਹੇ ਚੱਲ ਗਿਆ ਜੀ, ਅਸੀਂ ਪਾਕਿਸਤਾਨ ਦੇ ਲਾਉਣਾ। ਵਿੱਚ ਕੋਈ ਸਮਾਨ ਫੜੇਗਾ, ਕਹਿਣਾ ਜੀ ਇਹ ਚਾਈਨੀਜ਼ ਹਥਿਆਰ ਫੜੇ ਗਏ ਨੇ। ਇਹ ਜਿਹੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ, ਪਰ ਜਿਹੜੀ ਫੁੱਲ ਫਲੈਜ ਲੜਾਈ ਆ, ਇਹ ਦੋਨਾਂ ਧਿਰਾਂ ਨੂੰ ਬਹੁਤ ਘਾਟਾ ਪੈਂਦਾ ਜੀ ਇਸ ਕੰਮ। ਜੀ ਬਿਲਕੁਲ ਸਰ। ਅਮਰੀਕਾ ਦੀ ਇੱਕ ਖਬਰ ਸਾਹਮਣੇ ਆਈ ਆ ਕਿ ਉੱਥੇ ਇੱਕੋ ਪਰਿਵਾਰ ਦੇ 6 ਜੀ ਮਰ ਗਏ ਨੇ ਤੇ ਕਾਰਬਨ ਮੋਨੋਆਕਸਾਈਡ ਗੈਸ ਚੜਨ ਕਰਕੇ ਮਰੇ ਨੇ, ਤੇ ਪੁਲਿਸ ਇਸ ਨੂੰ ਸੁਸਾਈਡ ਦਾ ਮੈਟਰ ਜਿਹੜਾ ਆ ਉਹ ਕਰਾਰ ਦੇ ਰਹੀ ਹੈ। ਬਿਲਕੁਲ ਜੀ। ਇਹ 6 ਬੱਚੇ ਆ ਜੀ ਤੇ ਪੇਰੈਂਟਸ। ਤੁਸੀਂ ਇਮੇਜਿਨ ਕਰੋ ਕਿ ਸਾਰਿਆਂ ਦੀ ਜਾਨ ਚਲੀ ਜਾਣੀ। ਜਿਹੜੀ ਕਾਰਬਨ ਮੋਨੋਆਕਸਾਈਡ ਹੈ ਜੀ, ਇਹ ਜਿਹੜਾ ਆਪਣਾ ਕਾਰ ਦੀ ਗੈਸ ਹੈ, ਉਹਦੇ ਐਗਜ਼ਾਸਟ ਵਿੱਚੋਂ ਬਹੁਤੀ ਇਹ ਗੈਸ ਨਿਕਲਦੀ ਹੈ। ਔਰ ਇਹ ਗੈਸ ਐਸੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈ, ਤੁਹਾਨੂੰ ਇਹ ਜਾਨਲੇਵਾ ਸਾਬਤ ਹੁੰਦੀ ਹੈ। ਬਹੁਤ ਪਲੀਜ਼ ਇਸ ਗੱਲ ਦਾ ਬਹੁਤ ਖਿਆਲ ਰੱਖੋ। ਕਈ ਵਾਰੀ ਲੋਕ ਐਸੇ ਹੁੰਦੇ ਨੇ, ਗਰਾਜ ਦੇ ਵਿੱਚ ਗੱਡੀ ਚੱਲਦੀ ਰਹਿ ਜਾਂਦੀ ਹੈ, ਆਪਾਂ ਨੂੰ ਭੁਲੇਖਾ ਲੱਗ ਜਾਂਦਾ ਵੀ ਅਸੀਂ ਗੱਡੀ ਤਾਂ ਬੰਦ ਕੀਤੀ। ਅੱਜ ਕੱਲ੍ਹ ਵਾਲੀਆਂ ਗੱਡੀਆਂ ਕੁਆਇਟ ਹੀ ਇੰਨੀਆਂ ਨੇ,
ਉਹਦੇ ਨਾਲ ਮੋਨੋਆਕਸਾਈਡ ਗਰਾਜ ਹੋ ਜਾਂਦੀ ਤੇ ਗਰਾਜ ਦੇ ਵਿੱਚੋਂ ਹੌਲੀ ਹੌਲੀ ਘਰ ਦੇ ਅੰਦਰ ਚਲੀ ਜਾਂਦੀ ਆ। ਔਰ ਕਈ ਥਾਵਾਂ ਤੇ ਐਸੇ ਐਕਸੀਡੈਂਟ ਹੋਏ ਨੇ ਕਿ ਲੋਕਾਂ ਨੇ ਅਣਜਾਣਪੁਣੇ ਦੇ ਵਿੱਚ ਹੀ ਜਾਨ ਚਲੀ ਗਈ ਆ। ਇਟਸ ਅ ਵੈਰੀ ਜਿਹੜੀ ਬੜੀ ਮੰਦਭਾਗੀ ਘਟਨਾ ਜੀ, ਸਾਰੇ ਪਰਿਵਾਰ ਦਾ ਚਲਾ ਜਾਣਾ, 6 ਬੱਚੇ, 2 ਪੇਰੈਂਟਸ, 8 ਜਾਨਾਂ ਜਾਣੀਆਂ। ਔਰ ਜੇ ਸੁਸਾਈਡ ਵਾਲਾ ਉਹ ਲਾਗੇ ਹੋ ਰਿਹਾ ਕਿਉਂਕਿ ਜਿਹੜਾ ਬੰਦਾ ਹੈਗਾ ਉਹ ਆਪਦੇ ਕੰਮ ਤੋਂ ਵਾਪਸ ਆਇਆ ਸੀ, ਸਾਰਾ ਕੁਝ ਠੀਕ ਠਾਕ ਸੀਗਾ। ਪਰ ਇਹ ਪਤਾ ਨਹੀਂ ਹੌਲੀ ਹੌਲੀ ਕਾਰਨ ਦਾ ਪਤਾ ਲੱਗੇਗਾ ਜੀ। ਪਰ ਰਾਈਟ ਨਾਓ ਪੁਲਿਸ ਦੇ ਮੁਤਾਬਕ ਲੁਕਸ ਲਾਈਕ ਇਟਸ ਅ ਸੁਸਾਈਡ। ਸਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੈਟਰਿਕ ਬਰਾਊਨ ਨੇ ਵੀ ਹੁਣ ਇੱਕ ਸਟੇਟਮੈਂਟ ਦਿੱਤੀ ਹੈ, ਮਿਸਟਰ ਬਰਾਊਨ ਨੇ, ਜੋ ਕਿ ਬਰੈਂਪਟਨ ਦੇ ਮੇਅਰ ਨੇ, ਕਿ ਜੇਕਰ ਹੁਣ ਕਿਸੇ ਨੇ ਟਰੈਵਲ ਕਰਨਾ ਆ ਤਾਂ ਉਹਨਾਂ ਦੇ ਲਈ ਕੁਝ ਮਾਪਦੰਡ ਜ਼ਰੂਰੀ ਕਰ ਦਿੱਤੇ ਗਏ ਨੇ, ਖਾਸ ਤੌਰ ਤੇ ਜਿਹੜੇ ਬੱਸਾਂ ਦੇ ਵਿੱਚ ਟਰੈਵਲ ਕਰਨਗੇ। ਬਿਲਕੁਲ, ਜੁਲਾਈ ਤੋਂ ਜੀ ਇਹ ਸ਼ੁਰੂ ਹੋ ਗਿਆ। ਜਿਹਨੇ ਵੀ ਬੱਸਾਂ ਦੇ ਵਿੱਚ ਟਰੈਵਲ ਕਰਨਾ ਉਹਨਾਂ ਨੂੰ ਮਾਸਕ ਪਾਉਣਾ ਜ਼ਰੂਰੀ ਹੈ ਜੀ। ਇਹ ਬਰੈਂਪਟਨ ਟ੍ਰਾਂਜ਼ਿਟ ਦੇ ਵਿੱਚ ਜਿਹਨੇ ਵੀ ਕਰਨਾ ਜੀ, ਸਾਡੇ ਜਿਹੜੇ ਬਰੈਂਪਟਨ ਦੇ ਮੇਅਰ ਸਾਹਿਬ ਨੇ ਜੀ, ਇਹਨਾਂ ਦਾ ਨਵਾਂ ਇਹ ਐਲਾਨ ਆਇਆ ਔਰ ਦੁਬਾਰੇ ਫੇਰ ਐਲਾਨ ਆਇਆ ਅੱਜ। ਮੈਂ ਮਿਸਟਰ ਮਟੀਰੀਅਲਸ ਜਿਹੜੇ ਕਿ ਕਾਉਂਸਲਰ ਨੇ ਆਪਣੇ ਪੀਲ ਦੇ, ਉਹਨਾਂ ਨਾਲ ਇੰਟਰਵਿਊ ਕੀਤੀ ਸੀਗੀ ਜੀ। ਉਹਨਾਂ ਨੇ ਵੀ ਇਹੀ ਕਿਹਾ ਜਿਹੜੀ ਬੈਕਯਾਰਡ ਪਾਰਟੀਜ਼ ਹੈਗੀਆਂ ਨੇ, ਪਲੀਜ਼ ਇਹ ਨਾ ਕਰਿਆ ਕਰੋ, ਇਹਨਾਂ ਨੂੰ ਬੰਦ ਕਰ ਦਿਓ। ਔਰ ਉਹਨਾਂ ਦੇ ਨਾਲ ਇੱਕ ਹੋਰ ਵੀ ਗੱਲ ਦੱਸੀ ਹੈ ਕਿ 311 ਕੋਈ ਵੀ ਕਾਲ ਕਰ ਸਕਦਾ ਹੈ। ਇਹ ਇਕੱਲਾ ਜੀ ਮੈਂ ਬਰੈਂਪਟਨ ਦੀ ਗੱਲ ਨਹੀਂ ਕਰ ਰਿਹਾ, ਮੈਂ ਸਾਰਿਆਂ ਥਾਵਾਂ ਤੇ ਇੱਕੋ ਨੰਬਰ, ਜਿਹੜੇ ਬਾਹਰ ਦੇ ਸਾਡੇ ਦੇਸ਼ ਦੇਖ ਰਹੇ ਨੇ ਪ੍ਰੋਗਰਾਮ, ਸਾਡੇ ਆਲ ਓਵਰ ਜੀ 311 ਹੈ। ਜੇ ਤੁਸੀਂ ਜਿਵੇਂ 911 ਐਮਰਜੈਂਸੀ ਨੰਬਰ ਹੈ ਜੀ, ਮਿਊਨਿਸਪੈਲਿਟੀ ਦਾ ਤੁਸੀਂ ਕੋਈ ਚੀਜ਼ ਲੈਣੀ ਹੈਗੀ ਹੈ, ਕੋਈ ਇਨਫੋਰਮੇਸ਼ਨ ਲੈਣੀ ਹੈ, ਕੋਈ ਦੱਸਣਾ ਚਾਹੁੰਦੇ ਹੋ ਤਾਂ 311 ਆ। ਆਪਦੀ ਮਿਊਨਿਸਪੈਲਿਟੀ ਜਿਹੜੇ ਏਰੀਆ 'ਚ ਬੈਠੇ ਹੋ, ਜੇ 311 ਡਾਇਲ ਕਰੋਗੇ ਤੁਹਾਡੀ ਮਿਊਨਿਸਪੈਲਿਟੀ ਦੇ ਆਫਿਸ ਦੇ ਵਿੱਚ ਆ ਕੇ ਫੋਨ ਵੱਜਦਾ। ਸਾਡੇ ਸਿਸਟਮ ਇਹੋ ਜਿਹਾ ਕੀਤਾ ਹੈ ਜੀ। ਸੋ ਉਹਨਾਂ ਨੇ ਇਹ ਗੱਲ ਕਿ ਮਟੀਰੀਅਲਸ ਉਹਨਾਂ ਨੇ ਦੱਸਿਆ ਜੀ ਕਿ ਤੁਸੀਂ ਜੇ ਕੋਈ ਕਿਸੇ ਦੇ ਘਰੇ ਪਾਰਟੀ ਚੱਲ ਰਹੀ ਹੈ ਤਾਂ ਤੁਸੀਂ ਇਹ 311 ਦੇ ਉੱਤੇ ਸ਼ਿਕਾਇਤ ਕਰ ਸਕਦੇ ਹੋ ਔਰ ਉਹ ਪਾਰਟੀ ਦੇ ਉੱਤੇ ਜ਼ਰੂਰ ਕੰਟਰੋਲ ਕੀਤਾ ਜਾਵੇਗਾ। ਅਜੇ ਤੱਕ ਵੀ ਮੈਂ ਕਲੀਅਰ ਕਰ ਦਿਆਂ, 5 ਬੰਦਿਆਂ ਤੋਂ ਵੱਧ ਦਾ ਇਕੱਠ ਬਰੈਂਪਟਨ ਜਾਂ ਕਿਸੇ ਹੋਰ ਥਾਂ ਤੇ ontario 'ਚ ਅਲਾਉਡ ਨਹੀਂ ਹੈ ਜੀ। 5 ਬੰਦਿਆਂ ਤੋਂ ਵੱਧ ਕਿਤੇ ਵੀ ਨਹੀਂ ਹੈ। ਪਲੀਜ਼ ਕਿਤੇ ਵੀ ਇਕੱਠੇ ਨਾ ਹੋਇਓ ਕਿਉਂਕਿ ਇਸ ਚੀਜ਼ ਦਾ ਜੁਰਮਾਨਾ $700-800 ਹੈ ਜੀ। ਤੇ ਐਮਬੈਰਸਮੈਂਟ ਵੱਖਰੀ ਹੈ ਕਿ ਅਗਲਾ ਕਹੂਗਾ ਵੀ ਤੁਹਾਨੂੰ ਹੁਣ ਪਾਰਟੀ ਕਰਦੇ ਸੀ, ਤੁਹਾਨੂੰ ਜੁਰਮਾਨਾ ਹੈ ਜੀ। ਬਿਲਕੁਲ ਜੀ, ਬਹੁਤ ਸਾਵਧਾਨੀ ਦੇ ਨਾਲ ਹੁਣ ਪਾਰਟੀ ਕਰਨੀ ਪੈਣੀ ਹੈ। ਹਾਲਾਂਕਿ ਜਿੰਨੀ ਦੇਰ ਤੱਕ ਕਰੋਨਾ ਵਾਇਰਸ ਆ, ਪਾਰਟੀ ਤੋਂ ਥੋੜਾ ਜਿਹਾ ਪਰਹੇਜ਼ ਹੀ ਕੀਤਾ ਜਾਵੇ। ਸਰ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਵਾਂ ਕਿ ਅੱਜ ਅਸੀਂ ਇੰਡੀਅਨ ਕੌਂਸੂਲੇਟ ਅਪੂਰਵਾ ਸ਼੍ਰੀਵਾਸਤਵ ਨੂੰ ਆਪਣੇ ਨਾਲ ਜੋੜਨ ਚਾਹ ਰਹੇ ਹਾਂ। ਸੋ ਇਹ ਵੀ ਨਾਲ ਜ਼ਰੂਰ ਦੱਸ ਦਈਏ ਕਿ ਅੱਜ ਜਿਹੜੀਆਂ ਫਲਾਈਟਸ ਜਿਹੜੀਆਂ ਤੁਸੀਂ ਰਜਿਸਟ੍ਰੇਸ਼ਨ ਕਰਵਾਉਣੀਆਂ, ਅੱਜ ਅਸੀਂ ਉਹਨਾਂ ਦੀ ਜਾਣਕਾਰੀ ਦੇਵਾਂਗੇ ਜਿਹੜੇ ਇਸ ਵਕਤ ਭਾਰਤੀ ਕੈਨੇਡਾ ਵਿੱਚ ਫਸੇ ਹੋਏ ਨੇ ਤੇ ਉਹਨਾਂ ਨੇ ਭਾਰਤ ਨੂੰ ਜਾਣਾ ਆ। ਸੋ ਭਾਰਤ ਤੋਂ ਇੱਥੇ ਆਉਣ ਵਾਲਿਆਂ ਬਾਰੇ ਅਸੀਂ ਆਪਣੇ ਮੰਡੇ ਦੇ ਐਪੀਸੋਡ ਦੇ ਵਿੱਚ ਕੋਸ਼ਿਸ਼ ਕਰਾਂਗੇ ਉਦੋਂ ਜਾਣਕਾਰੀ ਦਈਏ, ਜਾਂ ਅਸੀਂ ਇੰਡੀਆ ਦੇ ਵਿੱਚ ਸੁਣ ਲੈ ਸਰਕਾਰੀ ਜੋ ਸਾਡਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਜਿਹੜੇ ਇਸ ਵਕਤ ਭਾਰਤ ਵਿੱਚ ਫਸੇ ਹੋਏ ਨੇ ਤੇ ਕੈਨੇਡਾ ਆਉਣਾ ਚਾਹੁੰਦੇ ਨੇ। ਸੋ ਅੱਜ ਦੀ ਅਸੀਂ ਜਾਣਕਾਰੀ ਉਹਨਾਂ ਲਈ ਪ੍ਰੋਵਾਈਡ ਕਰਵਾਵਾਂਗੇ ਜਿਹੜੇ ਇਸ ਵਕਤ ਕੈਨੇਡਾ ਵਿੱਚ ਫਸੇ ਹੋਏ ਨੇ ਤੇ ਭਾਰਤ ਜਾਣਾ ਚਾਹੁੰਦੇ ਨੇ। ਸੋ ਸਾਡੀ ਕੁਐਸਚਨਸ ਦੀ ਲੜੀ ਆਲਮੋਸਟ ਜਿਹੜੀ ਰੈਡੀ ਹੋ ਚੁੱਕੀ ਆ। ਬਹੁਤ ਜਲਦ ਉਹਨਾਂ ਨੂੰ ਅਸੀਂ ਆਪਣੇ ਨਾਲ ਜੋੜਨ ਜਾ ਰਹੇ ਹਾਂ। ਸਰ ਕੈਨੇਡਾ ਦੀ ਗੱਲ ਕਰੀਏ, ਇੱਕ ਲਿਬਰਲ ਐਮਪੀ ਨੂੰ ਅਸੌਲਟ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ, ਕੀ ਹੈ ਪੂਰਾ ਮਾਮਲਾ? ਜੀ ਮੈਂ ਤੁਹਾਨੂੰ ਇਹਦੀ ਗੱਲ ਬਾਅਦ ਚ ਦੱਸਦਾ। ਮੈਨੂੰ ਇੱਕ ਹੋਰ ਖਬਰ ਯਾਦ ਆਈ ਹੁਣੇ। ਆਪਣੇ ਨੋਵਾ ਸਕੋਸ਼ੀਆ ਦੇ ਵਿੱਚ ਇੱਕ ਪਾਇਲਟ ਨੇ ਜੀ, ਉਹ ਬੜੇ ਕ੍ਰੀਏਟਿਵ ਪਾਇਲਟ ਜੀ। ਔਰ ਉਹਨਾਂ ਨੇ ਜਦੋਂ ਤੁਸੀਂ ਉਹਨਾਂ ਦੀ ਫਲਾਈਟ ਪਾਥ ਦੇਖੋਗੇ, ਉਹਨਾਂ ਨੇ ਇਸ ਹਿਸਾਬ ਦੇ ਵਿੱਚ ਫਲਾਈਟ ਪਾਥ ਕ੍ਰੀਏਟ ਕੀਤਾ, ਉਹ ਇਉਂ ਲੱਗਦਾ ਜਿਵੇਂ ਕਿਸੇ ਦੀ ਮੁੱਠੀ ਬੰਦ ਕੀਤੀ ਹੁੰਦੀ ਹੈ। ਅੱਜ ਕੱਲ ਜਿਹੜੀ ਫਿਸਟ ਕਰ ਰਹੇ ਆ, ਜਿੱਥੇ ਮੁਜ਼ਾਹਰੇ ਹੋ ਰਹੇ ਨੇ, ਇੱਕ ਉਹਦੇ 'ਚ ਮੁੱਠੀ ਬੰਦ ਕਰਦਾ ਇਸ ਤਰ੍ਹਾਂ ਦਾ ਸਾਈਨ ਆਉਂਦਾ ਨਾ, ਉਹਨਾਂ ਨੇ ਫਲਾਈਟ ਟਰੈਕ ਕਰਕੇ ਇਸ ਹਿਸਾਬ ਦੇ ਵਿੱਚ ਪਲੇਨ ਉਡਾਇਆ ਕਿ ਉਹ ਜੇ ਫਲਾਈਟ ਟਰੈਕਰ ਦੀ ਤੁਸੀਂ ਵੈਬਸਾਈਟ ਤੇ ਜਾਓਗੇ ਉਹ ਬਣਿਆ ਹੋਇਆ, ਉਹਨੇ ਇਸ ਹਿਸਾਬ ਦੇ ਵਿੱਚ ਪਲੇਨ ਉਡਾਇਆ ਕਿ ਉਹ ਇੱਕ ਮੁੱਠੀ ਲੱਗਦਾ ਉਹ ਸਾਰਾ ਟਰੈਕ। ਉਹਨੇ ਬੜੀ ਕ੍ਰੀਏਟਿਵ ਗੱਲ ਕੀਤੀ ਹੈ ਜੀ। ਤੁਸੀਂ ਗੱਲ ਕੀਤੀ ਸੀ ਪਾਰਲੀਮੈਂਟ ਦੇ ਜੀ, ਲਿਬਰਲ ਐਮਪੀ, ਬਿਲਕੁਲ ਹਾਂਜੀ। ਉਹਨਾਂ ਦਾ ਜੀ ਤਰਨ ਇਹ ਗੱਲ ਦੇਖੋ ਇੱਥੇ ਵੀ ਦੱਬੀ ਰਹਿ ਗਈ। ਇਹ ਗੱਲ ਅਪ੍ਰੈਲ 'ਚ ਹੋਈ ਆ ਜੀ। ਆਪਾਂ ਦੱਬਣ ਨਹੀਂ ਦਿੰਦੇ ਸਰ, ਆਪਾਂ ਕੱਢ ਲੈਣੇ ਹੁੰਦੇ ਆ। ਇਹ ਮਾਰਵਨ ਤਬਾਰਾ ਸਾਹਿਬ ਨੇ ਜੀ, ਇਹ ਕਿਚਨਰ ਸਾਊਥ ਹੈਸਪਲਰ ਦੇ ਉੱਤੋਂ ਇਹ ਮੈਂਬਰ ਪਾਰਲੀਮੈਂਟ ਨੇ। ਇਹਨਾਂ ਦੀ ਬੈਕਗ੍ਰਾਉਂਡ ਮੇਰੇ ਖਿਆਲ ਲੈਬਨਾਨ ਤੋਂ ਹੈ ਜੀ। ਇਹਨਾਂ ਨੂੰ ਚਾਰਜ ਕੀਤਾ ਗਿਆ ਜੀ ਅਸਾਲਟ ਦੇ ਵਿੱਚ, ਦੋ ਅਸਾਲਟਸ ਦੇ ਵਿੱਚ ਤੇ ਇੱਕ ਬ੍ਰੇਕਿੰਗ ਐਂਡ ਐਂਟਰੀ। ਉਹਦੇ ਵਿੱਚ ਇਹਨਾਂ ਨੂੰ 10 ਅਪ੍ਰੈਲ ਦੀ ਇਹ ਘਟਨਾ ਹੈਗੀ ਹੈ ਜੀ। ਲਿਬਰਲ ਸਰਕਾਰ ਕੋਲੇ ਹੁਣ ਗਈ ਹੈ, ਅੱਜ ਪਤਾ ਲੱਗਿਆ ਮੇਰੇ ਖਿਆਲ। ਔਰ ਇਹਦੇ ਪਿੱਛੇ ਹਲੇ ਕੋਈ ਇਹਨਾਂ ਤੇ ਕਾਰਵਾਈ ਕੀਤੀ ਨਹੀਂ ਹੈ ਜੀ। ਕਾਰਵਾਈ ਕੱਲ ਤੱਕ ਕੋਈ ਨਾ ਕੋਈ ਹੋ ਜਾਣੀ ਹੈ।
ਦੇਖ ਲਿਓ ਆ ਵੀਕਐਂਡ ਤੋਂ ਜਦੋਂ ਆਪਾਂ ਮੁੜ ਕੇ ਆਏ ਤਾਂ ਇਹਨਾਂ ਤੇ ਕੋਈ ਨਾ ਕੋਈ ਕਾਰਵਾਈ ਲਾਜ਼ਮੀ ਹੋਈ ਹੋਏਗੀ, ਪਤਾ ਨਹੀਂ ਗੱਲ ਹੈ ਕੀ ਆ, ਪਰ ਜਿਹੜੇ ਦੋਸ ਚਾਰजेस ਆ ਵੈਰੀ ਸੀਰੀਅਸ ਚਾਰਜਰ। ਪਰ ਤੁਸੀਂ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ, ਆਪਾਂ ਜਿਹੜੇ ਕੰਟਰੀਜ਼ 'ਚੋਂ ਆਏ ਆ, ਇੰਡੀਆ ਪਾਕਿਸਤਾਨ ਕੁਝ ਵੀ ਆ, ਉੱਥੇ ਮੈਂਬਰ ਪਾਰਲੀਮੈਂਟ ਇਹੋ ਜਿਹਾ ਕੁਝ ਕਰਦਾ, ਕਈ ਤਾਂ ਮੱਥ ਕੇ ਕਰਦੇ ਨੇ, ਉਹਨਾਂ ਨੂੰ ਕੋਈ ਪੁੱਛ ਦੱਸ ਨਹੀਂ ਆ। ਅਸੀਂ ਇਹਨਾਂ ਕੰਟਰੀਜ਼ ਦਾ, ਅਸੀਂ ਤਾਂ ਹੀ ਜਿਹੜੇ ਇੱਥੋਂ ਦੇ ਲੋਕ ਆ, ਜਦੋਂ ਉੱਥੇ ਇਲੈਕਸ਼ਨ ਆਉਂਦੀ ਆ ਅਸੀਂ ਦਖਲ ਅੰਦਾਜ਼ੀ ਕਿਉਂ ਦਿੰਦੇ ਆ? ਅਸੀਂ ਇਹ ਸਿਸਟਮ ਦੇਖਿਆ ਹੋਇਆ ਕਿ ਇੱਥੇ ਉੱਥੇ ਨਾਲੋਂ ਬਿਹਤਰ ਸਿਸਟਮ 'ਚ ਅਸੀਂ ਰਹਿ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਮੁਲਕ ਵਿੱਚ ਵੀ ਐਸਾ ਸਿਸਟਮ ਹੋਵੇ, ਤਾਂ ਹੀ ਜਿਹੜੇ ਬਾਹਰਲੇ ਲੋਕ ਨੇ, ਗਦਰ ਮੂਵਮੈਂਟ ਬਾਹਰੋਂ ਚੱਲੀ ਸੀਗੀ ਜੀ, ਮੈਂ ਥੋੜਾ ਨਾਲ ਦੱਸ ਦਿਆਂ। ਅਸੀਂ ਜਿਹੜੇ ਬਾਹਰ ਲੋਕ ਆ ਜਾਂਦੇ ਹਾਂ, ਅਸੀਂ ਸਾਰੇ ਆਪਣੇ ਕੰਟਰੀ ਦਾ ਭਲਾ ਚਾਹੁੰਦੇ ਜਿੱਥੋਂ ਅਸੀਂ ਆਏ ਹੋਏ ਹਾਂ। ਇਸੇ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉੱਥੇ ਵੀ ਚੇਂਜਸ ਲੈ ਕੇ ਆਈਏ। ਤੁਸੀਂ ਉਹ ਦੇਖੋ, ਸਾਡੇ ਇੱਥੇ ਮੈਂਬਰ ਪਾਰਲੀਮੈਂਟ ਐਂਡ ਰੂਲਿੰਗ ਪਾਰਟੀ ਦਾ ਮੈਂਬਰ ਹੈ ਜੀ। ਇਮੇਜਿਨ ਕਰੋ, ਇਹਦੇ ਉੱਤੇ ਇਹਨੂੰ ਪੁਲਿਸ ਨੇ ਕੋਈ ਸ਼ਿਕਾਇਤ ਹੋਈ ਹੈ, ਪੁਲਿਸ ਫੜ ਕੇ ਲੈ ਗਈ ਹੈ, ਇਹਨਾਂ ਦੇ ਚਾਰਜ ਲੱਗੇ ਨੇ, ਇਹਨਾਂ ਨੂੰ ਫਿਰ ਪੇਸ਼ ਵੀ ਕੀਤਾ ਗਿਆ, ਹਲੇ ਮੇਰੇ ਖਿਆਲ ਬੇਲ ਤੇ ਆਏ ਹੋਏ ਨੇ, ਤੇ ਬਾਕੀ ਜਿਹੜੀ ਹੁਣ ਇਹਨਾਂ ਦੀ ਸਰਕਾਰ ਆ ਉਹ ਇਹਨਾਂ ਦੇ ਕਾਰਵਾਈ ਪੱਕੀ ਕਰੇਗੀ। ਕੋਈ ਰੇਸਿਜ਼ਮ ਅਟੈਕ ਕਰਨ ਦੇ ਉੱਤੇ, ਕੋਈ ਰੇਸਿਜ਼ਮ ਵਾਲੀ ਸ਼ਬਦਾਵਲੀ ਵਰਤਣ ਦੇ ਉੱਤੇ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਨੌਕਰੀਆਂ ਗਈਆਂ ਨੇ। ਕੋਈ ਅਜਿਹੀ ਸੋਸ਼ਲ ਮੀਡੀਆ ਉੱਤੇ ਕੋਈ ਚੀਜ਼ ਫੋਲੋ ਕਰਨ ਦੇ ਉੱਤੇ ਵੀ ਨੌਕਰੀ ਤੋਂ ਲੋਕੀ ਹੱਥ ਧੋ ਚੁੱਕੇ ਨੇ। ਗੱਲ ਹੈ ਜੀ ਹਾਊਸਿੰਗ ਕੰਪਨੀ ਦੇ ਇੱਕ ਐਗਜ਼ੈਕਟਿਵ, ਉਹਨਾਂ ਨੇ ਔਨ ਏਅਰ ਇੱਕ ਅਜਿਹਾ ਬਿਆਨ ਦੇ ਦਿੱਤਾ ਜਿਹਦੇ ਕਰਕੇ ਉਹਨਾਂ ਨੂੰ ਵੀ ਨੌਕਰੀ ਤੋਂ ਹੱਥ ਧੋਣਾ ਪੈ ਗਿਆ। ਤਰਨ, ਇਹ ਵੁੱਡਬ੍ਰਿਜ ਹੋਇਆ, ਵੁੱਡਬ੍ਰਿਜ ਇੱਕ ਸੀਨੀਅਰਸ ਹੋਮ ਹੈ ਜੀ, ਉਹਦੇ ਬਾਰੇ ਸੀਨੀਅਰਸ ਦੇ ਰਿਲੇਟਿਵਸ ਆਨਲਾਈਨ ਇਹਨਾਂ ਨਾਲ ਗੱਲਬਾਤ ਚੱਲਦੀ ਸੀਗੀ, ਇਹਨਾਂ ਦੀ ਮੀਟਿੰਗ ਸੀਗੀ, ਉਹਦੇ ਵਿੱਚ ਉਹ ਉਸ ਕੰਪਨੀ ਦੇ, ਪ੍ਰਾਈਵੇਟ ਕੰਪਨੀ ਹੈ, ਉਸ ਕੰਪਨੀ ਦੇ ਦੂਜੇ ਲੋਕ ਵੀ ਸੀਗੇ, ਸਾਰੇ ਡਿਸਕਸ਼ਨ ਕਰ ਰਹੇ ਸੀਗੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਦੇ ਰਿਸ਼ਤੇਦਾਰ ਉਸ ਸੀਨੀਅਰਸ ਹੋਮ ਦੇ ਵਿੱਚ ਹੈਗੇ ਨੇ। ਸਾਰੀ ਗੱਲਬਾਤ ਹੋਈ। ਉਹ ਵੈਸੇ ਵੀ ਉਸ ਸਾਰੀ ਮੀਟਿੰਗ ਦੇ ਵਿੱਚ ਜਿਨ੍ਹਾਂ ਨੂੰ ਫਾਇਰ ਕੀਤਾ ਗਿਆ ਜੀ, ਉਹਨਾਂ ਦੀ ਤਲਖੀ ਭਰਿਆ ਅੰਦਾਜ਼ ਹੀ ਸੀਗਾ। ਔਰ ਜਦੋਂ ਉਹਨਾਂ ਨੇ ਆਪਣਾ ਜਿਹੜਾ ਲੈਪਟਾਪ ਆ ਬੰਦ ਕੀਤਾ, ਮੀਟਿੰਗ ਉਸ ਵੇਲੇ ਚੱਲ ਰਹੀ ਸੀਗੀ, ਉਹਨੇ ਆਪਣਾ ਲੈਪਟਾਪ ਬੰਦ ਕਰਤਾ। ਉਹਨੂੰ ਇਹ ਨਹੀਂ ਪਤਾ ਵੀ ਮੇਰਾ ਲੈਪਟਾਪ ਅਜੇ ਆਨ ਹੀ ਆ। ਇਹ ਬਾਕੀਆਂ ਨੂੰ ਵੀ ਮੈਂ ਦੱਸ ਦਿੰਦਾ, ਭਾਈ ਖਿਆਲ ਰੱਖਿਆ ਕਰੋ ਕਿ ਮੇਰੀ ਫੋਨ ਤੁਹਾਡੇ ਤੋਂ ਬੰਦ ਨਹੀਂ ਹੋਇਆ ਤਾਂ ਤੁਹਾਡੀ ਗੱਲਬਾਤ ਅਗਲੇ ਬਾਰੇ ਜਿਹੜੇ ਕਮੈਂਟਸ ਦੇਣ ਲੱਗ ਜਾਂਦੇ ਉਹ ਚਲੇ ਜਾਂਦੇ ਹੁੰਦੇ ਆ। ਉਹਨੇ ਜਿਹੜੇ ਕਮੈਂਟਸ ਦਿੱਤੇ ਸੀਨੀਅਰਸ ਵਾਸਤੇ, ਬਹੁਤ ਮਾੜੇ ਕਮੈਂਟਸ ਦਿੱਤੇ ਨੇ, ਉਹ ਚੰਗੀ ਸ਼ਬਦਾਵਲੀ ਨਹੀਂ ਵਰਤੀ ਉਹਨੇ, ਔਰ ਉਹਨੂੰ ਪਤਾ ਫਿਰ ਬਾਅਦ 'ਚ ਲੱਗਿਆ ਵੀ ਆਹ ਕੰਮ ਹੋ ਗਿਆ, ਤੇ ਉਹਦੀ ਜਿਹੜੀ ਹੈਗੀ ਜੀ ਫਰਮ ਜਿਹਨੇ ਉਹਨੂੰ ਹਾਇਰ ਕੀਤਾ ਹੈ ਜੀ, ਉਹਨੂੰ ਫਾਇਰ ਕਰ ਦਿੱਤਾ ਜੀ, ਸੈਕ ਕਰਤਾ ਜੀ। ਇੰਡੀਆ ਦੇ ਮੁਤਾਬਕ ਉਹਨੂੰ ਆਪਦੇ ਕੰਮ ਤੋਂ ਹੱਥ ਧੋਣੇ ਪੈ ਗਏ ਨੇ। ਅੱਜ ਕੱਲ੍ਹ ਕੁਛ ਵੀ ਹੈ ਜੀ, ਜਿਹੜੀ ਸਾਡੀ ਟੈਕਨੋਲੋਜੀ ਹੈ ਤਰਨ, ਇਹਦੇ ਫਾਇਦੇ ਬਹੁਤ ਨੇ, ਪਰ ਫਿਰ ਵੀ ਤੁਹਾਨੂੰ ਜਿਹੜੀਆਂ ਅਜਿਹੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਵੈਸੇ ਵੀ ਤੁਹਾਨੂੰ ਕਿਸੇ ਬਾਰੇ ਕਿਉਂ ਮੰਦਾ ਬੋਲਣਾ, ਕੱਢਣ ਪਾਉਣ ਦਾ ਕੁਛ ਹੈ ਨਹੀਂ, ਤੁਸੀਂ ਕਰ ਵੀ ਕੀ ਸਕਦੇ ਹੋ। ਠੀਕ ਹੈ, ਤੁਹਾਨੂੰ ਗੁੱਸਾ ਆਉਂਦਾ, ਗੁੱਸੇ ਦਾ ਇਲਾਜ ਇਹੀ ਹੈ, 10 ਤੱਕ ਗਿਣਨਾ ਚਾਹੀਦਾ, ਕੁਛ ਵੀ ਕਰਨਾ। ਸ਼ਾਇਦ ਦੁਨੀਆ ਦੇ ਮੇਰੇ ਖਿਆਲ 70% ਜਿਹੜੇ ਬਹੁਤੇ ਝਗੜੇ ਮੁੱਕੀ ਜਾਣ ਜੇ ਤੁਸੀਂ 10 ਤੱਕ ਗਿਣਨਾ ਕਰੋ ਕੋਈ ਗੱਲ ਕਰਨ ਤੋਂ ਪਹਿਲਾਂ ਗੁੱਸੇ ਵਾਲੀ। ਬਸ ਉਹੀ ਹੈ ਨਾ ਕਿ ਜਿਹੜੀ ਜ਼ੁਬਾਨ ਹੈ ਉਹ ਟਿਕਦੀ ਨਹੀਂ ਹੈ, ਔਰ ਰੱਬ ਨੇ ਦਿੱਤੀ ਤੇ ਬਹੁਤ ਛੋਟੀ ਜਿਹੀ ਹੈ, ਪਰ ਬਹੁਤ ਵੱਡੇ ਵੱਡੇ ਕਾਰੇ ਕਰਵਾ ਦਿੰਦੀ ਹੈ ਜੇ ਇਹਨੂੰ ਕੰਟਰੋਲ ਨਾ ਕੀਤਾ ਜਾਵੇ। 32 ਦੰਦਾਂ 'ਚ ਬੰਦ ਕੀਤੀ ਹੈ, ਫੇਰ ਵੀ ਨਹੀਂ ਟਿਕਦੀ। ਜਸਟ ਇਮੇਜਿਨ ਦੇਖੋ, ਫਿਰ ਵੀ ਉਹਨਾਂ ਆ ਕਿਸੇ ਦੰਦ ਨਾਲ ਲੱਗਦੀ ਨਹੀਂ ਹੈ। ਬਿਲਕੁਲ ਜੀ, ਬਿਲਕੁਲ। ਤੇ ਸਰ, ਚਾਈਨਾ ਦੀ ਗੱਲ ਕਰੀਏ, ਚਾਈਨਾ 'ਚ ਕਿਹਾ ਜਾ ਰਿਹਾ ਕਿ ਕਰੋਨਾ ਵਾਇਰਸ ਤੋਂ ਬਾਅਦ ਹੁਣ ਕਾਫੀ ਸਿਨੇਮੇ ਜਿਹੜੇ ਉਹ ਹਮੇਸ਼ਾ ਲਈ ਬੰਦ ਹੋ ਸਕਦੇ ਨੇ। ਹਾਲਾਂਕਿ ਜਿਹੜਾ ਦੁਨੀਆ ਤੋਂ ਸਭ ਤੋਂ ਵੱਡੀ ਸਕਰੀਨ ਹੈਗੀ ਆ ਉਹ ਵੀ ਚਾਈਨਾ ਵਿੱਚ ਨੇ ਜੀ। ਚਾਈਨਾ ਇਸ ਟੈਕਨੋਲੋਜੀ ਵੈਸੇ ਬਹੁਤ ਅੱਗੇ ਹੈ ਜੀ, ਕੁਝ ਵੀ ਹੈ। ਵੈਸੇ ਵੀ ਜਿਹੜੇ ਲੋਕ ਚਾਈਨਾ ਜਾ ਕੇ ਆਉਂਦੇ ਆ ਜੀ, ਮੈਨੂੰ ਚਾਂਸ ਨਹੀਂ ਮਿਲਿਆ ਹਜੇ ਤੱਕ। ਹੁਣ ਮੈਂ ਜਾਣਾ ਸੀਗਾ ਵੈਸੇ, ਪਰ ਹੁਣ ਨਹੀਂ ਜਾਣਾ, ਉੱਥੇ ਫੜ ਲੈਂਦੇ, ਛੱਡਦੇ ਨਹੀਂ ਗਏ ਨੂੰ। ਟੈਕਨੋਲੋਜੀ ਦੇ ਵਿੱਚ ਚਾਈਨਾ ਬਹੁਤ ਅੱਗੇ ਚਲਾ ਗਿਆ ਜੀ। ਚਾਹੇ ਉੱਥੋਂ ਦੀ ਕੈਸੀ ਵੀ ਗਵਰਨਮੈਂਟ ਹੈਗੀ ਆ, ਅਸੀਂ ਅਜੇ ਵੀ ਕਮਿਊਨਿਸਟ ਗਵਰਨਮੈਂਟ ਕਾਲ ਕਰਦੇ ਹਾਂ, ਪਰ ਜਿਹੜੇ ਕਹਿੰਦੇ ਹੁੰਦੇ ਸ਼ਹਿਰ ਹੈਗੇ ਆ, ਉਹ ਜਿਹੜੇ ਵੈਸਟਰਨ ਵਰਲਡ ਆ ਉਹਦੇ ਨਾਲੋਂ ਕਿਤੇ ਵੀ ਸੋਹਣੇ ਹੈਗੇ ਨੇ। ਜਿਹੜੇ ਸਿਨੇਮਾਸ ਨੇ ਤਕਰੀਬਨ 40% ਤਾਂ ਕਹਿੰਦੇ ਖਤਮ ਹੀ ਹੋ ਜਾਣਗੇ, ਪਰ ਇਕੱਲੇ ਚਾਈਨਾ 'ਚ ਨਹੀਂ ਤਾਂ ਮੈਨੂੰ ਵੀ ਇਉਂ ਲੱਗਦਾ ਸਾਰੀ ਦੁਨੀਆ ਦੇ ਵਿੱਚ ਵੀ ਜਿਹੜੀ ਇਹ ਐਂਟਰਟੇਨਮੈਂਟ ਹੈ ਨਾ ਇੰਡਸਟਰੀ, ਇਹ ਟੋਟਲੀ ਚੇਂਜ ਹੋ ਜਾਏਗੀ। ਜਿਹੜੇ ਸਾਡੇ ਵੀ ਕੈਨੇਡਾ ਵਿੱਚ ਵੀ ਜਿਹੜੇ ਸਿਨੇਮਾਸ ਹੈਗੇ ਨੇ, ਇੱਥੇ ਵੀ ਬਹੁਤ ਫਰਕ ਪਏਗਾ ਜੀ। ਜਿਹੜੀ ਸੀਟਿੰਗ ਅਰੇਂਜਮੈਂਟ ਆ, ਕੁਛ ਨਾ ਕੁਛ ਫਰਕ ਪਏਗਾ। ਔਰ ਮੈਨੂੰ ਲੱਗਦਾ ਇਸੇ ਕਰਕੇ ਸ਼ਾਇਦ ਤੁਹਾਨੂੰ ਯਾਦ ਹੋਵੇ, ਡਿਜ਼ਨੀ ਆਪਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਹੁਣ ਆਨਲਾਈਨ ਰਿਲੀਜ਼ ਕਰਨ ਲੱਗ ਪਿਆ ਹੈਗਾ। ਉਹਦਾ ਕਿਉਂਕਿ ਲੋਕ ਘਰੇ ਬੈਠੇ ਆ ਬਹੁਤੇ ਇਸ ਵੇਲੇ, ਇੰਸਟੈਡ ਆਫ ਸਿਨੇਮਾਸ ਦੇ ਵਿੱਚ ਰਿਲੀਜ਼ ਕਰਨ ਦੀ ਥਾਂ ਤੇ ਡਿਜ਼ਨੀ ਨੇ ਆਪਦੀਆਂ ਕਈ ਵੀਡੀਓਜ਼ ਆ ਜੀ। ਔਰ ਬਾਕੀ ਜਿਹੜੀਆਂ ਕੰਪਨੀਆਂ ਨੇ ਉਹ ਵੀ ਸੋਚ ਰਹੀਆਂ ਨੇ ਵੀ ਕਿਉਂ ਨਾ ਅਸੀਂ ਆਪਦੀ ਜਿਹੜੀ ਵੀਡੀਓਜ਼ ਨੇ ਆਨਲਾਈਨ ਰਿਲੀਜ਼ ਕਰੀਏ, ਤੇ ਉੱਥੋਂ ਉਹਨਾਂ ਨੂੰ ਜ਼ਿਆਦਾ ਉਹਦੇ ਜਿਹੜੇ ਸਿਨੇਮਾਸ 'ਚ ਬਣਨੇ ਸੀ ਉਹੀ ਉਹਨਾਂ ਨੂੰ
ਇਸ ਤਰ੍ਹਾਂ ਬਣਿਆ ਕਰਨਗੇ। ਬਿਲਕੁਲ ਸਰ, ਉੱਥੇ ਦੂਜੇ ਪਾਸੇ ਆਪਾਂ ਦੇਖ ਰਹੇ ਸੀ ਕਿ ਚਾਈਨਾ ਨੂੰ ਲੈ ਕੇ ਵੱਖ-ਵੱਖ ਮੁਲਕਾਂ ਦਾ ਜਿਹੜਾ ਨਜ਼ਰੀਆ ਸੀ ਉਹ ਸਹੀ ਨਹੀਂ ਹੈਗਾ ਸੀ। ਬਹੁਤ ਵਾਰੀ ਕਿਤੇ ਕਈ ਜਗ੍ਹਾ ਤੇ ਪਟੀਸ਼ਨ ਸਾਈਨ ਹੋ ਰਹੀਆਂ ਸੀਗੀਆਂ ਕਿ ਜੋ ਇਸ ਵਕਤ ਨੁਕਸਾਨ ਹੋਇਆ ਦੁਨੀਆ ਦੇ ਵਿੱਚ ਉਹਦੀ ਭਰਪਾਈ ਚਾਈਨਾ ਕਰੇ। ਕਿਤੇ ਕਿਹਾ ਜਾ ਰਿਹਾ ਸੀ, WHO ਨੂੰ ਲਿਖਿਆ ਜਾ ਰਿਹਾ ਸੀ ਕਿ ਚਾਈਨਾ ਦੇ ਅਗੇਂਸਟ ਕਾਰਵਾਈ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਵਾਇਰਸ ਉੱਥੋਂ ਆ ਰਹੇ ਨੇ, ਮਨੁੱਖੀ ਜਾਨਾਂ ਦਾ ਨੁਕਸਾਨ ਹੋ ਰਿਹਾ। ਸੋ ਹੁਣ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਹੈ, ਬਹਿਸ ਦਾ ਚਰਚਾ ਕਾਫੀ ਵੱਧ ਚੁੱਕਿਆ ਹੈ ਕਿ ਚਾਈਨਾ ਦਾ ਬਾਈਕਾਟ ਕੀਤਾ ਜਾਵੇ। ਸਾਡੇ ਇੰਡੀਆ ਦੇ ਵਿੱਚ ਬਹੁਤ ਵੱਡੀ ਗੱਲ ਸ਼ੁਰੂ ਹੋਈ ਹੈ। ਉੱਥੇ ਥੋੜੀ ਦੇਰ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਸੀਗਾ ਵੀ ਆਪਣਾ ਆਪਦੇ ਦੇਸ਼ ਦੀਆਂ ਚੀਜ਼ਾਂ ਹੀ ਵਰਤਣੀਆਂ ਚਾਹੀਦੀਆਂ ਨੇ। ਉਹਦਾ ਨਾਮ ਵੀ ਹੈ ਹਿੰਦੀ ਦੇ ਵਿੱਚ ਪੁੱਛਿਆ ਗਿਆ ਜੀ, ਮੈਨੂੰ ਨਾਮ ਭੁੱਲ ਗਿਆ, ਸੌਰੀ, ਸੁਦੇਸ਼ ਸਮਥਿੰਗ ਹੈਗਾ ਜੀ। ਬਹਿਸ ਹੁਣ ਇਹ ਚੱਲੀ ਗਈ ਹੈ ਵੀ ਅਸੀਂ ਚੀਨ ਦਾ ਬਾਈਕਾਟ ਕਰੀਏ, ਚੀਨੀ ਸਟੱਫ ਦਾ ਬਾਈਕਾਟ ਕੀਤਾ ਜਾਵੇ। ਜਦੋਂ ਚਾਈਨੀਜ਼, ਆਪਣਾ ਇੱਕ ਦਰਸ਼ਕ ਨੇ 2 ਦਿਨ ਪਹਿਲਾਂ ਗੱਲ ਕੀਤੀ ਸੀ, ਆਪਾਂ ਕੱਲ ਕਰਨੀ ਸੀ, ਆਪਣੇ ਤੋਂ ਕੱਲ ਸਮਾਂ ਨਹੀਂ ਲੱਗਿਆ। ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਚਾਈਨਾ ਦਾ ਬਾਈਕਾਟ ਕਰਨਾ ਚਾਹੀਦਾ, ਪਰ ਤਰਨ ਚਾਈਨਾ ਦਾ ਬਾਈਕਾਟ ਕਰਨਾ ਬਹੁਤ ਮੁਸ਼ਕਿਲ ਹੈ। ਰੀਜ਼ਨ ਜੀ, ਤੁਸੀਂ ਕਿਵੇਂ ਦੱਸੋਗੇ ਕਿ ਕਿਹੜੀ ਚੀਜ਼ ਚਾਈਨੀਜ਼ ਹੈ? ਤੁਸੀਂ ਡਿਫਾਈਨ ਕਿਵੇਂ ਕਰੋਗੇ? ਮੰਨ ਲਓ ਹੁਣ ਬੋਇੰਗ ਆ, ਵੱਡੀ ਕੰਪਨੀ ਆ, ਪਲੇਨ ਬਣਾਉਂਦੀ ਆ। ਬੋਇੰਗ ਦੇ ਵਿੱਚ ਕਈ ਪਾਰਟ ਉਸ ਪਲੇਨ ਦੇ ਵਿੱਚ ਚਾਈਨਾ 'ਚ ਬਣੇ ਪਏ। ਕੀ ਤੁਸੀਂ ਬੋਇੰਗ ਨੂੰ ਚਾਈਨੀਜ਼ ਕੰਪਨੀ ਕਹੋਗੇ? ਐਪਲ ਹੈ, ਐਪਲ ਦੇ ਵਿੱਚ ਕੁਝ ਪਾਰਟ ਚਾਈਨਾ ਦੇ ਆਉਂਦੇ ਨੇ, ਤੁਸੀਂ ਉਹਨੂੰ ਚਾਈਨੀਜ਼ ਕੰਪਨੀ ਕਹੋਗੇ ਜਾਂ ਕੁਝ ਹੋਰ ਕਹੋਗੇ? ਕਾਰਾਂ ਆਪਣੀਆਂ ਇੱਥੇ ਕੈਨੇਡਾ ਦੇ ਵਿੱਚ, US ਜਿਹੜੀਆਂ ਕਾਰਾਂ ਆਉਂਦੀਆਂ ਨੇ ਉਹਦੇ ਵਿੱਚ ਬਹੁਤ ਪਾਰਟ ਕਿਤੇ ਨਾ ਕਿਤੇ ਚਾਈਨਾ ਦਾ ਲੱਗਿਆ। ਤੁਸੀਂ ਉਹਨੂੰ ਡਿਫਾਈਨ ਕਿਵੇਂ ਕਰੋਗੇ? ਕਿਹੜੇ ਹਿਸਾਬ 'ਚ ਕਹੋਗੇ ਵੀ ਇਹ ਚਾਈਨੀਜ਼ ਆ ਜਾਂ ਇਹ ਅਮਰੀਕਨ ਆ ਜਾਂ ਇਹ ਇੰਡੀਅਨ ਆ? ਇਹ ਡਿਫਾਈਨ ਕਰਨਾ 100% ਕੋਈ ਵੀ ਚਾਈਨੀਜ਼ ਹੈ ਨਹੀਂ। ਹਾਂ, ਤੁਸੀਂ ਕੱਲੀ ਜਿਹੜੀ 100% ਚੀਜ਼ ਹੈਗੀ ਆ ਉਹਨੂੰ ਤੁਸੀਂ ਬੈਨ ਕਰ ਦੋਗੇ, ਪਰ ਜਿਹੜਾ ਚਾਈਨਾ ਦਾ ਬਿਜ਼ਨਸ ਹੈਗਾ ਇੰਡੀਆ ਦੇ ਨਾਲ, ਤੇ ਇੰਡੀਆ ਦਾ ਬਿਜ਼ਨਸ ਚਾਈਨਾ ਦੇ ਨਾਲ ਹੈਗਾ, ਉਹ ਕਈ ਬਿਲੀਅਨ ਡਾਲਰਸ ਦਾ, ਆਮ ਟਾਕਿੰਗ ਅਬਾਊਟ ਡਾਲਰਸ ਨਾਟ ਰੂਪੀਜ਼, ਬਿਲੀਅਨਸ ਆਫ ਡਾਲਰਸ ਦਾ ਵਪਾਰ ਹੈਗਾ ਆਪਸ ਵਿੱਚ ਇਹਨਾਂ ਦਾ, ਜਿਹੜਾ ਕਿ ਇੱਕਦਮ ਬੰਦ ਕਰਨਾ ਇਟਸ ਨਾਟ ਈਜ਼ੀ। ਠੀਕ ਹੈ, ਸਾਨੂੰ ਗੁੱਸਾ ਆਉਂਦਾ ਜੀ ਤੇ ਲਿਖਿਆ, ਸਾਨੂੰ ਲੱਗਦਾ ਵੀ ਇਹ ਚਾਈਨੀਜ਼ ਸਟੱਫ ਹੈਗਾ, ਚਲੋ ਇਹਨੂੰ ਨਾ ਲਵੋ, ਪਰ ਤੁਸੀਂ ਚੰਗੀ ਗੱਲ ਆ, ਤੁਸੀਂ ਚਾਹੁੰਦੇ ਹੋ, ਠੀਕ ਆ, ਤੁਹਾਡਾ ਗੁੱਸਾ ਗਿੱਲਾ ਹੈਗਾ ਕਿਸੇ ਦੇ ਨਾਲ, ਪਰ ਹਾਊ ਯੂ ਡਿਫਾਈਨ ਇਟ, ਦਿਸ ਇਜ਼ ਗੋਇੰ ਟੂ ਬੀ ਵੈਰੀ ਹਾਰਡ। ਇਸ ਕਰਕੇ ਚਾਈਨਾ ਨੂੰ ਤੁਸੀਂ ਨਕਾਰਨਾ ਕਿਸੇ ਵੀ ਢੰਗ ਦੇ ਨਾਲ, ਤੁਸੀਂ ਕੁਛ ਨਾ ਕੁਛ ਕਰੀ ਚੱਲੋ, ਕਿਸੇ ਨਾ ਕਿਸੇ ਢੰਗ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਚਾਈਨਾ ਦਾ ਕੋਈ ਨਾ ਕੋਈ ਦਖਲਅੰਦਾਜ਼ੀ ਜ਼ਰੂਰ ਰਹੇਗੀ। ਬਿਲਕੁਲ ਸਰ, ਤੁਸੀਂ ਜਿਵੇਂ ਦਖਲਅੰਦਾਜ਼ੀ ਦੀ ਗੱਲ ਕਰ ਰਹੇ ਹੋ, ਚਾਈਨਾ ਨੇ ਇਸ ਵਕਤ ਗਲੋਬਲ ਮਾਰਕੀਟ ਦੇ ਉੱਤੇ ਆਪਣੀ ਇੱਕ ਪਕੜ ਬਣਾ ਚੁੱਕਿਆ ਵਾ, ਕਿਉਂਕਿ ਕੋਈ ਵੀ ਮਾਰਕੀਟ ਕੋ ਅਸੀਂ ਦੁਨੀਆ ਦੀ ਕੋਈ ਵੀ ਕੋਨਾ ਵੇਖ ਲਈਏ, ਕੋਈ ਅਜਿਹੀ ਥਾਂ ਨਹੀਂ ਹੈਗੀ ਜਿਹਦੇ ਵਿੱਚ ਚਾਈਨੀਜ਼ ਚੀਜ਼ਾਂ ਨਾ ਪਹੁੰਚੀਆਂ ਹੋਣ। ਸਾਡੇ ਵਰਗੇ ਵੀ ਪ੍ਰੈਫਰ ਫਿਰ ਉਹੀ ਚੀਜ਼ਾਂ ਕਰਦੇ ਨੇ ਕਿਉਂਕਿ ਚਾਈਨੀਜ਼ ਚੀਜ਼ਾਂ ਸਸਤੀਆਂ ਹੁੰਦੀਆਂ ਨੇ ਲੈਣ ਦੇ ਵਿੱਚ, ਉਹਨਾਂ ਦੇ ਵਿੱਚ ਬਹੁਤ ਸਾਰੇ ਆਪਸ਼ਨਸ ਮਿਲ ਜਾਂਦੇ ਨੇ। ਤੁਸੀਂ ਕਿਹਾ ਕਿ ਛੇਤੀ ਕਿਤੇ ਇਹ ਚੀਜ਼ ਜਿਹੜੀ ਅਪਣਾਈ ਨਹੀਂ ਜਾ ਸਕਦੀ ਕਿ ਚਾਈਨੀਜ਼ ਚੀਜ਼ਾਂ ਦਾ ਅਸੀਂ ਬਾਈਕਾਟ ਕਰ ਲਈਏ। ਦੀਵਾਲੀ ਵੇਲੇ ਅਸੀਂ ਦੇਖਦੇ ਹਾਂ ਭਾਰਤ ਵਿੱਚ ਬਹੁਤ ਵਾਰ ਕਹਿੰਦੇ ਆ ਕਿ ਸਵਦੇਸ਼ੀ ਅਪਣਾਓ, ਦੀਵੇ ਜਲਾਓ ਐਂਡ ਆਲ ਦੈਟ, ਬਟ ਫਿਰ ਵੀ ਹਰ ਘਰ ਦੇ ਉੱਤੇ ਚਾਈਨੀਜ਼ ਲੜੀਆਂ ਲੱਗੀਆਂ ਹੁੰਦੀਆਂ ਨੇ। ਬਿਲਕੁਲ ਜੀ, ਤੁਸੀਂ ਈਵਨ ਮੈਂ ਆਪਣੇ ਨਾਰਥ ਅਮਰੀਕਾ ਦੀ ਗੱਲ ਕਰ ਲੈਣਾ, ਇਹਦੇ ਨਾਲ ਦੇ ਸਟੋਰਸ ਇੰਡੀਆ ਵਿੱਚ ਵੀ ਹੈ ਨੇ, ਜਿਹੜਾ ਆਪਾਂ ਇੱਥੇ ਡਾਲਰ ਸਟੋਰ ਦੀ ਗੱਲ ਕਰਦੇ। ਬਿਲਕੁਲ, ਜਿਹੜਾ ਇੱਥੇ ਡਾਲਰ ਸਟੋਰ ਆ ਤਰਨ, ਆਪਣੇ ਬਹੁਤਾ ਸਮਾਨ ਚਾਈਨਾ ਤੋਂ ਆਉਂਦਾ ਉਹਦੇ ਵਿੱਚ, ਔਰ ਚਾਈਨਾ ਵਿੱਚੋਂ ਉਹ ਪਤਾ ਕਿੰਨੇ ਤੇ ਤੁਰਦਾ, ਸਾਰੇ ਖਰਚੇ ਕਰਾ ਕੇ ਕੁਛ ਕੇ ਉਹ 10 ਪੈਸੇ ਤੇ ਆਉਂਦਾ ਜੀ। ਇੱਥੇ ਆ ਕੇ ਉਹ ਡਾਲਰ ਦਾ ਵਿਕਦਾ, ਜਿਹੜਾ ਕਿ ਆਮ ਮੇਰੇ ਵਰਗਾ ਬੰਦਾ ਜੇ ਉਹੀ ਚੀਜ਼ ਕਿਤੇ ਹੋਰ ਲੈਣ ਜਾਵੇ ਮਹਿੰਗੀ ਮਿਲਦੀ ਹੈ ਡਾਲਰ ਸਟੋਰ ਦਾ। ਤਾਂ ਹੀ ਕਈ ਡਾਲਰ ਸਟੋਰਾਂ ਦੀਆਂ ਜਿਹੜੀ ਕੰਪਨੀਜ਼ ਨੇ ਟ੍ਰੇਡ ਹੁੰਦੀਆਂ ਨੇ ਇਹਦੇ ਵਿੱਚ, ਸਟਾਕ ਮਾਰਕੀਟਸ ਦੇ ਵਿੱਚ, ਇੰਨਾ ਵੱਡਾ ਕੰਮ ਹੈਗਾ ਜੀ। ਔਰ ਚਾਈਨਾ ਨੇ ਅਜਿਹੀਆਂ ਚੀਜ਼ਾਂ ਤਿਆਰ ਕੀਤੀਆਂ ਨੇ ਔਰ ਇੰਨੀਆਂ ਸਸਤੀਆਂ ਤਿਆਰ ਕਰਤੀਆਂ ਨੇ, ਕੰਜ਼ਿਊਮਰ ਉਹਦਾ ਇੰਨਾ ਵੱਡਾ ਹੋ ਚੁੱਕਿਆ ਹੈ ਜਿਹਦੇ ਕਰਕੇ ਉਹਨੂੰ ਕੱਢਣਾ ਸਾਰੀ ਦੁਨੀਆ ਦੇ ਵਿੱਚ, ਚਾਹੇ ਕੋਈ ਟਰੰਪ ਸਾਹਿਬ ਜਿੰਨਾ ਮਰਜ਼ੀ ਕਹੀ ਚੱਲਣ, ਜਿਵੇਂ ਬੋਇੰਗ ਮੈਂ ਐਗਜ਼ਾਮਪਲ ਦਿੱਤੀ ਸੀਗੀ, ਉਹ ਅਮਰੀਕਨ ਕੰਪਨੀ ਹੈ ਜੀ, ਉਹ ਪਾਰਟ ਚਾਈਨਾ ਦੇ, ਕਿੱਥੋਂ ਟਰੰਪ ਸਾਹਿਬ ਕਹਿਣਗੇ ਵੀ ਅਸੀਂ ਉਹ ਪਾਰਟ ਨਹੀਂ ਲੈਣਾ। ਇਹ ਠੀਕ ਹੈ, ਸਾਨੂੰ ਇਹਨਾਂ ਦੇਸ਼ਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਜਿਹੜੀਆਂ ਚੀਜ਼ਾਂ ਅਸੀਂ ਬਾਹਰੋਂ ਮੰਗਾਉਂਦੇ ਹਾਂ ਉਹਦੇ ਨਾਲ ਦੀ ਪ੍ਰੋਡਕਸ਼ਨ ਅਸੀਂ ਆਪਦੇ ਦੇਸ਼ਾਂ ਵਿੱਚ ਵੀ ਕਰੀਏ। ਦੇਸ਼ਾਂ ਇਹ ਜਿਹੜੇ ਨਾਰਥ ਅਮਰੀਕਨ ਦੇਸ਼ਾਂ, ਇਹਨਾਂ ਨੇ ਗਲਤੀ ਇਹ ਕਰਤੀ ਹੈ ਕਿ ਕਈਆਂ ਚੀਜ਼ਾਂ ਦੀ ਟੋਟਲ ਪ੍ਰੋਡਕਸ਼ਨ ਬੰਦ ਕਰਕੇ ਅਸੀਂ ਬਾਹਰ ਭੇਜਤੀ ਹੈ, ਸੋ ਅਸੀਂ ਉਹਨਾਂ ਦੇ ਮੁਹਤਾਜ ਹੋ ਗਏ ਹਾਂ। ਸਾਨੂੰ ਟੋਟਲ ਇਹ ਨਹੀਂ ਸੀ ਕਰਨਾ ਚਾਹੀਦਾ। ਅਸੀਂ ਇੱਥੋਂ ਆਪਦੀਆਂ ਲੇਬਰਸ ਨੂੰ ਘਟਾਉਣ ਵਾਸਤੇ, ਲੇਬਰ ਦਾ ਖਰਚਾ ਘਟਾਉਣ ਵਾਸਤੇ ਅਸੀਂ ਆਪਣੀ ਲੇਬਰ ਤਾਂ ਉੱਥੋਂ ਘਰੇ ਬਿਠਾ ਦਿੱਤੀ ਹੈ, ਸਮਾਨ ਉਹਦਾ ਉਹੀ ਸਸਤਾ ਚਾਈਨਾ ਚੋਂ ਆ ਰਿਹਾ, ਸਾਡੀ ਲੇਬਰ ਘਰੇ ਬੈਠੀ ਆ, ਅਨਪਲੋਇਮੈਂਟ ਲੈ ਰਹੀ ਆ। ਔਰ ਸਾਡੀਆਂ ਸਰਕਾਰਾਂ ਨੂੰ ਮੁੜ ਕੇ ਇਹ ਹੁਣ ਜ਼ਰੂਰ ਸੋਚਣਾ ਪਏਗਾ, ਜਿਹੜਾ ਚਾਈਨਾ ਦੇ ਵਿੱਚ ਕੁਝ ਹੋਇਆ, ਜਿਹੜਾ ਚਾਈਨਾ ਦੇ ਨਾਲ ਰੌਲਾ ਪੈ ਰਿਹਾ, ਅਖੀਰ ਸਾਨੂੰ ਮੁੜ ਕੇ ਉਹੀ ਇੰਡਸਟਰੀ ਆਪਣੇ ਦੇਸ਼ਾਂ 'ਚ ਜੇ ਅਸੀਂ ਸ਼ੁਰੂ ਕਰੀਏ
ਤਾਂ ਸਾਡੇ ਲੋਕ ਇੱਥੇ ਕੰਮਾਂ ਤੇ ਵੀ ਲੱਗਣਗੇ ਤੇ ਸਾਡੇ ਲੋਕਾਂ ਵਾਸਤੇ ਜ਼ਿਆਦਾ ਖੁਸ਼ਹਾਲੀ ਵੀ ਆਏਗੀ। ਬਿਲਕੁਲ ਸਰ, ਤੇ ਸਾਡੇ ਹੁਣ ਇਸ ਵਕਤ ਅਪੂਰਵਾ ਸ਼੍ਰੀਵਾਸਤਵ ਜੀ ਵੀ ਲਾਈਨ ਤੇ ਸਾਡੇ ਨਾਲ ਮੌਜੂਦ ਨੇ। ਆਪਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲਈ ਕਿਉਂਕਿ ਬਹੁਤ ਸਾਰੇ ਦਰਸ਼ਕ ਵੇਟ ਕਰ ਰਹੇ ਸੀਗੇ ਕਿ 에ਅਰਲਾਈਨਸ ਦੇ ਬਾਰੇ ਵਿੱਚ ਉਹਨਾਂ ਤੋਂ ਜਾਣਕਾਰੀ ਲਈ ਜਾ ਸਕੇ। ਜੇ ਤੁਹਾਡੀ ਇਜਾਜ਼ਤ ਹੋਏ ਆਪਾਂ ਉਹਨਾਂ ਨਾਲ ਗੱਲ ਕਰ ਲਈਏ। ਜ਼ਰੂਰ ਜੀ। ਬਿਲਕੁਲ ਜੀ, ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਜਿਹੜੀ ਅਸੀਂ ਜਾਣਕਾਰੀ ਅੱਜ ਅਸੀਂ ਉਹਨਾਂ ਫਲਾਈਟਸ ਦੇ ਬਾਰੇ ਵਿੱਚ ਲਵਾਂਗੇ ਜਿਹੜੇ ਇਸ ਵਕਤ ਭਾਰਤੀ ਜਿਹੜੇ ਆ ਕੈਨੇਡਾ ਦੇ ਵਿੱਚ ਸਟਕ ਹੋਏ ਨੇ ਤੇ ਇਸ ਵਕਤ ਵਾਪਸ ਭਾਰਤ ਜਾਣਾ ਚਾਹੁੰਦੇ ਨੇ। ਸੋ ਵੰਦੇ ਭਾਰਤ ਮਿਸ਼ਨ ਦੇ ਤਹਿਤ ਜਿਹੜੀਆਂ ਫਲਾਈਟਸ ਚੱਲਦੀਆਂ ਨੇ ਉਹਦੇ ਬਾਰੇ ਵਿੱਚ ਅਸੀਂ ਜਾਣਕਾਰੀ ਲੈਣੀ ਆ। ਸਾਡੇ ਨਾਲ ਜੁੜ ਚੁੱਕੇ ਨੇ ਜੀ ਇਸ ਵਕਤ ਇੰਡੀਅਨ ਕੌਂਸਲੇਟ ਆਫ ਟੋਰਾਂਟੋ ਤੋਂ ਅਪੂਰਵਾ ਸ਼੍ਰੀਵਾਸਤਵ जी। तो अभी हमारे साथ जुड़ चुकी हैं इंडियन कॉन्सुलेट फ्रॉम टोरंटो अपूर्वा श्रीवास्तव जी। आपका बहुत बहुत स्वागत है हमदर्द मीडिया ग्रुप में मैम। थैंक यू मैम, आप हमेशा समय निकालती हैं और आज बहुत सारे हमें मैसेजेस आ रहे हैं खास तौर से दर्शकों की ओर से कि वो फ्लाइट्स के बारे में जानना चाहते हैं जो 5 जून से सुनने को आ रहा है कि रजिस्ट्रेशन शुरू हो रही है। वो कौन सी फ्लाइट्स की हैं ये जो रजिस्ट्रेशन अभी 5 जून से शुरू होने वाली हैं? देखिए, जैसे आपको पता है कि वंदे भारत जो मिशन है उसमें सेकेंड फेज में कनाडा को 7 फ्लाइट्स मिली थी मई में, तो उसमें 5 टोरंटो और 2 वैंकूवर से मिली थी, तो उसमें 1300 लोग ऑलरेडी जा चुके हैं। ये जो थर्ड फेज है इसमें हमें 26 फ्लाइटें मिली हैं कनाडा से, 26 फ्लाइट्स, जिसमें से 24 टोरंटो से हैं और 2 वैंकूवर से हैं। तो ये जो ये अभी आज जो आप पूछ रही हैं कि 5 तारीख से जो टिकटिंग शुरू होने वाली है वो कौन सी है, वो इनकी फ्लाइट्स की है जो 13 से 30 तक लगातार एवरीडे टोरंटो से दिल्ली जाएगा, उसके पहले दिल्ली से टोरंटो आएगा, पर उसके लिए अभी खाली दिल्ली से टोरंटो के लिए बुकिंग स्टार्ट हुई है, टोरंटो टू दिल्ली अभी स्टार्ट नहीं हुई है जी। मैम, इन बुकिंग की बात की जाए तो रजिस्ट्रेशन अभी तक आपके पास कितने इंडियंस की हो चुकी हैं जो इस वक्त यहाँ पर कनाडा में स्टक हैं? हमारे पास करीब 8000 लोगों का रजिस्ट्रेशन हो चुका है पूरे कनाडा में, जिसमें ज्यादातर लोग तो ग्रेटर टोरंटो एरिया के ही हैं, लेकिन करीब 8000 लोगों ने रजिस्टर किया हुआ है हमारे साथ। जी। मैम, बहुत सारे लोग हैं जो बार बार बोल रहे हैं कि वो रजिस्ट्रेशन करवाने के लिए जो आपके गिवन नंबर्स हैं जो दिए हुए हैं उन पर कॉल करते हैं, लेकिन वहां पर जो उनकी वॉइस कॉल पर चली जाती है और कोई अटेंड नहीं कर पा रहा उन्हें। नहीं, एक्चुअली हमारे 2 इमरजेंसी नंबर है और हमारे 4 लोग लगातार लगे हुए हैं। द प्रॉब्लम है कि इतने ज्यादा लोग फोन कर रहे हैं कि कोई वेट नहीं कर रहा है, हर कोई 10 बार फोन कर रहा है। तो जब तक हम एक आदमी से बात करते हैं तब तक ऑलरेडी हमारे पास 10 मिस्ड कॉल होती हैं, जब तक उनके सारे आंसर जवाब देते हैं। फिर जब तक हम उनको मिलाने की कोशिश करते हैं तब तक दूसरी कॉल्स आने शुरू हो जाती हैं। तो ऐसा नहीं है कि हम नहीं उठा रहे हैं, हम उस पर काफी रेगुलरली कर रहे हैं, लेकिन हमारे लिए बेटर है कि अगर आप हमें ईमेल करें रादर देन फोन अटेंड करें, क्योंकि ईमेल में जरूरी नहीं है कि हमारे पास 2000 ईमेल आ रहे हैं, हम सबका जवाब शायद ना दे पाए क्योंकि हमारे पास आंसर्स नहीं है अभी। अगर हमारे आंसर्स होते तो हम आपको तुरंत जवाब देते, बट हमारे पास कई चीजों के आंसर्स नहीं है अभी, तो हम इसलिए कुछ बता नहीं पा रहे हैं। जी मैम, ईमेल की आपने बात की, आप ईमेल आईडी भी प्रोवाइड करवा देंगी, कहाँ पर ईमेल की जा सकती है? हमने 3-4 हमारे वेबसाइट पे हैं, आप protocol.toronto@mea.gov.in, pcc.toronto@mea.gov.in, oci.toronto@mea.gov.in, इस तरह के 3-4 आप हमारी वेबसाइट पे जाएंगे तो आप जाके mea.gov.in जो है उनकी जो यहाँ लगे हुए हैं वो ऑथेंटिक ईमेल्स हमारे, उनपे आप ईमेल करें। जी मैम, अभी आप बोल रहे हैं कि लगभग 8000 इंडियंस ने है जो रजिस्ट्रेशन करवा दी है, तो अभी कब तक उम्मीद है कि अभी और भी रजिस्ट्रेशन करवा सकते हैं? क्योंकि 8000 तो नहीं, इनसे तो थोड़ा ज्यादा ही आंकड़ा होगा जो भी इस वक्त स्टक हुए हैं। जरूर, हमने ऑलरेडी 1300 लोगों को ऑलरेडी भेज दिया है, तो अब तो हमें लगता है कि इस फ्लाइट्स में काफी लोग कवर हो जाने चाहिए। तो उसमें हम एक बार आप हमसे रजिस्टर करते हैं तो फिर हम उसके बाद उसमें कंपेलिंग रीजंस देखते हैं कि जो उनको ज्यादा जरूरत है, जो बहुत बूढ़े हैं, जो वापस जाना है, जिनकी दवाइयाँ खत्म हो गई हैं, जो प्रेग्नेंट लेडीज हैं, जिनके घर में इंडिया में कोई डेथ हो गई है, जो बच्चों का वहां पहुंचना जरूरी है, उस तरह के जो कंपेलिंग रीजंस हैं उनको हम छांट के उनको प्रायोरिटी देने की कोशिश करते हैं। जी, मेरा अगला सवाल यही था कि वैसे प्रायोरिटी बेस पर ये आप जो फ्लाइट्स की रजिस्ट्रेशन करवा रही हैं, जो टिकट्स दी जा रही हैं, या फिर फर्स्ट कम फर्स्ट सर्व सिस्टम होगा? फर्स्ट कम फर्स्ट सर्व, मतलब ऑब्वियसली फर्स्ट कम फर्स्ट सर्व इज ऑलवेज, जितना जल्दी आप रजिस्टर कराएं वो पहले आपका हम देखते हैं, लेकिन उसमें
तो अगर बाद में मान लीजिए कि आज भी कोई आ गया और जिसको बहुत, जैसे किसी की पेरेंट की अभी डेथ हुई, अब उन्होंने रजिस्टर भी नहीं कराया था, तो हमने उनसे कहा है तुरंत रजिस्टर करें। तो इस तरह के केसेस को हम डेफिनेटली प्रायोरिटी दे रहे हैं। और जिन्होंने मैम ऑलरेडी 2 महीनों से रजिस्ट्रेशन की हुई है कि क्या आप उन्हें भी मतलब सीट्स के लिए उन्हें मेल्स भेज रही हैं बुकिंग करने के लिए? क्योंकि कुछ लोग के बोल रहे हैं कि उन्हें 2 महीने हो चुके हैं रजिस्ट्रेशन करवाए, लेकिन कोई जवाब नहीं आ रहा। हाँ, क्योंकि देखिए जो पहली जो हमारी 5 फ्लाइट्स थी वो अलग-अलग जगहों के लिए थी। तो जैसे मान लीजिए पंजाब जा रही है, तो हम ऑब्वियसली जो पंजाब जा रहे हैं लोग, उनको हमने फ़ोकस किया, क्योंकि वो पंजाब जा रही थी फ्लाइट ऑब्वियसली। तो उस हमने जो पंजाब वाले लोगों थे उनके लोगों को पहले भेजा। तो ऑब्वियसली इससे कि कोई मुंबई वाली फ्लाइट अभी हम लोग की अभी तक नहीं गई है, बट जाने वाली है। तो जो मुंबई वाले लोग हैं, जो बहुत ही कंपेलिंग केसेस हैं, उनसे हमने रिक्वेस्ट किया कि अगर आप दिल्ली तक जाना चाहें तब हम आपको भेज सकते हैं। तो कई लोग गए, कई लोग नहीं गए। तो ऑब्वियसली अगर जिस सिटी, जैसे लखनऊ नहीं गई है कोई फ्लाइट, तो वहाँ पे कोई है, आदमी है जो, तो उसको हमारा ईमेल अभी तक नहीं गया होगा। ये मैं मानती हूँ कि सबसे हमारा कॉन्टैक्ट नहीं हुआ है। तो लेकिन किसी को परेशान होने की ज़रूरत नहीं है, क्योंकि अब हमारे पास 26 फ्लाइट्स हैं, तो आई एम श्योर कि सब लोगों का हम लोग इस बार अकोमोडेट कर पाएँगे। मैम, जो अभी बुक करवा कर जा रही हैं, उन्हें क्वारंटाइन करना क्या ज़रूरी है और कितने दिन के लिए? सुना है कि अभी 7 दिन के लिए उन्हें क्वारंटाइन करना पड़ेगा। जी, जी। जैसे यदि आप अगर आपको इवन मान लीजिए आप दिल्ली उतरते हैं, जैसे आप दिल्ली जा रहे हैं, तो आप दिल्ली में ही आपको 7 दिन का क्वारंटाइन करना है। उसके बाद आप 7 दिन अपने घर पे कर सकते हैं क्वारंटाइन। तो आप अगर आप गुजरात के हैं, तो आप वहाँ जाके कर सकते हैं अपने घर में, या पंजाब के हैं तो वहाँ जाके कर सकते हैं। लेकिन जहाँ आप जो फर्स्ट आपका जहाँ उतरेंगे, वहाँ पे आपको 1 हफ्ते का क्वारंटाइन करना ज़रूरी है। जी। मैम, जो एयरलाइंस हैं, एयरलाइंस के में पूरी वो फैसिलिटी मिलेगी, फूड वगैरह प्रोवाइड किया जाएगा? वहाँ पर क्वारंटाइन का क्या, वहाँ पर पूरा सेल्फ आइसोलेशन का थोड़ा-सा डिस्टेंस का ध्यान रखा जाएगा? उसके बारे में अगर आपके पास कोई जानकारी हो। हाँ, ज़रूर। जैसे कि हमारी 5 फ्लाइट्स ऑलरेडी जा चुकी हैं, तो हाँ, जब हम एयरपोर्ट पे पूरा सोशल डिस्टेंसिंग मेंटेन करते हैं, तो उसके अलावा टेम्परेचर चेक होता है एयरपोर्ट पे। यदि आप एसिम्प्टोमेटिक होते हैं, तभी आपको बोर्ड करने के लिए दिया जाता है। तो मुझे बहुत खुशी है कि जो हमारी 5 फ्लाइट्स गई हैं, उसमें से एक भी ऐसा नहीं हुआ कि किसी को रोका गया है बुखार या टेम्परेचर होने से। तो उसके बाद जब आप जाते हैं, तो आपको हम लोग कॉन्सुलेट की तरफ से भी ग्लव्स, मास्क, सैनिटाइज़र, इस तरह का एक छोटा-सा पैकेट एयरपोर्ट पे दे रहे हैं। और एयरलाइंस भी फेस शील्ड्स लगानी ज़रूरी है। मास्क, फेस शील्ड, ग्लव्स, और खाना भी वो एक बार ही पैक करके 3 टाइम का आपको दे दिया जाता है। और जो भी सैनिटाइजिंग वगैरह जो होता है, जो हेल्थ गाइडलाइंस है, उसके हिसाब से एयरलाइन अपना काम कर रही है। एयरपोर्ट में लैंड होने के बाद, इंडिया में एयरपोर्ट में लैंड होने के बाद जब क्वारंटाइन का टाइम होता है, तो आपको खुद बुकिंग करवानी पड़ती है या भारत सरकार की ओर से इसके लिए प्रबंध किए गए हैं? भारत सरकार की तरफ से प्रबंध किए गए हैं। अब आप उतरेंगे तो फिर कुछ फैसिलिटीज़ तो हमारे पास अवेलेबल भी हैं कि जैसे आप दिल्ली में उतरेंगे तो ये फैसिलिटीज़ हैं, तो कुछ हमारी वेबसाइट पे लगी भी हुई हैं। पर यदि जब आप उतरेंगे तो आपको एक लिस्ट दी जाएगी कि ये होटल्स हैं या ये फैसिलिटीज़ हैं जहाँ पे आप क्वारंटाइन कर सकते हैं। तो आप अपने हिसाब से, अपने बजट के हिसाब से, या जो भी आपको पसंद हो उसके हिसाब से आप सेलेक्ट कर लीजिए। काफ़ी 5 स्टार होटल्स भी हैं, 2 स्टार होटल भी हैं, गेस्ट हाउसेस भी हैं। तो उस तरह से आप अपना सेलेक्ट कर लीजिए, तो फिर आपको वहाँ पे गाड़ियों में ले जाके उस जगह से आपको क्वारंटाइन कराया जाएगा। जी मैम, इनका अगर एयरलाइंस की टिकट प्राइसिंग की बात की जाए, क्या आपको इसके बारे में है कोई जानकारी कि कितना इनका फेयर होगा? जो अभी तक के 2450 कैनेडियन डॉलर्स मोर और लेस, इतना ही है। जी। और मैम, अभी आप दर्शकों को कुछ कहना चाहेंगे? बहुत ज़्यादा पैनिक हो चुके हैं एयरलाइंस को लेकर, बार-बार वो भी हमसे कॉल कर रहे हैं, पूछ रहे हैं कि कैसे रजिस्ट्रेशन करवाएँ, कैसे करें? क्या कहना चाहेंगे आप उन्हें? नहीं, मैं सबसे पहले तो ये कहना चाहूँगी कि मैं बिल्कुल समझ सकती हूँ आपका जो पैनिक है, आपका जो आप फ़ील कर रहे होंगे, आई कैन टोटली अंडरस्टैंड। क्योंकि एज़ अ पैसेंजर अगर आपको नहीं पता है कि नेक्स्ट फ्लाइट कब जाएगी, अगर फ्लाइट अनाउंस हो गई है तो आपको पता नहीं है कि हम टिकट कैसे बुक करें, या अगर हम एम्बेसी ने आपसे कुछ डॉक्यूमेंट्स मांगे हैं, उसके बाद हम 3 दिन तक कुछ नहीं बोल रहे हैं, तो फिर आपको लगता होगा कि अभी परसों फ्लाइट है या 3 दिन बाद फ्लाइट है, अभी तक हमें कुछ पता नहीं है। एवरीबडी वांट्स स्टेबिलिटी एंड सिक्योरिटी, सब हमारी टिकट हमारे हाथ में आ जाए। तो यहाँ पे मैं बस ये कहना चाहूँगी कि देखिए, बहुत चीज़ें हैं जो कॉन्सुलेट के हाथ में हैं, और बहुत चीज़ें हैं जो कॉन्सुलेट के हाथ में नहीं है। तो जैसे
इस बार का फेज वंदे मातरम का जो थर्ड फेज है, जो अभी 10th से पहली फ्लाइट है, तो उसका जो फेयर था वो हमें अभी पता चला है करीब 2 घंटे पहले। तो हमने जैसे ही हमें आया, उसके बिना हम किसी को कुछ इन्फॉर्म ही नहीं कर सकते थे। तो अब हमारे ईमेल्स जा रहे हैं 10th और 12th की फ्लाइट्स के लिए। तो मैं बस यही कहना चाहूंगी कि प्लीज हैव पेशेंस। बहुत और इतने ईमेल्स आ रहे हैं, लोग एक ही आदमी के 50-50 ईमेल हर 10 मिनट पे। तो हम लोग के लिए वो मैनेज करना बहुत मुश्किल हो जा रहा है कि यदि एक आदमी का है तो हम जवाब दे रहे हैं, पर उसी का 5 बार आ रहा है या 6 बार आ रहा है, तो हम लोग के लिए मैनेज करना बहुत मुश्किल हो जा रहा है। और तो इसलिए मैं यही कहना चाहूंगी कि पेशेंस रखिए, क्योंकि 26 फ्लाइट्स हैं, तो सब लोगों को मौका मिलेगा। और 8,000 लोग हैं, उसमें से सब लोग इवेंचुअली, हम लोग ने जो देखा है कि हर कोई जो रजिस्टर करता है वो जाता नहीं है। तो इसलिए थोड़ा सा पेशेंस रखिए। अभी हम बिल्कुल जो कंपेलिंग रीजंस हैं उनको भेज रहे हैं, पर हम लगातार 30 जून तक 26 फ्लाइट्स है, सबको जरूर मौका मिलेगा। और हम उस हिसाब से हम आपसे संपर्क में रहेंगे। और हमारी वेबसाइट और हमारी सोशल मीडिया जरूर फॉलो करते रहिए। हमें जैसे ही कुछ पता लगेगा हम उस पर लगा देते हैं। जी मैम, और ये तो रही उन फ्लाइट्स की बात, और जो यहाँ पर अभी स्टूडेंट्स हैं, इंटरनेशनल स्टूडेंट्स, अगर उन्हें किसी प्रकार की जरूरत हो तो इंडियन कॉन्सुलेट क्या उनकी भी किस प्रकार की हेल्प कर रही हैं? बिल्कुल, बिल्कुल, हम उनकी मदद कर रहे हैं हर प्रकार से। कई लोग जैसे जाना भी जा रहे हैं, स्टूडेंट्स के कई कंपेलिंग रीज़न से, कई स्टूडेंट्स को हमने भेजा भी है। हम इस वाली फ्लाइट में भी काफ़ी लोगों को भेज रहे हैं। पर उसके अलावा भी और उनको कुछ प्रॉब्लम है तो वो हमसे संपर्क कर सकते हैं। हम ज़रूर उनकी मदद करने की कोशिश करेंगे। हम उनको कम्युनिटी ऑर्गेनाइजेशंस के थ्रू या बिज़नेस ऑर्गेनाइजेशंस के थ्रू हम मदद कर रहे हैं और आगे भी करते रहेंगे। और मैम, जिनकी वजह से पासपोर्ट रिन्यूअल है या किसी ने पीआर प्रोसेस लगाया हुआ, किसी की पीसीसी की इंक्वायरी वगैरह है, क्या वो सारे प्रोसेस साथ में साथ चल रहे हैं उनके लिए? वो चल रहे हैं, लेकिन जैसे कि मैंने बताया था कि कोविड के चलते हम लोग ने ये करीब 2 महीने पहले ही वॉक-इन्स सारे बंद कर दिए थे। इवन बीएलएस में भी वॉक-इन्स बंद हो गए हैं। तो इसकी वजह से जो डिले है वो काफी बढ़ गया है। जैसे कि अगर आपने पोस्टल एप्लीकेशन आपने भेजी बीएलएस को, बीएलएस ने उसको कुछ दिन रखा, उसको प्रोसेस किया, फिर पोस्ट के थ्रू हमारे पास भेजा। फिर उसके बाद हमने उसको प्रोसेस किया, फिर हमने पोस्ट के थ्रू वापस बीएलएस भेजा, बीएलएस ने उसको वापस प्रोसेसिंग करके फिर भेजा। तो जो काम पहले 1 या 2 दिन में हो जाता था, अब उसमें 15-20 दिन आराम से लग रहे हैं। मतलब तो सिचुएशन ऐसी है। हमने बंद कभी नहीं किया काम, बट ये है कि आज की सिचुएशन को देखते हुए पोस्टल ही करना पड़ा हमें, और उसकी वजह से डिलेज हो रहे हैं। डेफिनेटली तो इंडियन कॉन्सुलेट की जो काम पहले जारी था वो सब कुछ हो रहा है, बस थोड़ा सा डिले उसमें हो रहा है क्योंकि वॉक इन सर्विसेज बंद हैं। जी 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 बिल्कुल मैम, शुक्रिया आपका। आप हमेशा समय निकालते हैं और दर्शकों को जो इस वक्त वेट कर रहे थे कि आप कब से आएंगे, काफी दिन से हम अनाउंसमेंट के आपसे हमारी बात होगी। थैंक यू सो मच, आपने उन्हें काफी जानकारी दी है। होप सो कि अभी उनमें भी थोड़ा सा पेशेंस आ जाएगा। थैंक यू। शुक्रिया, शुक्रिया मैम। ਸੋ ਇਹ ਸਾਂਝੀ ਸਾਡੇ ਇੰਡੀਅਨ ਕੌਂਸੂਲੇਟ ਟੋਰਾਂਟੋ ਤੋਂ ਅਪੂਰਵਾ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ। ਮਾਫ ਕਰਾਂਗੇ, ਵਿੱਚ ਦੀ ਤਕਨੀਕੀ ਖਰਾਬੀ ਦੇ ਕਰਕੇ ਸ਼ਾਇਦ ਮੇਰਾ ਵਿੱਚ ਦੀ ਸਿਸਟਮ ਥੋੜਾ ਜਿਹਾ ਡਿਸਕਨੈਕਟ ਹੋ ਰਿਹਾ ਸੀ। ਉਮੀਦ ਕਰਦੇ ਹਾਂ ਜਿਹੜੀ ਜਾਣਕਾਰੀ ਤੁਹਾਨੂੰ ਚਾਹੀਦੀ ਸੀ ਦੱਸ ਦਿੱਤੀ ਗਈ ਹੈ, ਤੇ ਨਾਲ ਦੀ ਨਾਲ ਤੁਹਾਨੂੰ ਉਹ ਵੈਬਸਾਈਟ ਵੀ ਦੱਸ ਦਿੱਤੀ ਗਈ ਹੈ। ਤੁਸੀਂ ਨੀਚੇ ਦੇਖ ਰਹੇ ਹੋਵੋਗੇ ਕਿ ਵੈਬਸਾਈਟ ਜਿੱਥੇ ਤੁਸੀਂ ਜਾਣਾ, ਜਿੱਥੇ ਲੌਗਇਨ ਕਰਨਾ ਹੈ, ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰਵਾਉਣੀ ਹੈ, ਜਾਂ ਜਿੱਥੇ ਤੁਸੀਂ ਜਾ ਕੇ ਆਪਣੀਆਂ ਫਲਾਈਟਸ ਬੁੱਕ ਕਰਵਾਉਣੀਆਂ ਨੇ, ਤੁਸੀਂ ਇੱਥੇ ਕਾਲ ਕਰ ਸਕਦੇ ਹੋ। ਇੱਥੇ ਤੁਸੀਂ ਵੈਬਸਾਈਟਸ ਬੁੱਕ, ਆਪਣੀ ਟਿਕਟਸ ਬੁੱਕ ਕਰਵਾ ਸਕਦੇ ਹੋ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਵੇਂ ਕਿ ਅਪੂਰਵਾ ਸ਼੍ਰੀਵਾਸਤਵ ਨੇ ਕਿਹਾ ਕਿ ਉਹਨਾਂ ਨੂੰ ਬਾਰ-ਬਾਰ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਸੀ, ਜਿਸ ਕਰਕੇ ਕਿ ਕਈ ਵਾਰੀ ਕਾਲਸ ਨਹੀਂ ਅਟੈਂਡ ਹੋ ਪਾਉਂਦੀਆਂ ਹੈਗੀਆਂ। ਇੱਕ ਪਰਸਨ ਬਹੁਤ ਵਾਰ ਉਹਨਾਂ ਨੂੰ ਮੇਲ ਕਰਦਾ। ਸੋ ਤੁਹਾਡੀ ਇੱਕ ਮੇਲ ਉਹਨਾਂ ਨੂੰ ਪਹੁੰਚ ਰਹੀ ਹੈ। ਆਪਣੀ ਮੇਲ ਦਾ ਇੰਤਜ਼ਾਰ ਕਰੋ, ਤੁਹਾਨੂੰ ਕਦੋਂ ਰਿਪਲਾਈ ਆ ਰਿਹਾ, ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਬੈਕਲੌਗ ਪਹੁੰਚ ਜਾਂਦਾ ਈਮੇਲਸ ਦਾ, ਜਿਸ ਦੇ ਕਰਕੇ ਹਰ ਕਿਸੇ ਦਾ ਰਿਪਲਾਈ ਨਹੀਂ ਕੀਤਾ ਜਾ ਪਾਉਂਦਾ। ਜੀ ਸਰ, ਕੋਸ਼ਿਸ਼ ਕੀਤੀ ਅੱਜ ਆਪਾਂ ਕਿ ਜਿਹੜੇ ਇਸ ਵਕਤ ਇੱਥੇ ਇੰਡੀਅਨਸ ਸਟਕ ਹੋਏ ਸੀ, ਉਹਨਾਂ ਨੇ ਵਾਪਸ ਆਪਣੇ ਇੰਡੀਆ ਜਾਣਾ ਆ, ਫਲਾਈਟਸ ਉਹਨਾਂ ਦੀਆਂ ਬੁੱਕ ਕੀਤੀਆਂ ਜਾਣ। ਸੋ ਉਹਦੇ ਬਾਰੇ ਵਿੱਚ ਅੱਜ ਆਪਾਂ ਜਾਣਕਾਰੀ ਜਿਹੜੀ ਆ ਪ੍ਰੋਵਾਈਡ ਕਰਵਾਈ ਆ। ਹਾਲਾਂਕਿ ਕਈਆਂ ਦਾ ਕਹਿਣਾ ਕਿ ਟਿਕਟਸ ਕਾਫੀ ਐਕਸਪੈਂਸਿਵ ਨੇ, ਪਰ ਕਿਉਂਕਿ ਇਹਨਾਂ ਨੂੰ ਸਪੈਸ਼ਲ ਫਲਾਈਟਸ ਦਾ ਨਾਮ ਦਿੱਤਾ ਗਿਆ ਤਾਂ ਕਰਕੇ ਟਿਕਟਸ ਵੀ ਥੋੜ੍ਹੀਆਂ ਐਕਸਪੈਂਸਿਵ ਜ਼ਰੂਰ ਹੈਗੀਆਂ ਨੇ। ਤੁਰਨ ਕੋਈ ਦੇਖੋ ਜਿਹੜੀਆਂ ਐਕਸਪੈਂਸਿਵ ਹੈਗੀਆਂ ਨੇ, ਕੋਈ ਐਡੀ ਗੱਲ ਨਹੀਂ ਹੈ, ਕਿਉਂਕਿ ਜੇ ਕੋਈ ਨਹੀਂ ਇੰਨਾ ਮਹਿੰਗਾ ਟਿਕਟ ਲੈਣਾ ਚਾਹੁੰਦਾ ਉਹ ਤੋਂ ਵੇਟ ਕਰ ਸਕਦੇ ਆ ਜਦੋਂ ਐਕਚੁਅਲ ਫਲਾਈਟਾਂ ਖੁੱਲ੍ਹ ਜਾਣਗੀਆਂ। ਔਰ ਜਿਹੜੇ ਲੋਕਾਂ ਨੇ ਪਹਿਲਾਂ ਬੁਕਿੰਗ ਕਰਵਾਈ ਹੋਈ ਹੈ ਆਪਦੀ, ਉਹ ਕੋਵਿਡ ਕਰਕੇ ਉਹ ਕੈਂਸਲ ਹੋ ਗਈਆਂ ਫਲਾਈਟਸ, ਉਹ ਮੁੜ ਕੇ ਉਹਨਾਂ ਦੀ ਰੀਬੁਕਿੰਗ ਹੋ ਜਾਣੀ ਹੈ। ਮੇਰੇ ਖਿਆਲ ਜਿਹੜੀਆਂ ਬਹੁਤੀਆਂ ਏਅਰਲਾਈਨਾਂ ਨੇ ਉਹਨਾਂ ਨੇ ਇਹ ਕਿਹਾ ਵੀ ਇੱਕ ਵਾਰੀ ਜਿਹੜੀ ਰੀਬੁੱਕ ਕਰਾਉਣੀ ਹੈ ਉਹਦੇ ਪੈਸੇ ਨਹੀਂ ਲੈਣਗੇ। ਜਿਹੜੇ ਲੋਕ ਸਪੈਸ਼ਲ ਫਲਾਈਟਸ 'ਤੇ ਨਹੀਂ ਆਉਣਾ ਚਾਹੁੰਦੇ ਉਹ ਆਪਦੀਆਂ ਰੈਗੂਲਰ ਫਲਾਈਟਾਂ 'ਤੇ ਜਦੋਂ ਇੰਡੀਆ ਤੋਂ ਆਉਣ ਲੱਗ ਜਾਣਗੀਆਂ ਉਹਨਾਂ 'ਤੇ ਆ ਸਕਦੇ ਨੇ। ਜੀ ਬਿਲਕੁਲ। ਤੇ ਸਰ ਇੱਕ ਐਸਟਰੋਇਡ ਦੀ ਜ਼ਰੂਰ ਖਬਰ ਹੈਗੀ ਸੀ ਕਿ ਹੋ ਸਕਦਾ ਕਹਿੰਦੇ ਧਰਤੀ ਦੇ ਨਾਲ ਟਕਰਾ ਜਾਵੇ ਬੜੀ ਛੇਤੀ।
ਬਿਲਕੁਲ ਇਹ ਐਸਟਰੋਇਡ ਤਰਨ ਤਕਰੀਬਨ ਸੀਐਨ ਟਾਵਰ ਜਿੱਡਾ ਇਹਦਾ ਜਿਹੜਾ ਡਾਇਮੀਟਰ ਹੈਗਾ ਤਕਰੀਬਨ 250 ਮੀਟਰ ਹੈ ਜੀ, ਪਰ ਦੂਰ ਬਹੁਤ ਆ, ਲੱਗਦਾ ਸ਼ਾਇਦ 250 ਤੇ 570 ਮੀਟਰ ਦੇ ਵਿੱਚ ਹੈਗਾ ਇਹ ਐਸਟਰੋਇਡ, ਉਹਦੇ ਆਉਣ ਦੇ ਚਾਂਸ ਦਾ। ਇਹ ਕੋਈ ਏਡੀ ਖਤਰੇ ਵਾਲੀ ਗੱਲ ਨਹੀਂ, ਪਰ ਲੰਘਣਾ ਕਹਿੰਦੇ ਧਰਤੀ ਦੇ ਬਹੁਤ ਕੋਲ ਦੀ ਆ। ਜਿਹੜੀ ਐਸਟਰੋਨੋਮੀ ਦੀ ਲੈਂਗੁਏਜ ਆ ਉਹਦੇ ਵਿੱਚ ਨੇੜਦੀ ਹੋਈ ਆ 5 ਮਿਲੀਅਨ ਕਿਲੋਮੀਟਰ ਸਾਡੇ ਤੋਂ ਦੂਰ ਲੰਘਣਾ ਜੀ ਇਹਨੇ। ਕੋਈ ਕੱਲ ਨੂੰ ਲੰਘਣਾ ਤੁਸੀਂ ਮੇਰੇ ਅਸਮਾਨ ਦੇ ਉੱਤੇ, ਜੇ ਤੁਸੀਂ ਇਹਨੂੰ ਫੋਲੋ ਕਰਨਾ ਚਾਹੁੰਦੇ ਹੋ ਜੀ, ਇਹਦਾ ਨੰਬਰ ਹੈ 2002 NN4 ਹੈ ਜੀ। ਇਹਦਾ ਨਾਮ ਜੇ ਤੁਸੀਂ ਆਪਦੀ ਵੈਬਸਾਈਟ ਦੇ ਉੱਤੇ ਪਾ ਕੇ ਤੁਸੀਂ ਇਸ ਨੂੰ ਫੋਲੋ ਕਰ ਸਕਦੇ ਹੋ, ਤੁਹਾਨੂੰ ਦਿਸ ਸਕਦਾ ਐਸਟਰੋਇਡ। ਬਿਲਕੁਲ ਜੀ। ਤੇ ਸਰ ਇਸ ਤੋਂ ਪਹਿਲਾਂ ਆਪਾਂ ਇੰਟਰਸਟਿੰਗ ਫੈਕਟ ਜਾਣੀਏ, ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗੇ। ਬਿਲਕੁਲ ਜੀ ਜੀ ਬਿਲਕੁਲ। ਇਸ ਵਕਤ ਸਾਡੇ ਨਾਲ ਭੁਪਿੰਦਰ ਸੋਹੀ ਜੀ ਜੁੜੇ ਹੋਏ ਨੇ, ਰਾਜ ਪੱਲਾ ਜੀ, ਕਰਮਜੀਤ, ਅਮਰਜੀਤ ਸਿੰਘ, ਹਰਪ੍ਰੀਤ ਕੌਰ, ਬਲਜੀਤ ਕੌਰ, ਸਾਹਿਲ ਬਿਦੀਪ ਮਾਨ, ਅਮਰਜੀਤ ਸਿੰਘ, ਰੁਪਿੰਦਰ ਉੱਪਲ, ਅਮਨਪ੍ਰੀਤ ਕੌਰ, ਅਮਨਪ੍ਰੀਤ ਗਿੱਲ, ਕੁਲਵੀਰ ਰਤੂ, ਗੁਰਜੀਤ ਗਿੱਲ, ਵੀਰਪਾਲ ਸੇਖੋਂ। ਸਾਨੂੰ ਕੁਝ ਕੁਐਸਚਨਸ ਵੀ ਫਲਾਈਟਸ ਦੇ ਰਿਗਾਰਡਿੰਗ ਪੁੱਛੇ ਗਏ ਨੇ। ਉਮੀਦ ਕਰਦੇ ਹਾਂ ਜੀ ਤੁਹਾਨੂੰ ਜੋ ਅੱਜ ਇੰਟਰਵਿਊ ਅਸੀਂ ਲਈ ਆ ਉਹਦੇ ਵਿੱਚ ਤੁਹਾਨੂੰ ਕਾਫੀ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣੇ ਆ। ਦਮਨ ਸਿੰਘ, ਰੁਪਿੰਦਰ ਬਾਜਵਾ, ਹਰਸ਼ ਸਿੰਘ, ਅਨਿੰਦਰ ਗਿੱਲ, ਅਨਿਲ ਨਖਵਾਲ, ਨਰਿੰਦਰਜੀਤ ਸਿੰਘ ਮੱਟੂ, ਹਰਚੰਦ ਭੁੱਲਰ, ਰੁਪਿੰਦਰ ਬਾਜਵਾ, ਇੰਦਰ ਸਿੰਘ ਰੰਧਾਵਾ, ਸੁਖਪਾਲ ਰੰਧਾਵਾ, ਹਰਚੰਦ ਭੁੱਲਰ, ਵੀਰਪਾਲ ਬਰਾੜ, ਤੇ ਸਾਡੇ ਨਾਲ ਕਾਫੀ ਦਰਸ਼ਕ ਹੋਰ ਵੀ ਜੁੜੇ ਹੋਏ ਨੇ। ਜਰਨੈਲ ਸਿੰਘ, ਗੁਰਮੀਤ ਤੂਰ, ਨਵਦੀਪ ਕੌਰ ਗਰੇਵਾਲ, ਰਵਨ ਸਮਰਾ, ਗੁਰਮੀਤ ਤੂਰ, ਜਸਪ੍ਰੀਤ ਸਿੰਘ ਮੰਗਟ, ਸੁਖਜੀਵਨ ਤੂਰ, ਭੁਪਿੰਦਰ ਸੋਹੀ, ਨਵਦੀਪ ਕੌਰ ਗਰੇਵਾਲ, ਬਦੇਸ਼ਾ ਸੇਖੋਂ ਜੀ। ਉਮੀਦ ਕਰਦੇ ਹਾਂ ਜੀ ਤੁਹਾਨੂੰ ਜਿਹੜੀ ਤੁਸੀਂ ਫਲਾਈਟਸ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਵੇਟ ਕਰ ਰਹੇ ਸੀ ਪ੍ਰੋਗਰਾਮ ਦਾ, ਇਨਫੋਰਮੇਸ਼ਨ ਮਿਲ ਗਈ ਹੋਣੀ ਹੈ ਕਿ ਤੁਸੀਂ ਕਿੱਥੇ ਜਾ ਸਕਦੇ ਹੋ। ਜੇਕਰ ਤੁਹਾਡੇ ਤੋਂ ਇਨਫੋਰਮੇਸ਼ਨ ਮਿਸ ਹੋ ਚੁੱਕੀ ਹੈ ਤਾਂ ਤੁਸੀਂ ਫੇਸਬੁੱਕ ਤੇ ਨਾਲ YouTube ਤੇ ਸਾਡਾ ਇਹ ਪ੍ਰੋਗਰਾਮ ਅਪਲੋਡ ਹੋਏਗਾ, ਤੁਸੀਂ ਉੱਥੇ ਸਕਰੋਲ ਬੈਕ ਕਰਕੇ ਸਾਰੀ ਡਿਟੇਲ, ਕਿਹੜੀ ਈਮੇਲ ਦੇ ਉੱਤੇ ਤੁਸੀਂ ਭੇਜਣਾ, ਲਿੰਕ ਭੇਜਣਾ, ਜਾਂ ਤੁਸੀਂ ਕਿਵੇਂ ਰਜਿਸਟ੍ਰੇਸ਼ਨ ਕਰਵਾਉਣੀ ਆ, ਕਿਹੜੇ ਫੋਨ ਨੰਬਰ ਤੇ ਤੁਸੀਂ ਕਾਲ ਕਰਨੀ ਆ, ਸੋ ਸਾਰਾ ਕੁਝ ਡਿਟੇਲ ਤੁਸੀਂ ਉੱਥੇ ਦੇਖ ਸਕਦੇ ਹੋ। ਦੁਬਾਰਾ ਸਰ ਕੀ ਕਹਿਣਾ ਚਾਹੋਗੇ? ਜਾਣ ਤੋਂ ਪਹਿਲਾਂ ਤੁਹਾਡੇ ਜਿਹੜੇ ਇੰਟਰਸਟਿੰਗ ਫੈਕਟ ਹੁੰਦੇ ਆ ਵੇਟ ਰਹਿੰਦੀ ਆ ਹਮੇਸ਼ਾ। ਤਰਨ ਇਹ ਕਹਾਣੀ ਹੈ, ਕਹਾਣੀ ਆਮ ਲੋਕਾਂ ਨੇ ਸੁਣੀ ਹੋਈ ਹੈ, ਪਰ ਇਹ ਮੈਂ ਤਾਂ ਇਸ ਕਹਾਣੀ ਦਾ ਜ਼ਿਕਰ ਕਰ ਰਿਹਾ, ਹਿੰਟ ਦੇ ਰਿਹਾ। ਇਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ। ਇੱਕ ਰਾਜਾ ਸੀ, ਰਾਜੇ ਨੇ ਵਿਆਹ ਕਰਾ ਲਿਆ ਜੀ। ਰਾਜੇ ਦੀ ਉਮਰ ਜ਼ਿਆਦਾ ਸੀਗੀ ਤੇ ਰਾਣੀ ਦੀ ਉਮਰ ਘੱਟ ਸੀਗੀ। ਉਹ ਦੂਜਾ ਵਿਆਹ ਸੀਗਾ ਤੇ ਰਾਜੇ ਦੇ ਪਹਿਲੇ ਵਿਆਹ ਤੋਂ ਬੱਚਾ ਸੀਗਾ। ਉਹ ਰਾਣੀ ਮੋਹਿਤ ਉਹਦੇ ਬੱਚੇ ਤੇ ਮੁੰਡੇ ਤੇ ਹੋ ਗਈ ਆ, ਪਰ ਉਹ ਮੁੰਡਾ ਚੰਗਾ ਸੀਗਾ, ਉਹ ਕਹਿੰਦਾ ਵੀ ਮੈਂ ਇਹ ਜਿਹਾ ਕੁਛ ਨਹੀਂ ਕਰਨਾ। ਸੋ ਰਾਣੀ ਨੇ ਉਹ ਤੇ ਤੋਹਮਤ ਲਾ ਕੇ ਦੇਸ਼ ਚੋਂ ਬਾਹਰ ਕੱਢਣ ਦਾ ਹੁਕਮ ਦਵਾਤਾ। ਉਹਨੂੰ ਮੌਤ ਦੀ ਸਜ਼ਾ ਦਿੱਤੀ ਗਈ। ਜਦੋਂ ਮੌਤ ਦੀ ਸਜ਼ਾ ਦਿੱਤੀ ਗਈ ਆ ਤਾਂ ਜਿਹੜੇ ਦਰਬਾਰੀ ਸੀਗੇ, ਵਜ਼ੀਰ ਸੀਗਾ, ਉਹ ਚੰਗਾ ਸੀਗਾ, ਉਹ ਕਹਿੰਦਾ ਇਹਨੂੰ ਇਉਂ ਕਰੋ, ਮਾਰੋ ਨਾ, ਇਹਨੂੰ ਇਹਦੀ ਕਿਸਮਤ ਤੇ ਛੱਡ ਦਿਓ, ਇਹਦਾ ਇੱਕ ਹੱਥ ਵੱਢ ਦਿਓ ਤੇ ਖੂਹ 'ਚ ਸਿੱਟ ਦਿਓ। ਉਹਨਾਂ ਨੇ ਇਵੇਂ ਕੀਤਾ, ਖੂਹ ਸਿੱਟਤਾ। ਉੱਥੇ ਕੋਈ ਸੌਦਾਗਰ ਆ ਰਹੇ ਸੀਗੇ, ਸੌਦਾਗਰਾਂ ਨੂੰ ਪਾਣੀ ਦੀ ਲੋੜ ਸੀਗੀ। ਉਹਨਾਂ ਨੇ ਪਾਣੀ ਵਾਸਤੇ ਡੋਲ ਖਿੱਚਿਆ ਤਾਂ ਵਿੱਚੋਂ ਉਹਨੇ ਰੌਲਾ ਪਾਇਆ, ਉਹਨੂੰ ਕੱਢ ਲਿਆ। ਅਖੀਰ ਸੌਦਾਗਰ ਉਹਨੂੰ ਨਾਲ ਲੈ ਗਏ, ਦੂਸਰੇ ਦੇਸ਼ ਚਲੇ ਗਏ। ਦੂਸਰੇ ਦੇਸ਼ ਦਾ ਰਾਜਾ ਮਰਿਆ ਹੋਇਆ ਸੀਗਾ, ਉੱਥੇ ਦਾ ਦਰਵਾਜ਼ਾ ਬੰਦ ਸੀਗਾ। ਕਹਿੰਦੇ ਜੇ ਕੋਈ ਸ਼ਾਹੀ ਬੰਦਾ ਹੋਊਗਾ ਉਹਦੇ ਹੱਥ ਨਾਲ ਹੀ ਦਰਵਾਜ਼ਾ ਖੁੱਲ ਸਕਦਾ, ਤੇ ਉਹਨੇ ਵੀ ਟਰਾਈ ਕੀਤੀ ਤੇ ਉਹਦੇ ਨਾਲ ਉਹ ਖੁੱਲ ਗਿਆ ਤੇ ਅਖੀਰ ਉਹ ਦੂਜੇ ਦੇਸ਼ ਦਾ ਰਾਜਾ ਬਣ ਗਿਆ। ਮੁੜ ਕੇ ਆ ਕੇ ਉਹਨੇ ਆਪਦੇ ਜਿਹੜਾ ਆਪਦਾ ਦੇਸ਼ ਸੀਗਾ, ਅਖੀਰ ਪਤਾ ਜਦੋਂ ਲੱਗਿਆ ਤਾਂ ਉਹ ਆਪਦੇ ਦੇਸ਼ ਦਾ ਵੀ ਰਾਜਾ ਬਣ ਗਿਆ। ਇਸ ਦੀ ਇੱਕ ਵਾਰ ਹੈ। ਕੋਈ ਜਵਾਬ ਹੈ ਜੀ? ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਇੱਕ ਤੁਹਾਡੇ ਇੰਟਰਸਟਿੰਗ ਫੈਕਟ ਦੇ ਵਿੱਚ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਲਾਸਟ ਕਾਲ ਅਸੀਂ ਲੈ ਰਹੇ ਹਾਂ ਪ੍ਰੋਗਰਾਮ ਦੀ। ਹੈਲੋ ਤੇਜਿੰਦਰ, ਤਰਨਜੀਤ ਬੋਲ ਰਹੇ ਹਾਂ ਜੀ, ਦੱਸੋ ਕਿੱਥੋਂ ਬੋਲ ਰਹੇ ਹੋ ਸਰ? ਤਰਨਜੀਤ, ਮੈਂ ਇੱਥੇ ਟੋਰਾਂਟੋ ਬਰੈਂਪਟਨ ਤੋਂ ਬੋਲ ਰਿਹਾ, ਆਪਣੇ ਨਾਟ ਸਾਹਿਬ, ਮੈਂ ਬਸ ਗੁਰਸਰ ਸਾਹਿਬ ਦਾ ਰਿਸ਼ਤੇਦਾਰ ਹੀ ਹਾਂ ਜੀ। ਬਿਲਕੁਲ ਸਰ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਜੀ ਸਰ, ਗੋਲਡੀ ਬੋਲ ਰਿਹਾ ਮੈਂ ਜੀ ਸਰ। ਦੱਸੋ ਕੀ ਦੱਸਣਾ ਚਾਹੁੰਦੇ ਹੋ ਸਰ, ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਜਾਂ ਕੁਝ ਪੁੱਛਣਾ ਚਾਹੁੰਦੇ ਹੋ? ਜਿਹੜੀ ਜਾਣਕਾਰੀ ਆਪਾਂ ਨੇ ਦੱਸਿਆ ਨਾ, ਰਜਿਸਟ੍ਰੇਸ਼ਨ ਫॉर ਦਾ ਟਿਕਟ CGI ਜਿਹੜਾ ਗਵਰਨਮੈਂਟ ਜਿਹੜਾ ਫੋਨ ਨੰਬਰ ਵੀ ਦਿੱਤਾ ਹੈਗਾ, ਉਹਨਾਂ ਦੇ ਫੋਨ ਨੰਬਰਾਂ ਦੇ ਫੋਨ ਕੋਈ ਬੈਲਾਂ ਜਾਂਦੀਆਂ, ਕੋਈ ਚੱਕਦਾ ਨਹੀਂ, ਨਾ ਵੌਇਸ ਮੇਲ ਰਿਕਾਰਡ ਹੁੰਦੀ ਹੈ। ਜੀ ਬਿਲਕੁਲ। ਕੋਈ ਸਿਆਣੇ ਬੰਦੇ ਜਿਹੜੇ ਕੋਈ ਬੰਦੇ ਨੇ, ਆਪਾਂ ਈਮੇਲ ਤਾਂ ਜਿਹੜੇ ਕਹਿੰਦੇ ਨਾ, ਈਮੇਲ ਤਾਂ ਆਪਣੇ ਪੜ੍ਹੇ ਲਿਖਿਆਂ ਲਈ ਹੈ। ਜਿਹੜੇ ਕੋਈ ਸਿਆਣਾ ਬੰਦਾ ਫਸਿਆ ਆ, ਉਹ ਜੇ ਕੋਈ ਉਹਦੀ ਹੈਲਪ, ਕੋਈ ਹੈਲਪ ਲਈ ਨਹੀਂ ਹੈਗਾ, ਤਾਂ ਉਹ ਆਪਣਾ ਕਿੱਥੇ ਰਜਿਸਟਰ ਕਰਾਵੇ, ਕਿੱਦਾਂ ਕਰਾਵੇ ਫੋਨ ਆਪਣੀ ਟਿਕਟ ਬੁੱਕ? ਜੀ ਬਿਲਕੁਲ ਸਰ, ਤੁਸੀਂ ਇਹਦਾ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ। ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਕਾਲ ਕਰਨ ਲਈ ਸਰ। ਜੀ ਨਾ ਜੀ ਤਰਨ, ਉਹਦੀ ਪ੍ਰੋਬਲਮ ਹੈ ਅੱਜ ਕੱਲ੍ਹ। ਇਹ ਠੀਕ ਹੈ, ਇਹਨਾਂ ਨੇ ਗੱਲ ਕੀਤੀ ਹੈ ਵੀ ਫੋਨ ਤੇ ਕੀਤਾ ਜਾ ਸਕਦਾ। ਪ੍ਰੋਬਲਮ ਹੁਣ ਇਹ ਆ ਰਹੀ ਹੈ
ਕਿ ਟੈਕਨੋਲੋਜੀ ਦਾ ਜ਼ਮਾਨਾ, ਹਰ ਚੀਜ਼ ਹੁਣ ਆਨਲਾਈਨ ਹੋ ਰਹੀ ਹੈ, ਬੁਕਿੰਗ ਵੀ ਆਨਲਾਈਨ ਹੋ ਰਹੀ ਹੈ, ਈਵਨ ਤੁਹਾਡਾ ਜਿਹੜਾ ਬੋਰਡਿੰਗ ਪਾਸ ਆ ਉਹ ਵੀ ਆਨਲਾਈਨ ਹੈਗਾ, ਹਰ ਚੀਜ਼ ਇਲੈਕਟ੍ਰੋਨਿਕ ਹੋ ਰਹੀ ਹੈ। ਸੋ ਕਿਸੇ ਨਾ ਕਿਸੇ ਨੂੰ, ਮੇਰਾ ਖਿਆਲ ਆ, ਮੈਂ ਹਰੇਕ ਨੂੰ ਸਲਾਹ ਦਊਂਗਾ ਵੀ ਕਿਸੇ ਨਾ ਕਿਸੇ ਦੀ ਹੈਲਪ ਲਵੋ, ਕਿਉਂਕਿ ਜਿਹੜੀ ਫੋਨ ਤੇ ਆਣੀ ਆ, ਫੋਨ ਤੇ ਤੁਸੀਂ ਕਿਸੇ ਨੇ ਚੱਕਣਾ ਨਹੀਂ ਹੈ। ਅੱਜ ਕੱਲ੍ਹ ਤੁਸੀਂ ਘਰੇ ਫੋਨ ਵੱਜਦਾ ਤਾਂ ਵੀ ਨਹੀਂ ਚੱਕਦਾ, ਘਰ ਵਾਲਾ ਫੋਨ ਕੋਈ ਨਹੀਂ ਚੱਕਦਾ। ਫੋਨ ਦੀ ਥਾਂ ਤੇ ਤੁਸੀਂ ਜਿਹੜੀ ਈਮੇਲ ਵੀ ਕਰਨੀ ਆ, ਉਹਦਾ ਰੈਕਰਡ ਹੈ, ਉਹਦਾ ਅਗਲੇ ਨੂੰ ਜਵਾਬ ਦੇਣਾ ਹੀ ਪੈਣਾ। ਹਾਂ, ਤੁਹਾਨੂੰ ਕੋਈ ਨਾ ਕੋਈ ਲੱਭਣਾ ਪੈਣਾ ਜਿਹਦੇ ਨਾਲ ਉਹ ਕੋਈ ਈਮੇਲ ਕਰ ਸਕਦਾ ਹੋਵੇ। ਅੱਜ ਕੱਲ੍ਹ ਹਰ ਥਾਂ ਦੇ ਉੱਤੇ ਕੋਈ ਨਾ ਕੋਈ ਐਸਾ ਬੰਦਾ ਤੁਹਾਨੂੰ ਮਿਲ ਸਕਦਾ। ਆਪਣੇ ਇੰਡੀਆ ਵਿੱਚ ਵੀ ਬਹੁਤ ਲੋਕ ਨੇ ਜਿਹੜੇ ਕਿ ਟੈਕ ਮਾਈਂਡਰ ਨੇ ਜੀ, ਇੰਡੀਆ ਤੋਂ ਤਾਂ ਸਮਾਂ ਬਾਕੀ ਦੇਸ਼ਾਂ ਦੇ ਵਿੱਚ ਲੋਕੀ ਟੈਕਨੀਕਲੀ ਕੰਮ ਕਰਨ ਜਾਂਦੇ ਨੇ। ਸੋ ਹਾਲਾਤ ਇਹ ਬਣ ਰਹੇ ਨੇ, ਸਾਨੂੰ ਨਵੀਂ ਟੈਕਨੋਲੋਜੀ ਦੇ ਨਾਲ ਅਡੈਪਟ ਕਰਨਾ ਪੈਣਾ, ਅਦਰਵਾਈਜ਼ ਤੁਸੀਂ ਪਿੱਛੇ ਰਹਿ ਜਾਓਗੇ। ਇਹ ਬਹੁਤ ਮੁਸ਼ਕਲ ਗੱਲ ਹੈ ਜੀ। ਜਿਹੜੀ ਉਹ ਮੈਂ ਕਹਾਣੀ ਸੁਣਾ ਰਿਹਾ ਸੀਗਾ, ਅਖੀਰ ਉਹ ਦੂਜਾ ਰਾਜਾ ਆਪਣੇ ਦੇਸ਼ ਦਾ ਵੀ ਰਾਜਾ ਬਣ ਜਾਂਦਾ। ਇਹਦੇ ਨਾਂ ਤੇ ਆਸਾ ਦੀ ਵਾਰ ਦੇ ਵਿੱਚ ਇਹਦੀ ਧੁਨੀ ਗਿਣੀ ਗਈ ਹੈ ਜੀ। ਜੇ ਕਿਸੇ ਦਾ ਜਵਾਬ ਆਇਆ ਤਾਂ ਦੇਖ ਲਓ, ਆਇਆ ਕਿ ਨਹੀਂ? ਨਹੀਂ ਜੀ, ਹਜੇ ਤੱਕ ਤੇ ਕੋਈ ਨਹੀਂ ਆਇਆ ਜੀ। ਇਹ ਜੀ ਟੁੰਡੇ ਅਸਰਾਜ ਦੀ ਧੁਨੀ ਹੈ ਜੀ। ਆਪਣੀ ਆਸਾ ਦੀ ਵਾਰ ਵਿੱਚ ਇਹਦਾ ਜ਼ਿਕਰ ਆਉਂਦਾ। ਇਹ ਕਹਾਣੀ ਹੈ ਕਹਾਣੀ ਆ, ਪਰ ਇਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ। ਇਹ ਜਿਹੀਆਂ ਕਹਾਣੀਆਂ ਹੋਰ ਵੀ ਕਈ ਹੈਗੀਆਂ ਨੇ, ਪਰ ਮੈਂ ਤਾਂ ਇਹ ਕਹਾਣੀ ਸੁਣਾਈ ਹੈ ਕਿ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ ਜੀ। ਅੱਜ ਇੰਨਾ ਹੀ ਕਾਫੀ ਜੀ, ਮੰਡੇ ਨੂੰ ਫੇਰ ਮਿਲਾਂਗੇ। ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ ਪ੍ਰੋਗਰਾਮ 'ਚ ਜੁੜਨ ਲਈ ਤੇ ਜਾਣਕਾਰੀਆਂ ਸਾਂਝੀਆਂ ਕਰਨ ਲਈ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਜਿਵੇਂ ਕਿ ਸਾਡੇ ਕਾਲਰ ਦੀ ਵੀ ਕਾਲ ਆਈ ਸੀ, ਕਿ ਅੱਜ ਦੇ ਸਮੇਂ ਵਿੱਚ ਖਾਸ ਤੌਰ ਤੇ ਜਿਹੜੇ ਵੀ ਇੱਥੇ ਬਜ਼ੁਰਗ ਪਹੁੰਚੇ ਹੋਣਗੇ, ਆਪਣੇ ਰਿਲੇਟਿਵਸ ਕੋਲ ਜ਼ਰੂਰ ਪਹੁੰਚੇ ਹੋਣਗੇ, ਇਕੱਲੇ ਬਹੁਤ ਘੱਟ ਆਏ ਹੋਣੇ ਆ। ਸੋ ਤੁਸੀਂ ਆਪਣੇ ਰਿਲੇਟਿਵਸ ਦੀ ਹੈਲਪ ਲੈ ਕੇ ਈਮੇਲਸ ਦੇ ਉੱਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਤੁਸੀਂ ਇੰਡੀਅਨ ਕੌਂਸੂਲੇਟ ਦੀ ਵੈਬਸਾਈਟ ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਓ। ਫਿਰ ਜਿਹੜੀਆਂ ਈਮੇਲਸ ਅਸੀਂ ਪ੍ਰੋਵਾਈਡ ਕੀਤੀਆਂ ਨੇ, ਉੱਥੇ ਆਪਣੇ ਆਪ ਨੂੰ ਤੁਸੀਂ ਆਨਲਾਈਨ ਟਿਕਟਸ ਜਿਹੜੀਆਂ ਬੁੱਕ ਕਰਵਾਉਣ ਲਈ ਅੱਗੇ ਤੁਸੀਂ ਆਪਣੇ ਮੈਸੇਜ ਸੈਂਡ ਕਰ ਸਕਦੇ ਹੋ। ਤੁਹਾਨੂੰ ਬਹੁਤ ਜਲਦੀ ਉਹ ਕਾਲ ਬੈਕ ਜ਼ਰੂਰ ਕਰਨਗੇ। ਜਿਵੇਂ ਕਿ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਬਹੁਤ ਸਾਰਾ ਬੈਕਲੌਗਸ ਹੈ, ਕਾਲਸ ਬਹੁਤ ਆਉਂਦੀਆਂ ਨੇ, ਸੋ ਹਰ ਕਿਸੇ ਨੂੰ ਕਾਲ ਕਈ ਵਾਰੀ ਨਹੀਂ ਟਾਈਮ ਤੇ ਜਾ ਪਾਉਂਦੀ ਹੈਗੀ। ਸੋ ਥੋੜਾ ਜਿਹਾ ਪੇਸ਼ੈਂਸ ਰੱਖੋ ਤੇ ਉਸ ਤੋਂ ਬਾਅਦ ਜਿਹੜੀਆਂ ਟਿਕਟਸ ਤੁਹਾਡੀਆਂ ਹੌਲੀ ਹੌਲੀ ਬੁੱਕ ਹੋਣੀਆਂ ਜ਼ਰੂਰ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ ਕੋਈ ਹੋਰ ਨਵੀਂ ਜਾਣਕਾਰੀ ਹੋਏਗੀ ਅਸੀਂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਫਿਲਹਾਲ ਦਿਓ ਇਜਾਜ਼ਤ, ਸੋਮਵਾਰ ਨੂੰ ਫਿਰ ਹੋਵੇਗੀ ਮੁਲਾਕਾਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।